ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗਲੋਬਲ ਸਿੱਖ ਕੌਂਸਲ ਦੀ ਤਰਫ ਤੋਂ ਇੱਕ ਬੜੇ ਗੰਭੀਰ ਵਿਸ਼ੇ ਤੇ ਚਰਚਾ ਕਰਨ ਲਈ ਇਕੱਠੇ ਹੋਏ ਹਾਂ। ਗਲੋਬਲ ਸਿੱਖ ਕੌਂਸਲ ਇੱਕ ਵਰਲਡ ਵਾਈਡ ਪਲੇਟਫਾਰਮ ਹੈ ਜਿਹੜਾ ਕਿ ਅਸਪਾਇਰ ਕਰਦਾ ਟੂ ਬਿਕਮ ਦਾ ਵੌਇਸ ਆਫ ਦਾ ਸਿੱਖਸ ਵਰਲਡ ਵਾਈਡ। ਤੇ ਇਹ ਡਿਫਰੈਂਟ ਕੰਟਰੀਜ਼ ਦੀਆਂ ਵਿੱਚ ਨੁਮਾਇੰਦੇ ਜਿਹੜੇ ਨੇ ਇਹਦੇ ਮੈਂਬਰਸ ਨੇ, ਡਿਫਰੈਂਟ ਆਰਗੇਨਾਈਜੇਸ਼ਨਸ ਜਿਹੜੇ ਨੇ ਇਸ ਸੰਸਥਾ ਦੇ ਗਲੋਬਲ ਸਿੱਖ ਕੌਂਸਲ ਦੇ ਨੁਮਾਇੰਦੇ ਨੇ। ਔਰ ਇੱਕ ਪੂਰੇ ਕਨਸਟੀਟਿਊਸ਼ਨ ਇਹਦਾ ਇੱਕ ਹੈਗਾ that can be searched upon globalsikhcouncil.org ਤੇ ਤੁਸੀਂ ਜਾ ਸਕਦੇ ਹੋ ਤੇ ਉਸ ਹਿਸਾਬ ਨਾਲ ਸਾਰੇ ਇਸ ਦੇ ਜੋ ਕਾਰ ਵਿਹਾਰ ਉਹ ਹੁੰਦਾ। ਸੋ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਅਸੀਂ ਲਿੱਤਾ ਕਿ ਵੀ ਦਾ ਜਿਹੜਾ ਪੰਜਾਬ ਦੇ ਵਿੱਚ ਰੀਸੈਂਟਲੀ ਕਹਿ ਲਈਏ ਤੇ ਪਿਛਲੇ 1 ਜਾਂ 2 ਦਹਾਕੇ ਤੋਂ ਬਹੁਤ ਜ਼ਿਆਦਾ ਵੱਧ ਗਿਆ ਹੈ the conversion towards other faith which is Christianity। ਤੇ ਉਹ ਕਿਸ ਤਰੀਕੇ ਨਾਲ ਹੋ ਰਿਹਾ ਹੈ ਔਰ ਉਹਦੇ ਅਸੀਂ ਕਿਸ ਤਰ੍ਹਾਂ ਉਹਨੂੰ ਸਾਡੀ ਸੁਸਾਇਟੀ ਨੂੰ ਇਫੈਕਟ ਕਰ ਰਿਹਾ, ਸਪੈਸ਼ਲੀ ਸਮਾਜ ਨੂੰ, ਉਹਦੇ ਉੱਤੇ ਅਸੀਂ ਅੱਜ ਚਰਚਾ ਕਰਨੀ ਹੈ। ਤੇ ਅੱਜ ਸਾਡੇ ਕੋਲ ਜੋ ਸਪੀਕਰਸ ਹੈਗੇ ਨੇ ਉਹ ਆਪਣੇ ਫੀਲਡ ਦੇ ਮਾਹਰ ਨੇ ਔਰ ਉਹ ਸਾਨੂੰ ਇਹਦੇ ਉੱਤੇ ਥੋੜਾ ਆਪਣੇ ਆਈਡੀਆਜ਼ ਸ਼ੇਅਰ ਕਰਨਗੇ ਕਿ ਗਰਾਊਂਡ ਰਿਐਲਿਟੀ ਕੀ ਹੈ ਔਰ ਸੋਲੂਸ਼ਨਸ ਕੀ ਨੇ, ਕਿਸ ਸੋਲੂਸ਼ਨਸ ਵੱਲ ਅਸੀਂ ਕਿਵੇਂ ਵਧਣਾ। ਤੇ ਇਸ ਤੋਂ ਪਹਿਲਾਂ ਕਿ ਮੈਂ ਚਰਚਾ ਸ਼ੁਰੂ ਕਰਾਂ, ਮੈਂ ਥੋੜਾ ਜਿਹਾ ਬਰੀਫ ਵਿਚਾਰਧਾਰਾ ਦਾ ਬਰੀਫ ਜ਼ਰੂਰ ਦੇ ਦੇਣਾ ਚਾਹੁੰਦਾ ਵਾਂ ਕਿ 2 ਵਿਚਾਰਧਾਰਾਵਾਂ ਦੀ ਕੀ ਗੱਲ ਕੀ ਹੈਗੀ ਹੈ। ਸਭ ਤੋਂ ਪਹਿਲੇ ਅਸੀਂ ਸਮਝ ਲਈਏ ਕਿ ਗੁਰਬਾਣੀ ਜੋ ਹੈ, ਗੁਰੂ ਗ੍ਰੰਥ ਸਾਹਿਬ ਜੋ ਹੈ, ਸਾਡਾ ਜਿਹੜਾ ਪਹਿਲਾ ਪਾਠ ਹੈ ਮੂਲ ਮੰਤਰ, ਉਹ ਜਿਹਨੂੰ ਅਸੀਂ ਕਹਿੰਦੇ ਹਾਂ ਮੂਲ ਮੰਤਰ, ਉਹਦੇ ਵਿੱਚ ਨਿਰਭਉ ਨਿਰਵੈਰ ਬੜੇ ਕੋਰ ਪ੍ਰਿੰਸੀਪਲਸ ਨੇ ਸਾਡੇ। ਨਿਰਵੈਰ ਜਿਹੜਾ ਇੱਕ ਓਂਕਾਰ ਦਾ, ਪਰਮਾਤਮਾ ਦਾ, ਰੱਬ ਦਾ ਕੋਰ ਉਹਦਾ ਪੈਰਾਮੀਟਰ ਹੈ। ਤੇ ਦੂਸਰੇ ਪਾਸੇ ਬਾਈਬਲ ਦੇ ਵਿੱਚ ਜਿਸ ਤਰ੍ਹਾਂ ਜੈਨੇਸਿਸ ਵਿੱਚ 6ਵੇਂ ਕਾਂਡ ਵਿੱਚ ਆਉਂਦਾ ਹੈ ਕਿ ਐਗਜ਼ੈਕਟਲੀ ਮੈਂ ਕੋਟ ਕਰ ਰਿਹਾ ਵਾਂ, ਇਹ ਤਦ ਉਤਪਤ ਕੀਤਾ ਹਾਂ ਆਦਮੀ ਨੂੰ, ਡੰਗਰ ਨੂੰ, ਖਿਸਰਨ ਵਾਲੇ ਨੂੰ, ਘਰ ਆਕਾਸ਼ ਦੇ ਪੰਛੀ ਨੂੰ ਵੀ ਜ਼ਮੀਨ ਦੇ ਉੱਤੇ ਮਿਟਾ ਦਿਆਂਗਾ ਕਿਉਂਕਿ ਮੈਨੂੰ ਉਹਨਾਂ ਨੂੰ ਬਣਾਉਣ ਤੇ ਰੰਜ ਹੋਇਆ ਹੈ। ਪਰ ਨੂਹ ਉੱਤੇ ਯਹੋਵਾ ਦੀ ਕਿਰਪਾ ਦੀ ਨਿਗਾਹ ਹੋਈ। ਫਿਰ ਇਸੇ ਤਰ੍ਹਾਂ ਹੀ ਜੈਨੇਸਿਸ 7ਵਾਂ ਕਾਂਡ ਵਿੱਚ ਇਹ ਗੱਲ ਮੈਂਸ਼ਨ ਹੈ ਕਿ ਹਰ ਪ੍ਰਾਣੀ ਜਿਹੜਾ ਜ਼ਮੀਨ ਦੇ ਉੱਤੇ ਸੀ, ਕਿ ਆਦਮੀ, ਕਿ ਡੰਗਰ, ਖਿਸਰਨ ਵਾਲਾ ਤੇ ਕੀ ਆਕਾਸ਼ ਦਾ ਪੰਛੀ ਮਿਟ ਗਿਆ। ਉਹ ਧਰਤੀ ਤੋਂ ਹੀ ਮਿਟ ਗਏ, ਪਰ ਨੂਹ ਅਤੇ ਉਹ ਜੋ ਉਸ ਦੇ ਨਾਲ ਕਿਸ਼ਤੀ ਵਿੱਚ ਸਨ ਬਚ ਗਏ। ਸੋ ਇੱਥੇ ਹਰ ਇੱਕ ਦਾ ਆਪਣਾ ਹਰ ਇੱਕ ਨੂੰ ਆਪਣਾ ਧਰਮ ਚੁਣਨ ਦੀ ਆਜ਼ਾਦੀ ਹੈ ਔਰ ਅਸੀਂ ਉਹਦੇ ਵਾਸਤੇ ਖੜੇ ਹਾਂ, ਪਰ ਜੋ ਵਿਚਾਰਧਾਰਾਵਾਂ ਨੇ ਉਹਨਾਂ ਨੂੰ ਪਹਿਲਾਂ ਸਮਝਣਾ ਬਹੁਤ ਜ਼ਰੂਰੀ ਹੈ। ਦੂਸਰੇ ਪਾਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਸ ਤਰ੍ਹਾਂ ਮੈਂ ਦੱਸਿਆ, ਨਿਰਵੈਰ ਇੱਕ ਮੂਲ ਐਸਪੈਕਟ ਹੈ ਸਿੱਖੀ ਦਾ। ਤੇ ਗੁਰਬਾਣੀ ਕਹਿੰਦੀ ਹੈ, ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ, ਦੀਪਾਂ ਲੋਆਂ ਮੰਡਲਾਂ ਖੰਡਾਂ ਵਰ ਭੰਡਾਂ, ਅੰਡਜ ਜੇਰਜ ਉਤਪੁਜਾਂ ਖਾਨੀ ਸਿੱਤ ਜਾਂ, ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ, ਨਾਨਕ ਜੰਤ ਉਪਾਏ ਕੇ ਸੰਭਾਲੇ ਸਭਨਾ, ਜਿਨ ਕਰਤੇ ਕਰਨਾ ਕੀਆ ਚਿੰਤਾ ਵੀ ਕਰਨੀ ਤਾ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਤਿਸ ਜੁਹਾਰੀ ਸਵਸਤ ਤਿਸ ਤਿਸ ਦਿਬਾਨ ਅਭਗ, ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਸੋ ਇੱਥੇ ਤੇ ਜੋ ਏਕ ਓਂਕਾਰ ਹੈ, ਪਰਮਾਤਮਾ ਹੈ, ਉਹ ਸਿਰਫ ਧਰਤੀ ਦੀ ਨਹੀਂ ਬਲਕਿ ਸਾਰੇ ਖੰਡਾਂ ਭੰਡਾਂ ਦੀ ਚਿੰਤਾ ਉਸ ਨੂੰ ਹੈਗੀ ਹੈ। ਇਹ ਇੱਕ ਵਿਚਾਰਧਾਰਾਵਾਂ ਦਾ ਹੀ ਟਕਰਾਅ ਸੀਗਾ ਜੋ ਜਿਸ ਕਰਕੇ ਕਿ ਪੰਜਾਬ ਦੇ ਵਿੱਚ ਇਹ ਜ਼ਿਆਦਾ ਜ਼ੋਰ ਨਹੀਂ ਪਕੜ ਪਾਇਆ ਕਿਉਂਕਿ ਇਹ ਲੋਕਾਂ ਨੂੰ ਗੱਲ ਸਮਝ ਲੱਗਦੀ ਸੀ। ਪਰ ਹੁਣ ਜੋ ਰੀਸੈਂਟਲੀ ਜੋ ਟ੍ਰੈਂਡ ਚੱਲ ਰਿਹਾ ਉਹ ਇੱਥੇ ਕੋਈ ਉਹਨਾਂ ਨੂੰ ਬਾਈਬਲ ਦੇ ਉਪਦੇਸ਼ ਨਹੀਂ ਸਮਝਾ ਰਹੇ। ਇੱਥੇ ਤੇ ਹੁਣ ਜਿਹੜਾ ਨਵਾਂ ਮਾਡਲ ਸ਼ੁਰੂ ਹੋ ਗਿਆ ਪਿਛਲੇ 10 ਜਾਂ 20 ਸਾਲਾਂ ਤੋਂ, ਉਹ ਇੱਕ ਬਾਬਾਨੂਮਾ ਮਾਡਲ ਹੈ। ਉਹਦੇ ਵਿੱਚ ਬਸ ਫਰਕ ਇੰਨਾ ਹੈ ਕਿ ਉਹਨਾਂ ਨੇ ਆਪਣਾ ਨਾਮ ਪਾਸਟਰ ਤੇ ਪ੍ਰੋਫਿਟ ਰੱਖਿਆ, ਪਰ ਉਹ ਹੋਰ ਵੀ ਜ਼ਿਆਦਾ ਅੰਧ ਵਿਸ਼ਵਾਸ, ਚਮਤਕਾਰਾਂ ਦੇ ਵਿੱਚ, ਭਵਿੱਖਬਾਣੀਆਂ ਵਿੱਚ ਤੇ ਕੈਂਸਰ, ਸ਼ੂਗਰ ਤੇ ਕਿਹੜੀਆਂ ਬਿਮਾਰੀਆਂ ਨੂੰ ਠੀਕ ਕਰਨ ਦੇ ਦਾਅਵੇ ਕਰਦੇ ਨੇ। ਸਟੇਜ ਦੇ ਉੱਤੇ ਡਰਾਮੇ ਕੀਤੇ ਜਾਂਦੇ ਨੇ ਔਰ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ। ਤੇ ਇਹ ਜੋ ਹੈ ਇੱਕ ਦੂਸਰਾ ਕਿਸਮ ਦਾ ਜੋ ਨਵਾਂ ਮਾਡਲ ਹੈ ਜਿਹਦੇ ਵਿੱਚ ਲੋਕ ਜਿਹੜੇ ਨੇ ਉਹ ਫਸਦੇ ਜਾ ਰਹੇ ਨੇ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ
ਤੇ ਅੱਜ ਦੇ ਆਪਣੇ ਸਪੀਕਰਸ ਨੂੰ ਮੈਂ ਇਨਵਾਈਟ ਕਰਾਂਗਾ। ਤੇ ਜਿਹੜੇ ਅੱਜ ਦੇ ਸਾਡੇ ਸਪੀਕਰਸ ਨੇ, ਉਹ 6 ਸਪੀਕਰਸ ਨੇ। ਡਾਕਟਰ ਹਰਸ਼ਿੰਦਰ ਕੌਰ ਜੀ ਪਟਿਆਲੇ ਤੋਂ ਨੇ, ਸਰਦਾਰ ਰਛਪਾਲ ਸਿੰਘ ਜੀ ਢੀਂਡਸਾ ਕੈਲੀਫੋਰਨੀਆ ਤੋਂ, ਸਰਦਾਰ ਬਲਵਿੰਦਰ ਸਿੰਘ ਸਾਗਰ ਜੀ ਮੋਹਾਲੀ ਤੋਂ, ਤੇ ਸਰਦਾਰ ਗੁਰਦੇਵ ਸਿੰਘ ਜੀ ਤਰਨਤਾਰਨ ਤੋਂ, ਪ੍ਰੋਫੈਸਰ ਮਨਜੀਤ ਕੌਰ ਜੀ ਅੰਮ੍ਰਿਤਸਰ ਤੋਂ, ਤੇ ਡਾਕਟਰ ਪੁਸ਼ਪਿੰਦਰ ਸਿੰਘ ਜੀ ਲੁਧਿਆਣੇ ਤੋਂ। ਤੇ ਸਭ ਤੋਂ ਪਹਿਲੇ ਮੈਂ ਇਨਵਾਈਟ ਕਰਨਾ ਚਾਹੂੰਗਾ ਡਾਕਟਰ ਹਰਸ਼ਿੰਦਰ ਕੌਰ ਜੀ ਪਟਿਆਲੇ ਤੋਂ। ਇਹਨਾਂ ਬਾਰੇ ਮੈਂ ਦੱਸ ਦਵਾਂ, ਵੈਸੇ ਇਹ ਕਿਸੇ ਜਾਣ ਪਛਾਣ ਦੇ ਮੁਤਾਜ ਤੇ ਨਹੀਂ ਹੈਗੇ। ਇਹ MBBS MD ਪੀਡੀਆਟ੍ਰਿਕਸ ਨੇ GM ਪਟਿਆਲਾ ਤੋਂ, ਔਰ ਰਿਨਾਊਂਡ ਸੋਸ਼ਲ ਐਕਟਿਵਿਸਟ ਨੇ, ਜੋ ਭਰੂਣ ਹੱਤਿਆ, ਦਾਜ ਪ੍ਰਥਾ ਜਾਂ ਡੋਮੈਸਟਿਕ ਵਾਇਲੈਂਸ ਜੋ ਹੋ ਰਹੀ ਹੈ ਉਹਦੇ ਖਿਲਾਫ ਬੜੀ ਹੀ ਜ਼ੋਰਦਾਰ ਆਵਾਜ਼ ਇਹਨਾਂ ਦੀ ਅਸੀਂ ਆਮ ਸੁਣਦੇ ਰਹਿੰਦੇ ਹਾਂ ਡਿਬੇਟਸ ਵਿੱਚ, ਟੀਵੀ ਡਿਬੇਟਸ ਵਿੱਚ, ਔਰ ਜਗ੍ਹਾ ਜਗ੍ਹਾ ਤੇ ਜਾ ਕੇ ਇਹ ਦਿੰਦੇ ਰਹਿੰਦੇ ਨੇ। ਔਰ ਇਸੇ ਇਹਨਾਂ ਨੇ ਡਾਕਟਰ ਹਰਸ਼ ਚੈਰੀਟੇਬਲ ਟਰਸਟ ਵੀ ਖੋਲਿਆ ਹੋਇਆ, ਜਿਹਦੇ ਵਿੱਚ ਇਸ ਸਮੇਂ 415 ਗਰੀਬ ਜਿਹੜੀ ਯਤੀਮ ਲੜਕੀਆਂ ਨੇ, ਉਹ ਪੰਜਾਬ ਦੀਆਂ, ਉਹ ਸਿੱਖਿਆ, ਸਕੂਲ ਐਜੂਕੇਸ਼ਨ ਉਹਨਾਂ ਨੂੰ ਮਿਲ ਰਹੀ ਹੈ। ਇਹਨਾਂ ਨੂੰ ਸਟੀਲ ਵੂਮਨ ਆਫ ਇੰਡੀਆ ਕਰਕੇ ਵੀ ਰੈਫਰ ਕੀਤਾ ਜਾਂਦਾ। ਇਹਨਾਂ ਨੇ ਹੁਣ ਤੱਕ 41 ਕਿਤਾਬਾਂ ਲਿਖ ਚੁੱਕੇ ਨੇ, ਜਿਹਨੂੰ ਕਿ ਇੰਟਰਨੈਸ਼ਨਲ ਔਰ ਕਈ ਨੈਸ਼ਨਲ ਇੰਟਰਨੈਸ਼ਨਲ ਅਵਾਰਡਸ ਜਿਹੜੇ ਨੇ ਇਹਨਾਂ ਨੂੰ ਮਿਲੇ ਨੇ। ਪ੍ਰੈਜ਼ੀਡੈਂਟ ਆਫ ਇੰਡੀਆ, ਗਵਰਨਮੈਂਟ ਆਫ ਪੰਜਾਬ, ਰੋਟਰੀ ਵੋਕੇਸ਼ਨਲ ਅਵਾਰਡ, ਤੇ ਕੈਨੇਡੀਅਨ ਪਾਰਲੀਮੈਂਟ, ਤੇ ਹੋਰ ਕਈ ਸਟੇਟਸ ਦੇ ਵਿੱਚੋਂ। ਸੋ ਡਾਕਟਰ ਹਰਸ਼ਿੰਦਰ ਕੌਰ ਜੀ, ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਅੱਜ ਤੁਹਾਨੂੰ ਇਨਵਾਈਟ ਕਰਦੇ ਹੋਏ, ਤੇ ਤੁਸੀਂ ਅੱਜ ਦੇ ਟੌਪਿਕ ਬਾਰੇ 10 ਮਿੰਟ ਦੇ ਵਿੱਚ ਚਾਨਣਾ ਪਾਓ। ਇੱਕ ਮੈਂ ਫਿਰ ਦੱਸ ਦੇਵਾਂ ਕਿ ਸਾਰਿਆਂ ਨੂੰ 10-10 ਮਿੰਟ ਦੇਣਗੇ, ਤੇ ਗੁਲਬਰਗ ਸਿੰਘ ਜੀ, ਮੈਨੂੰ ਤੁਹਾਡੇ ਤੋਂ ਇੱਕ ਐਜ਼ ਅ ਟਾਈਮ ਕੀਪਰ ਅਗਰ ਤੁਸੀਂ ਮੇਰੀ ਮਦਦ ਕਰੋ, 8 ਮਿੰਟ ਤੇ ਤੁਸੀਂ ਇੱਕ ਛੋਟੀ ਜਿਹੀ ਸੌਫਟ ਅਲਾਰਮ ਲਗਾ ਦੇਣਾ, ਤਾਂ ਕਿ ਸਪੀਕਰਸ ਨੂੰ ਪਤਾ ਲੱਗ ਜਾਏ ਕਿ ਅਗਲੇ 2 ਮਿੰਟ ਵਿੱਚ ਅਸੀਂ ਰੈਪ ਅਪ ਕਰਨਾ। ਸੋ ਓਵਰ ਟੂ ਹਰਸ਼ਿੰਦਰ ਕੌਰ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਬੜਾ ਮਾਣ ਮਹਿਸੂਸ ਹੋ ਰਿਹਾ ਤੁਹਾਡੇ ਨਾਲ ਸ਼ਾਮਲ ਹੋ ਕੇ। ਮੈਂ 2 ਹੀ ਗੱਲਾਂ ਬੜੀ ਬਰੀਫ ਕਰਾਂਗੀ। ਇੰਪੋਰਟੈਂਟ ਪਹਿਲੀ ਚੀਜ਼, ਮੈਂ ਫਸਟ ਹੈਂਡ ਇਨਫੋਰਮੇਸ਼ਨ ਦਿਆਂਗੀ ਕਿ ਜਿੱਥੇ ਇਸ ਪਿੰਡ ਵਿੱਚ ਕਨਵਰਸ਼ਨਸ ਹੋ ਚੁੱਕੀਆਂ ਨੇ, ਮੈਂ ਪਰਸਨਲੀ ਜਾ ਕੇ ਉਹਨਾਂ ਨੂੰ ਮਿਲ ਚੁੱਕੀ ਹੋਈ ਹਾਂ। ਉਹਨਾਂ ਤੋਂ ਕਾਰਨ ਪੁੱਛੇ ਸਨ। ਇਹ ਮੈਂ ਖਡੂਰ ਸਾਹਿਬ ਜਦੋਂ ਗਈ ਸਾਂ, ਉਦੋਂ ਰਾਹ ਵਿੱਚ ਇਹ ਪਿੰਡ ਸੀ ਜਿੱਥੇ ਮੈਂ ਰੁਕ ਕੇ ਉਹਨਾਂ ਨੂੰ ਮਿਲੀ ਹਾਂ, ਟੱਬਰਾਂ ਨੂੰ। ਸੈਕਿੰਡ, ਮੇਰੀ ਆਪਣੀ ਟਰਸਟ ਵਿੱਚ 3 ਬੱਚੀਆਂ ਨੇ ਜਿਹੜੀਆਂ ਮਸੀਹ ਦੇ ਨਾਮ ਹੇਠ ਮੇਰੇ ਕੋਲ ਲੋੜ ਸਮੇਂ ਆਈਆਂ ਸੀ ਕਿ ਸਾਨੂੰ ਫੀਸਾਂ ਦਿਓ। ਮੈਂ ਬਿਲਕੁਲ ਨਹੀਂ ਸੀ ਉਦੋਂ ਵੀ ਉਹਨਾਂ ਨੂੰ ਕਿਹਾ ਕਿ ਤੁਸੀਂ ਕਨਵਰਟ ਹੋਵੋ, ਪਰ ਇਹ ਆਪ ਹੀ ਆਪਣੀ ਮਰਜ਼ੀ ਨਾਲ, ਉਹਨਾਂ ਦੇ ਪਿਤਾ ਕਨਵਰਟ ਅਜੇ ਵੀ ਹੋਏ ਨੇ, ਮਸੀਹ ਨੇ, ਪਰ ਉਹ ਬੇਟੀਆਂ ਨੇ ਆਪਣੇ ਨਾਲ ਵਾਪਸ ਕੌਰ ਲਾ ਲਿਆ। ਮੈਂ ਬਿਲਕੁਲ ਉਹਨਾਂ ਨੂੰ ਨਹੀਂ ਸੀ ਕਿਹਾ। ਸਾਡੇ ਕੋਲ 4 ਸਾਲਾਂ ਤੋਂ ਸਾਡੀ ਟਰਸਟ ਹੇਠੋਂ ਲੈ ਰਹੀਆਂ ਨੇ, ਆਪਣੀ ਹੀ ਸੋਚ ਅਨੁਸਾਰ ਉਹਨਾਂ ਨੇ ਆਪਣੇ ਨਾਂ ਦੇ ਅੱਗੋਂ ਮਸੀਹ ਲਾਇਆ। ਖੈਰ, ਮੈਂ ਹੁਣ ਸਿਰਫ 2 ਗੱਲਾਂ ਜਿਹੜੀਆਂ ਕਹੀਆਂ ਸੀ ਜਿਨ੍ਹਾਂ ਤੇ ਮੈਂ ਜ਼ੋਰ ਪਾਣਾ, ਕਿ ਪਹਿਲੀ ਤਾਂ ਕਿਉਂਕਿ ਡਾਕਟਰ ਹਾਂ, ਸੋ ਡਾਇਗਨੋਜ਼ ਕਰ ਲਈਏ ਤਾਂ ਟ੍ਰੀਟਮੈਂਟ ਛੇਤੀ ਲੱਭ ਸਕਾਂਗੇ। ਕਿ ਗੁਰੂ ਨਾਨਕ ਸਾਹਿਬ ਵੇਲੇ ਉਦੋਂ ਚੇਂਜ ਕਿਉਂ ਹੋਏ ਸਨ, ਉਹਨਾਂ ਨਾਲ ਜੁੜੇ ਇਸ ਕਰਕੇ ਸਨ, ਉਹਨਾਂ ਨੂੰ ਲੱਗਿਆ ਸੀ ਕੁਝ ਬੈਟਰ ਚੇਂਜ ਹੈ। ਸਾਨੂੰ ਉਸ ਤਬਦੀਲੀ ਦੇ ਨਾਲ, ਇੱਕ ਸੋਚ ਦੇ ਅਧੀਨ ਸਾਨੂੰ ਸ਼ਾਇਦ ਆਜ਼ਾਦੀ ਮਿਲ ਰਹੀ ਹੈ। ਤੇ ਦੂਸਰੀ ਗੱਲ ਕਿ ਅਸੀਂ ਨੀਵਿਆਂ ਤੋਂ ਅੱਤ ਨੀਵਿਆਂ ਨੂੰ ਕੋਈ ਹੱਥ ਫੜਨ ਵਾਲਾ ਅਗਾਂਹ ਆਇਆ, ਸੋ ਉਹਨਾਂ ਦੀ ਦੁੱਖ ਤਕਲੀਫ ਲਈ ਕੋਈ ਆਵਾਜ਼ ਚੁੱਕਣ ਵਾਲਾ। ਇਹ ਸੀ, ਉਹਨਾਂ ਨੂੰ ਕੋਈ ਫੋਰਸ ਨਹੀਂ ਸੀ ਕਿਸੇ ਨੇ ਕੀਤਾ, ਆਪਣੇ ਆਪ ਮੁਹਾਰੇ ਜੁੜੇ ਸਨ, ਜਿਨ੍ਹਾਂ 'ਚ ਮੁਸਲਮਾਨ ਵੀ ਸਨ ਤੇ ਉਦੋਂ ਹਿੰਦੂ ਵੀ ਸਨ ਜਿਹੜੇ ਇਹਨਾਂ ਦੇ ਨਾਲ ਜੁੜੇ। ਜੇ ਆਪਾਂ ਮੌਜੂਦਾ ਹਾਲਾਤ ਵਿੱਚ ਲੈ ਕੇ ਆਈਏ ਤਾਂ ਇੱਥੇ ਜਿਵੇਂ ਤੁਸੀਂ ਆਪ ਹੀ ਕਹਿਤਾ ਕਿ ਲਾਲਚ ਹੋ ਗਿਆ, ਧੋਖਾ ਦੇ ਦਿੱਤਾ, ਕੋਈ ਦੈਵੀ ਸ਼ਕਤੀਆਂ ਨਾਲ ਇਹਨਾਂ ਨੂੰ ਨਾਲ ਲੈ ਕੇ ਜੋੜਨ ਦੀ ਕੋਸ਼ਿਸ਼ ਕੀਤੀ ਗਈ। ਹੁਣ ਉਹਦੇ ਵਿੱਚ ਜੋ ਮੈਂ ਉਹਨਾਂ ਟੱਬਰਾਂ ਦੇ ਕੋਲ ਗਈ ਸੀ, ਜਿਨ੍ਹਾਂ ਤੋਂ ਮੈਨੂੰ ਉਹਨਾਂ ਨੇ ਦੱਸੀਆਂ ਕਿ ਪ੍ਰੋਬਲਮਸ ਕੀ ਨੇ, ਸਭ ਤੋਂ ਵੱਡੀ ਉਹੀ ਜਿੱਥੋਂ ਸ਼ੁਰੂ ਹੋਏ ਸਨ ਗੁਰੂ ਨਾਨਕ ਸਾਹਿਬ, ਅਸੀਂ ਵਾਪਸ ਉੱਥੇ ਪਹੁੰਚ ਚੁੱਕੇ। ਪਹਿਲੀ, ਕਿ ਉਹ ਕਹਿੰਦੇ ਸਾਨੂੰ ਇਸ ਧਰਮ ਵਿੱਚ ਇੱਜ਼ਤ ਬਿਲਕੁਲ ਨਹੀਂ ਮਿਲਦੀ, ਸਾਨੂੰ ਪਰਾਂ ਧੱਕਿਆ ਜਾਂਦਾ। ਸਾਡੇ ਇੱਥੋਂ ਤੱਕ ਕਿ ਜਦੋਂ ਸਾਡੀ ਕਿਸੇ ਦੀ ਮੌਤ ਵੀ ਹੋ ਜਾਏ ਤਾਂ ਸਾਡੇ ਲਈ ਸ਼ਮਸ਼ਾਨ ਘਾਟ ਵੀ ਵੱਖ ਨੇ। ਸੋ ਅਸੀਂ ਤਾਂ ਦੁਰਕਾਰੇ ਜਾਂਦੇ ਲੋਕਾਂ, ਸਾਡਾ ਹਾਲ ਇਹ ਹੈ ਕਿ ਅਸੀਂ ਗੁਰਦੁਆਰਿਆਂ ਵਿੱਚ ਜਾ ਕੇ ਲੰਗਰ ਵੀ, ਇਹ ਹਕੀਕਤ ਜੇ ਮੈਂ ਉਹੀ ਬੋਲਾਂਗੀ ਜੋ ਇਨ ਬਿਨ ਉਹਨਾਂ ਨੇ ਦੱਸਿਆ, ਕਿ ਜੇ ਲੰਗਰ ਵੀ ਅਸੀਂ ਸੋਚ ਲਈਏ ਨਾ 4 ਦਿਨ ਲਗਾਤਾਰ ਖਾਣ ਜਾਈਏ ਤਾਂ ਉੱਥੋਂ ਵੀ ਸਾਨੂੰ ਫਿਟਕਾਰੇ ਜਾਂਦੇ ਆ ਕਿ ਕੀ ਗੱਲ ਹੈ, ਰੋਜ਼ ਦਿਹਾੜੀ ਮੁਫਤ ਖੋਰੇ ਤੁਸੀਂ ਇੱਥੇ ਆ ਕੇ ਖਾਣ ਲੱਗ ਜਾਂਦੇ ਹੋ। ਕਈਆਂ ਦੇ ਹਾਲਾਤ ਇਹ ਸਨ ਜਿਨ੍ਹਾਂ ਕੋਲ, ਕਿਉਂਕਿ ਇਹ ਕੋਵਿਡ ਦੌਰਾਨ ਵੀ ਸਾਡੇ ਕੋਲ ਖਾਣ ਨੂੰ ਕੁਝ ਨਹੀਂ ਸੀ, ਕਮਾਈਆਂ ਹੈ ਨਹੀਂ ਸੀ, ਛੁੱਟ ਗਏ ਸਾ ਸਭ ਕੁਝ, ਤੇ ਸਾਡੇ ਕੋਲ ਇਹੀ ਸਿੱਖ ਜਥੇਬੰਦੀਆਂ ਚੋਂ ਇੱਕ ਬੰਦਾ ਵੀ ਨਹੀਂ ਪਹੁੰਚਿਆ ਸਾਨੂੰ ਉਦੋਂ ਮਦਦ ਕਰਨ ਲਈ। ਪਿੰਡ ਦੇ ਵਿੱਚ ਇਹੀ ਆਏ ਸਨ ਈਸਾਈ ਧਰਮ ਵਾਲੇ, ਜਿਨ੍ਹਾਂ ਨੇ ਸਾਨੂੰ ਮਹੀਨੇ ਦਾ ਰਾਸ਼ਨ ਵੀ ਦਿੱਤਾ ਸੀ।
ਉਦੋਂ ਇਹੀ ਸਨ ਜਿਨ੍ਹਾਂ ਨੇ ਬਾਂਹ ਫੜ ਕੇ ਸਾਡੀ ਆਨਲਾਈਨ ਪੜ੍ਹਾਈ ਦਾ ਖਰਚਾ ਵੀ ਧੀਆਂ ਦਾ ਚੱਕਿਆ ਸੀ। ਤੇ ਸਾਨੂੰ ਸਭ ਤੋਂ ਵੱਡੀ ਗੱਲ ਕਿ ਸਾਨੂੰ ਇੱਜ਼ਤ ਬਖਸ਼ੀ ਸੀ, ਬਰਾਬਰ ਬਿਠਾਇਆ ਸੀ, ਜਿਸ ਦੇ ਕਿ ਅਸੀਂ ਮਾਣ ਕਰਦੇ ਹਾਂ ਸਿੱਖ ਧਰਮ ਦੇ ਵਿੱਚ ਕਿ ਅਸੀਂ ਸਭ ਇੱਕੋ ਥਾਂ ਤੇ ਪੰਗਤ ਵਿੱਚ ਬਿਠਾ ਲਿਆ, ਊਚ ਨੀਚ ਨੂੰ ਦੂਰ ਕਰ ਦਿੱਤਾ। ਇਸ ਚੀਜ਼ ਤੋਂ ਉਹ ਬੜੇ ਜ਼ਬਰਦਸਤ ਦੁਖੀ ਸਨ ਕਿ ਅਸੀਂ ਮਜਬੂਰ ਹੋ ਕੇ ਅਸੀਂ ਇੱਥੋਂ ਪਰਾਂ ਚੱਲੇ ਹਾਂ, ਕਿ ਸਾਨੂੰ ਤਾਂ ਅੱਜ ਯਾਨੀ ਇਹ ਸੋਚ ਲਈਏ ਕਿ ਉਹ ਜਿਉਂਦਾ ਰੱਬ ਲੱਭ ਰਹੇ ਸਨ, ਕਿ ਕੋਈ ਸਾਡੀ ਦੁੱਖ ਤਕਲੀਫ ਸੁਣ ਲਏ, ਕੋਈ ਸਾਡੀ ਬਾਂਹ ਫੜ ਲਵੇ। ਇਸ ਲੋੜ ਦੇ ਸਮੇਂ ਦੇ ਦੌਰਾਨ ਅਸੀਂ ਕਿਸੇ ਦੇ ਤਾਂ ਕੋਈ ਤਾਂ ਸਾਨੂੰ ਆਸਰਾ ਦੇਣ ਵਾਲਾ ਹੋਵੇ। ਅਜਿਹੇ ਵੀ ਸਨ ਜਿਨ੍ਹਾਂ ਨੇ ਕਿਹਾ ਕਿ ਸਾਡੀ ਛੱਤ ਨਹੀਂ ਸੀ, ਤਾਂ ਇਹਨਾਂ ਨੇ ਹੀ ਸਾਡੀ ਛੱਤ ਪਵਾ ਕੇ ਦਿੱਤੀ। ਅਸੀਂ ਘਰ ਇਸ ਤਰ੍ਹਾਂ ਜਿਨ੍ਹਾਂ ਦੇ ਕੋਲ ਕੋਈ ਵੀ ਰਹਿਣ ਵਾਲਾ ਨਹੀਂ ਸੀ, ਜੁੱਲੀ ਕੁੱਲੀ ਦੇ ਵਿੱਚ ਸਾਂ, ਸਾਨੂੰ ਉਹਨਾਂ ਨੇ ਵੀ ਇੱਕ ਕਮਰਾ ਪਵਾ ਕੇ ਦੇ ਦਿੱਤਾ। ਤੇ ਅਸੀਂ ਕਿਸ ਤਰੀਕੇ ਨਾਲ ਉਹਨਾਂ ਦੀ ਇੱਜ਼ਤ ਕਰੀਏ, ਕਿਸ ਤਰੀਕੇ ਨਾਲ ਉਹਨਾਂ ਦੀ ਕਦਰ ਕਰੀਏ। ਇਹ ਤਾਂ ਸੀ ਉਹਨਾਂ ਦੀ ਕਹੇ ਦੀ ਗੱਲ ਕਿ ਇਹ ਚੀਜ਼ਾਂ ਨੇ ਸਾਨੂੰ ਮਜਬੂਰ ਕਰ ਦਿੱਤਾ ਕਿ ਇੱਕ ਨਹੀਂ, ਦੋ ਨਹੀਂ, ਪੂਰਾ ਪਿੰਡ ਉਸ ਵੱਲ ਨੂੰ ਤੁਰ ਪਿਆ। ਤੇ ਇੱਕ ਪਿੰਡ ਵੀ ਨਹੀਂ, ਕਈ ਪਿੰਡਾਂ ਦੇ ਪਿੰਡ ਉਸ ਪਾਸੇ ਨੂੰ ਹੋ ਤੁਰੇ ਨੇ। ਹੁਣ ਅਸੀਂ ਗੱਲ ਕਰੀਏ ਕਿ ਉਹ ਸਿਰਫ ਇੱਕ ਲਾਲਚ ਖੁਣੋ ਜਾਂ ਸਿਰਫ ਧੋਖੇ ਦੇ ਵਿੱਚ ਲਿਜਾ ਕੇ ਜਾਂ ਸਿਰਫ ਗੈਬੀ ਤਾਕਤਾਂ ਦੇ ਨਾਲ ਉਹ ਇੱਧਰ ਲਿਜਾ ਰਹੇ ਨੇ, ਤਾਂ ਸ਼ਾਇਦ ਅਸੀਂ ਕਿਤੇ ਨਾ ਕਿਤੇ ਗਲਤ ਹੋਵਾਂਗੇ। ਕਿਉਂਕਿ ਅੱਜ ਉਹ ਆਪਣੀ ਮਰਜ਼ੀ ਨਾਲ ਇਹ ਚੁਣ ਕੇ ਬੈਠੇ ਨੇ ਕਿ ਸਾਡੀ ਬਾਂਹ ਫੜਨ ਵਾਲੇ ਇਹ ਸਨ। ਇਹਦਾ ਮਤਲਬ ਜੇ ਅਸੀਂ ਡਾਇਗਨੋਜ਼ ਕਰ ਲਿਆ ਤਾਂ ਕਿੱਥੇ ਕੰਮ ਕਰਨ ਦੀ ਲੋੜ ਹੈ। ਪਹਿਲੀ ਚੀਜ਼ ਕਿ ਸਾਡੇ ਧਰਮ ਦੇ ਵਿੱਚ ਜੋ ਆਧਾਰ, ਜਿਸ ਆਧਾਰ ਤੇ ਸਾਡਾ ਧਰਮ ਬਣਿਆ ਸੀ, ਕਿ ਅਸੀਂ ਪਰਿਪੱਕ ਹਾਂ ਉਹਨਾਂ ਅਸੂਲਾਂ ਤੇ, ਜਾਂ ਅਸੀਂ ਕਿਤੇ ਥਿੜਕ ਗਏ ਹਾਂ ਕਿ ਆਪਣੇ ਧਰਮ ਦੇ ਅਸੀਂ ਆਗੂਆਂ ਨੂੰ ਸਿਰਫ ਕੁਰਸੀ ਤੱਕ ਸੀਮਤ ਹੋਣ ਲਈ ਜ਼ੋਰ ਲਾ ਦਿੱਤਾ ਹੈ, ਜਾਂ ਸਾਡੇ ਸਿਆਸੀ ਆਗੂਆਂ ਨੇ ਧਰਮ ਨੂੰ ਵਰਤਣਾ ਸ਼ੁਰੂ ਕਰ ਦਿੱਤਾ ਕਿ ਧਰਮ ਦੇ ਵਿੱਚ ਉਹ ਅਸਰ ਨਹੀਂ ਰਿਹਾ ਜਿੱਥੇ ਅਸੀਂ ਕਿਉਂਕਿ ਧਿਆਨ ਕਰਿਓ ਗੁਰੂ ਨਾਨਕ ਸਾਹਿਬ ਨਾਲ ਬਹੁਤੇ ਰੱਜੇ ਪੁੱਜੇ ਨਹੀਂ ਸਨ ਜੁੜੇ ਪਹਿਲਾਂ, ਪਰ ਅੱਜ ਰੱਜੇ ਪੁੱਜਿਆਂ ਦਾ ਇੱਕ ਤਰੀਕੇ ਗੁਰੂ ਘਰਾਂ ਦੇ ਉੱਤੇ ਕਬਜ਼ਾ ਹੀ ਹੋ ਚੁੱਕਾ ਹੋਇਆ ਹੈ। ਜਿਸ ਤਰੀਕੇ ਦਾ ਗਿਆਨ ਦੇਣਾ ਸੀ ਧਰਮ ਬਾਰੇ, ਜਾਂ ਜਿਸ ਤਰੀਕੇ ਉਹ ਜਾਦੂ ਟੂਣਿਆਂ ਤੋਂ ਪਰਾਂ ਕਰਕੇ ਜਿਸ ਤਰੀਕੇ ਇੱਕ ਬਹੁਤ ਅਹਿਮ ਗੱਲ ਕਿ ਕਿਰਤ ਦਾ ਜੋ ਸਬਕ ਸਿਖਾਉਣਾ ਸੀ, ਉਸ ਤੋਂ ਅਸੀਂ ਕਿਤੇ ਕੋਹਾਂ ਦੂਰ ਲੈ ਗਏ ਹਾਂ ਇਸ ਧਰਮ ਨੂੰ, ਜਿਹਦੇ ਚਮਕ ਆ ਚੁੱਕੀ ਹੈ ਸੋਨੇ ਦੇ ਵਿੱਚ, ਕਿ ਅਸੀਂ ਸੋਨੇ ਦੇ ਪੱਤਰੇ ਬਣਾ ਦਿਆਂਗੇ ਜਾਂ ਅਸੀਂ ਗੁਰਦੁਆਰਿਆਂ ਦੇ ਵਿੱਚ ਸੰਗਮਰਮਰ ਲਾ ਦਿਆਂਗੇ, ਪਰ ਉੱਥੋਂ ਸਿੱਖੀ ਦੇ ਅਸਲ ਜੋ ਮੂਲ ਸੀ ਉਹ ਗਾਇਬ ਕਰਦੇ ਜਾ ਰਹੇ ਆ। ਕਿੱਥੇ ਗਈਆਂ ਉਹ ਸਿੱਖੀ ਇਕੁਐਲਿਟੀਜ਼, ਕਿੱਥੇ ਵੂਮਨ ਰਾਈਟਸ ਗਏ, ਕਿੱਥੇ ਕਾਸਟ ਸਿਸਟਮ ਗਿਆ, ਕਿੱਥੇ ਰਿਚੁਅਲਸ ਨੂੰ ਅਸੀਂ ਨਾ ਕਰਦੇ ਕਰਦੇ ਅੱਜ ਗੁਰੂ ਘਰਾਂ ਦੇ ਵਿੱਚ ਵਾਪਸ ਕੈਂਡਲ ਮਾਰਚਸ ਸ਼ੁਰੂ ਕਰ ਦਿੱਤੇ ਨੇ। ਵਾਪਸ ਅਸੀਂ ਉਸੇ ਹੀ ਤਰ੍ਹਾਂ ਜੋ ਜਿਨ੍ਹਾਂ ਪਖੰਡਾਂ ਤੋਂ ਪਰਾਂ ਕੀਤਾ ਸੀ ਉਹਨਾਂ ਪਖੰਡਾਂ ਤੱਕ ਸੀਮਤ ਹੋ ਗਏ ਆ। ਗੱਲ ਜੇ ਤੁਰਦੀ ਹੈ ਅੱਜ ਵੀ ਕਿ ਉਹਨਾਂ ਨੂੰ ਵਾਪਸ ਕਿਵੇਂ ਲਿਆਉਣਾ, ਬੜੀ ਸਿੰਪਲ ਜੀ ਗੱਲ ਹੈ ਕਿ ਯੂਥ ਦੀ ਜੋ ਜਜ਼ਬਾ ਹੁੰਦਾ ਜੇ, ਕਿਉਂਕਿ ਸਾਡੇ ਗੁਰੂ ਸਾਹਿਬ ਤੋਂ ਤੁਰਿਆ ਸੀ ਇੱਕ ਜਜ਼ਬਾ ਕੁਰਬਾਨੀ ਦਾ ਇੱਕ ਸਾਈਡ ਤੇ, ਤਾਂ ਦੂਜੀ ਸਾਈਡ ਤੇ ਸੀ ਦੂਜਿਆਂ ਦੀ ਰੱਖਿਆ ਕਰਨ ਦਾ, ਦੂਜਿਆਂ ਲਈ ਆਪਾ ਵਾਰ ਦੇਣ ਦਾ। ਉਹਦੇ ਵਿੱਚ ਭੁੱਖਿਆਂ ਨੂੰ ਰਜਾਉਣ ਦੀ ਗੱਲ ਸੀ, ਨਾ ਕਿ ਰੱਜਿਆਂ ਨੂੰ ਰਜਾਉਣ ਦੀ ਕਿ ਸੜਕਾਂ ਤੇ ਅਸੀਂ ਲੰਗਰ ਤਾਂ ਲਗਾ ਦਿੰਨੇ ਆ। ਪਰ ਇਹੋ ਜਿਹੇ ਲੋੜਵੰਦਾਂ ਨੂੰ, ਜਦੋਂ ਕਿ ਸਖਤ ਲੋੜ ਸੀ ਕੋਵਿਡ ਦੌਰਾਨ ਵੀ, ਇਹਨਾਂ ਨੂੰ ਅਸੀਂ 1 ਮਹੀਨੇ ਦਾ ਜਾਂ ਕਹਿ ਲਓ ਕਿ 2 ਕਿੱਲੋ ਦਾਲ ਜਾਂ 2 ਕਿੱਲੋ ਚੌਲ ਵੀ ਨਹੀਂ ਦੇ ਸਕੇ, ਤੇ ਫਿਰ ਅਸੀਂ ਕਹਿੰਦੇ ਆ ਕਿ ਉਹ ਜਾਣ ਬੁੱਝ ਕੇ ਲਾਲਚ ਦੀਨ ਉੱਧਰ ਜਾ ਰਹੇ ਨੇ। ਕੋਈ ਬੰਦਾ ਇਸ ਹੱਦ ਤੱਕ ਮਜਬੂਰ ਹੋ ਜਾਏ ਕਿ ਪੇਟ ਪੱਖੋਂ ਕਿ ਕੁਝ ਖਾਣ ਨੂੰ ਵੀ ਨਹੀਂ ਅਗਲੇ ਵੇਲੇ, ਤਾਂ ਕਿਸ ਪਾਸੇ ਵੱਲ ਮੂੰਹ ਕਰੇਗਾ। ਜਿਹਨੂੰ 4 ਦਿਨਾਂ ਦੇ ਖਾਣੇ ਬਾਅਦ ਸਾਡੇ ਗੁਰੂ ਘਰਾਂ ਚੋਂ ਇਹ ਕਹਿ ਦਿੱਤਾ ਜਾਏ ਕਿ ਤੁਸੀਂ ਕਿਉਂ ਇੱਥੇ ਆ ਕੇ ਬਹਿ ਗਏ ਹੋ ਵਾਰ-ਵਾਰ ਵਿਹਲੜ ਖਾਣ ਨੂੰ, ਇਹੋ ਜਿਹੀ ਸ਼ਬਦਾਵਲੀ ਕੀ ਗੁਰੂ ਘਰਾਂ ਚੋਂ ਕਹੀ ਜਾਣੀ ਸੋਭਦੀ ਏ ਸਾਨੂੰ। ਫਿਰ ਦੂਸਰੀ ਗੱਲ ਜੋ ਯੂਥ ਦੀ એનર્ਜੀ ਚੈਨਲਾਈਜ਼ ਕਰਨ ਵਾਲੀ ਗੱਲ ਸੀ, ਉਹ ਜਜ਼ਬਾ ਜਿਹੜਾ ਅਸਲ ਕਿਸੇ ਵੀ ਧਰਮ ਨੂੰ ਅਗਾਂਹ ਤੋਰਨ ਲਈ ਸਹਾਈ ਹੁੰਦਾ ਜੇ, ਉਹ ਜਜ਼ਬਾ ਕਿਤੇ ਖਿੰਡ ਪੁੰਡ ਗਿਆ ਏ। ਕਿਉਂਕਿ ਤੁਹਾਡੇ ਸਾਹਮਣੇ ਇੱਕ ਸਿਰਫ ਮੈਂ ਐਗਜ਼ਾਮਪਲ ਦੇ ਦਿੰਨੀ ਆ ਕਿ ਹੁਣੇ ਦੀਪ ਸਿੱਧੂ ਜੀ ਦੀ ਮੌਤ ਵੇਲੇ ਕਿਉਂ ਇਕੱਠੇ ਹੋਏ ਸਨ, ਕਿਉਂਕਿ ਇਹਨਾਂ ਨੂੰ ਚੈਨਲਾਈਜ਼ ਕਰਨ ਵਾਲਾ ਕੋਈ ਨਹੀਂ, ਇਹਨਾਂ ਨੂੰ ਆਗੂ ਨਹੀਂ ਦਿਸਦਾ ਕਿ ਸਾਨੂੰ ਕਿਤੇ ਰਾਹੇ ਪਾ ਦਿਓ, ਅਸੀਂ ਕੁਰਾਹੇ ਪਈ ਜਾਂਦੇ ਆ, ਸਾਨੂੰ ਨਸ਼ਿਆਂ ਵੱਲ ਧੱਕ ਦਿੱਤਾ ਗਿਆ, ਕੋਈ ਬਾਂਹ ਤਾਂ ਫੜਾਓ ਜਿੱਥੋਂ ਕੱਢੀਏ ਕਿ ਅਸੀਂ ਵਾਪਸ ਆਪਣੀ ਉਹੀ ਅਣਖ ਆਪਣੀ ਵਾਪਸ ਲੈ ਸਕੀਏ। ਸੋ ਇਹਦਾ ਮਤਲਬ ਹੈ, ਇੱਕ ਧਿਆਨ ਕਰਿਓ ਬਹੁਤ ਅਹਿਮ ਮੁੱਦਾ ਜੇ, CMC ਸਾਡੇ ਇਸ ਵੇਲੇ ਜੇ, ਜਾਂ ਇੱਕ ਜੋ DAV ਸਕੂਲਸ ਨੇ, ਦੋਨਾਂ ਦੀ ਬਹੁਤ ਅਹਿਮ ਭੂਮਿਕਾ ਜੋ ਇਸ ਵੇਲੇ ਪੰਜਾਬ ਵਿੱਚ ਨਾਟ ਓਨਲੀ ਆਪਾਂ ਕ੍ਰਿਸਚੀਅਨਿਟੀ, ਹਿੰਦੂਇਜ਼ਮ ਵੱਲ ਕਿਵੇਂ ਸਾਡੇ ਸਿੱਖ ਤੁਰਦੇ ਜਾ ਰਹੇ ਨੇ। ਸਾਡਾ ਇੱਕ CMC ਹਸਪੀਟਲ ਜੇ ਮੈਡੀਕਲ ਕਾਲਜ, ਉਹਦੇ ਅਧੀਨ
ਇਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਾਡੇ ਕੋਲ ਜਿੰਨੇ ਵੀ ਆਣਗੇ ਕੋਈ ਗਰੀਬ ਬੱਚੇ ਜਿਹੜੇ ਕ੍ਰਿਸਚੀਅਨਿਟੀ ਨਾਲ ਜੁੜੇ ਹੋਣਗੇ, ਉਸ ਧਰਮ ਨੂੰ ਮੰਨਦੇ ਹੋਣਗੇ, ਕ੍ਰਿਸਚੀਅਨਿਟੀ ਨੂੰ, ਉਹਨਾਂ ਨੂੰ ਅਸੀਂ ਮੁਫਤ ਵੀ ਪੜ੍ਹਾ ਦਿਆਂਗੇ। ਉਹ ਮੈਡੀਕਲ ਦੀ ਐਜੂਕੇਸ਼ਨ ਦੀ ਤੁਹਾਨੂੰ ਮੈਂ ਗੱਲ ਕਰ ਰਹੀ ਹਾਂ, ਜਿੱਥੇ ਸਾਡੇ ਇਸ ਵੇਲੇ ਜੇ ਅਸੀਂ ਆਪਣੇ ਸ੍ਰੀ ਗੁਰੂ ਰਾਮਦਾਸ ਜੀ ਦੇ ਮੈਡੀਕਲ ਕਾਲਜ ਜੋ ਖੋਲਿਆ, ਜਿੱਥੇ ਅਸੀਂ ਉਹਨਾਂ ਨੂੰ ਕਰੋੜ ਰੁਪਇਆ ਲੈਂਦੇ ਹਾਂ ਮਹੀਨੇ ਦਾ, ਉੱਥੇ CMC ਫ੍ਰੀ ਪੜ੍ਹਾਉਂਦੀ ਹੈ ਉਹਨਾਂ ਦੇ ਵਿਦਿਆਰਥੀ ਗਰੀਬਾਂ ਨੂੰ ਕਿ ਆਓ ਡਾਕਟਰ ਬਣੋ, ਤੁਸੀਂ ਲਾਇਕ ਹੋ। ਪਰ ਵੱਡੀ ਗੱਲ ਇਹ ਕਿ ਤੁਸੀਂ ਉੱਥੇ ਸਿਰਫ ਇੱਕ ਕ੍ਰਿਸਚੀਅਨਿਟੀ ਨੂੰ ਅਪਣਾਉਣਾ, ਕੁਝ ਵੀ ਨਹੀਂ ਹੋਰ ਕਰਨਾ। ਦੂਜੀ ਗੱਲ, ਇਲਾਜ ਕਰਾਉਣਾ, ਜੇ ਤੁਹਾਡੇ ਸਟੈਂਟ ਪੈਣਾ, ਤੁਹਾਡੀ ਕਾਰਡਿਕ ਸਰਜਰੀ ਹੋਣੀ ਹੈ, ਮੇਜਰ ਸਰਜਰੀ ਹੋਣੀ ਹੈ, ਕੈਂਸਰ ਟ੍ਰੀਟਮੈਂਟ ਹੋਣੀ ਹੈ, ਜੀ ਸਦਕੇ ਆਓ, ਟੋਟਲ ਫ੍ਰੀ ਜੇ, 1 ਰੁਪਇਆ ਵੀ ਨਹੀਂ ਦੇਣਾ, ਸਿਰਫ ਕ੍ਰਿਸਚੀਅਨਿਟੀ ਅਪਣਾ ਲਓ। ਮੈਨੂੰ ਦੱਸੋ ਕਿ ਅਸੀਂ ਉਹਨਾਂ ਨੂੰ ਮੁਕਾਬਲੇ 'ਚ ਦੇ ਕੀ ਰਹੇ ਹਾਂ? DAV ਸਕੂਲ 'ਚ ਜਾਓ, ਕਹਿੰਦੇ ਨੇ ਸਨਾਤਨ ਧਰਮ ਮਨਾਓ, ਅਪਣਾਓ, ਆ ਜਾਓ, ਫ੍ਰੀ ਪੜ੍ਹਾਈ ਕਰੋ, ਜਿੰਨੀ ਮਰਜ਼ੀ ਇੰਟਰਨੈਸ਼ਨਲ ਲੈਵਲ ਦੀ ਪੜ੍ਹਾਈ ਤੁਹਾਨੂੰ ਫ੍ਰੀ ਜੇ। ਸਾਡੇ ਖਾਲਸਾ ਕਾਲਜ, ਖਾਲਸਾ ਜਿਹੜੇ ਸਕੂਲ ਨੇ, ਕਿੱਥੇ ਸੁਰਜੀਤ ਹੋਣੇ ਨੇ? ਕੌਣ ਨੇ ਜਿਹੜੇ ਇਸ ਚੀਜ਼ ਤੇ ਕਹਿ ਸਕਣ ਛਾਤੀ ਤੇ ਹੱਥ ਰੱਖ ਕੇ ਕਿ ਅਸੀਂ ਫ੍ਰੀ ਪੜ੍ਹਾਉਂਦੇ ਹਾਂ? ਜਿਸ ਮਰਜ਼ੀ ਪੱਧਰ ਉੱਤੇ ਚਲੇ ਜਾਓ, ਉੱਥੇ ਭਾਵੇਂ ਖਾਲਸਾ ਕਾਲਜ, ਭਾਵੇਂ ਉਹ ਖਾਲਸਾ ਸਕੂਲ ਨੇ, ਉਹਨਾਂ ਦੀ ਹੋਂਦ ਕਿੱਥੇ ਜੇ? ਕਿੰਨੇ ਅਸੀਂ ਕਹਿ ਸਕਦੇ ਹਾਂ ਫ੍ਰੀ ਪੜ੍ਹੇ ਨੇ? ਸੈਕਿੰਡ, ਕਿੰਨੇ ਨੇ ਜਿੱਥੇ ਸਿੱਖ ਮਾਰਸ਼ਲ ਆਰਟ ਅਸੀਂ ਗੇਮ ਸਿਖਾ ਰਹੇ ਹੋਈਏ ਫ੍ਰੀ? ਕਿੱਥੇ ਜੇ ਜਿੱਥੇ ਅਸੀਂ ਗੁਰਮਤ ਸੰਗੀਤ ਦੀ ਕਹੀਏ ਜੀ ਵੱਡੇ ਪੱਧਰ ਤੇ ਕੋਈ ਪ੍ਰਤੀਯੋਗਤਾ ਰੱਖਾਂਗੇ, ਫ੍ਰੀ ਦਵਾਂਗੇ, ਤੁਹਾਨੂੰ ਇੱਥੋਂ ਐਜੂਕੇਸ਼ਨ ਲੈ ਸਕਦੇ ਹੋ? ਐਂਡ ਕਿੱਥੇ ਜੇ ਜਿੱਥੇ ਅਸੀਂ ਕਹਿ ਸਕੀਏ ਕਿ ਤੁਹਾਡੀ ਟ੍ਰੀਟਮੈਂਟ ਲੋੜ ਪੈਣ ਤੇ ਅਸੀਂ ਫ੍ਰੀ ਦੇ ਸਕਦੇ ਹਾਂ? ਨਾ ਅਸੀਂ ਐਜੂਕੇਸ਼ਨ ਦੇ ਰਹੇ ਹਾਂ, ਨਾ ਉਹਨਾਂ ਨੂੰ ਅਸੀਂ ਟ੍ਰੀਟਮੈਂਟ ਦੇ ਰਹੇ ਹਾਂ, ਨਾ ਕੋਈ ਆਪਣੇ ਧਰਮ ਪ੍ਰਤੀ ਜਾਣਕਾਰੀ ਮੁਫਤ ਉਹਨਾਂ ਦੀ ਜ਼ਬਾਨ ਵਿੱਚ ਦੇ ਰਹੇ ਹਾਂ, ਨਾ ਸਾਡੇ SGPC ਵੱਲੋਂ ਇੰਨੀ ਵੱਡੀ ਪੱਧਰ ਤੇ, ਪਿੰਡ ਪੱਧਰ ਤੇ ਜਾ ਕੇ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਕਿਸ ਤਰੀਕੇ ਇਹ ਧਰਮ ਬਣਿਆ ਸੀ, ਕੀ ਇਹਦਾ ਇਤਿਹਾਸ ਸੀ, ਕੀ ਸਾਡਾ ਸੱਭਿਆਚਾਰ ਸੀ, ਕਿਉਂ ਅਸੀਂ ਇਸ ਪਾਸੇ ਜੁੜੇ ਰਹਿਣਾ। ਕਿਉਂ ਨਹੀਂ ਅੱਜ ਸਾਡੀ ਬੀਬੀ ਧਰਮ ਕੌਰ ਵਰਗੀਆਂ ਖੜੀਆਂ ਹੋ ਜਾਂਦੀਆਂ, ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਦੇ ਮੂੰਹ ਤੋੜ ਜਵਾਬ ਦੇ ਸਕਦੀਆਂ ਸੀ? ਕਿਉਂਕਿ ਅਸੀਂ ਔਰਤਾਂ ਨੂੰ ਬਾਹਰ ਨਿਕਲਣ ਜੋਗੇ ਛੱਡਿਆ ਹੀ ਨਹੀਂ। ਅਸੀਂ ਉਹਨਾਂ ਨੂੰ ਸਿਰਫ ਸੀਮਤ ਕਰ ਦਿੱਤਾ, ਘਰਾਂ ਦੇ ਵਿੱਚ ਉਹਨਾਂ ਨੂੰ ਹੱਕਾਂ ਤੋਂ ਮਹਿਰੂਮ ਕਰ ਦਿੱਤਾ ਹੈ। ਇਹ ਸਾਰੀਆਂ ਚੀਜ਼ਾਂ ਦੀ ਲੋੜ ਸੀ ਕਿ ਚੈਨਲਾਈਜ਼ ਕਰਦੇ। ਸਾਡਾ ਸਿਸਟਮ ਜੋ ਸਿੱਖ ਇਤਿਹਾਸ ਦਾ ਸੀ, ਜਿਵੇਂ ਮੰਜੀਆਂ ਥਾਪੀਆਂ ਗਈਆਂ ਸੀ, ਤਾਂ ਕਾਬੁਲ ਤੋਂ ਆਈ ਬੀਬੀ ਵੀ ਤਿਆਰ ਸੀ ਕਿ ਮੈਂ ਉਹਨੂੰ ਮੰਜੀ ਤਾਂ ਦਿੱਤੀ ਗਈ ਸੀ ਕਿ ਉਹ ਆਪਣੀ ਮਰਜ਼ੀ ਨਾਲ ਆ ਕੇ ਸਿੱਖ ਧਰਮ ਬਾਰੇ ਜਾਗ੍ਰਿਤੀ ਕਰ ਰਹੀ ਸੀ। ਅੱਜ ਕਿਉਂ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਮਹਿਰੂਮ ਆ? ਕਿੱਥੇ ਕਿੱਥੇ ਕਮੀਆਂ ਰਹਿ ਗਈਆਂ? ਮੇਰਾ ਖਿਆਲ ਜੇ ਇਸ ਪਾਸੇ ਨਜ਼ਰ ਪਾ ਲਈਏ ਤਾਂ ਜੇ ਇੱਕ ਕੁੜੀ, ਜਿਵੇਂ ਮੈਂ ਦੱਸ ਰਹੀ ਹਾਂ, ਮੇਰੇ ਹੀ ਥੱਲੇ ਜੋ ਪੜ ਰਹੀ ਹੈ ਟਰਸਟ 'ਚ, ਵਾਪਸ ਆ ਗਈ ਕਿ ਬਿਨਾਂ ਕਿਸੇ ਲੋੜ ਦੇ ਮਦਦ ਕਰਨ ਨੂੰ ਤਿਆਰ ਨੇ, ਤਾਂ ਇਹ ਸਾਰੇ ਇੰਝ ਹੀ ਵਾਪਸ ਆਣਗੇ ਜੇ ਅਸੀਂ ਸਮਝ ਸਕੀਏ ਇਹਨਾਂ ਦੀਆਂ ਲੋੜਾਂ ਨੂੰ, ਪਿਆਰ ਤੇ ਮੁਹੱਬਤ ਨਾਲ ਇਹਨਾਂ ਨੂੰ ਪੇਸ਼ ਆਈਏ ਤੇ ਉਹੀ ਕੁਝ ਦਈਏ ਜੋ ਉਹਨਾਂ ਦੀ ਲੋੜ ਹੈ, ਤਾਂ ਯਕੀਨਨ ਉਹ ਸਾਡੇ ਨਾਲ ਵਾਪਸ ਜੁੜ ਸਕਣਗੇ। ਬਹੁਤ ਧੰਨਵਾਦ। ਧੰਨਵਾਦ ਮੈਡਮ ਹਰਸ਼ਿੰਦਰ ਕੌਰ ਜੀ ਦਾ। ਤੁਸੀਂ ਜੋ ਸਿੱਖੀ ਸਮਾਜ ਜੋ ਆਪਣੇ ਮੂਲ ਅਸੂਲਾਂ ਤੋਂ ਜੋ ਭਟਕ ਰਿਹਾ, ਉਹਨੂੰ ਬੜੀ ਬਖੂਬੀ ਸ਼ਬਦਾਂ ਵਿੱਚ ਬਿਆਨ ਕੀਤਾ ਕਿ ਸਾਡਾ ਜਿਹੜਾ ਸਿਧਾਂਤ ਹੈ ਉਹ ਜਾਤ ਪਾਤ ਤੋਂ ਰਹਿਤ ਹੈ, ਉਹ ਨੀਵੀਆਂ ਦੇ ਨਾਲ ਖੜੇ ਹੋਣ ਵਾਲਾ ਹੈ, ਤੇ ਅੱਜ ਅਸੀਂ ਬੜੇ ਵੱਡੇ ਪੱਧਰ ਤੇ ਉਸ ਤੋਂ ਖੁਸ਼ ਰਹੇ ਹਾਂ, ਔਰ ਜਿਸ ਦਾ ਕਿ ਦੂਸਰੇ ਜੋ ਨੇ ਉਹ ਫਾਇਦਾ ਚੁੱਕ ਰਹੇ ਨੇ। ਤੇ ਮੈਂ ਅਗਲੇ ਉਸ ਤੋਂ ਬਾਅਦ ਇਨਵਾਈਟ ਕਰਨਾ ਚਾਹੂੰਗਾ ਸਰਦਾਰ ਰਸ਼ਪਾਲ ਸਿੰਘ ਜੀ ਢੀਂਡਸਾ ਤੋਂ, ਜੋ ਕੈਲੀਫੋਰਨੀਆ ਤੋਂ ਨੇ। ਇਹ ਯੂਨਾਈਟਿਡ ਸਿੱਖ ਮਿਸ਼ਨ ਦੇ ਹੈਗੇ ਨੇ ਚੇਅਰਮੈਨ, ਔਰ ਦੂਸਰਾ ਪਿੱਛੇ ਲੰਗਰ ਜਿਹੜਾ ਕਰੋਨਾ ਪੈਂਡੇਮਿਕ ਵਿੱਚ US ਦੇ ਵਿੱਚ ਇੱਕ ਵੱਖ-ਵੱਖ ਗੁਰਦੁਆਰਿਆਂ ਵਿੱਚ ਲੰਗਰ ਸੇਵਾ, ਉਹਦੇ 'ਚ ਇਹਨਾਂ ਨੇ ਬੜਾ ਵੱਡਾ ਯੋਗਦਾਨ ਪਾਇਆ। ਔਰ ਫਿਰ ਪੰਜਾਬ ਦੇ ਵਿੱਚ ਫ੍ਰੀ ਆਈ ਕੈਂਪ ਜਿਹੜਾ ਇਹ ਲਗਾਉਂਦੇ ਨੇ, ਇਹਨਾਂ ਦੀ ਸੰਸਥਾ ਯੂਨਾਈਟਿਡ ਸਿੱਖ ਮਿਸ਼ਨ ਦੀ, ਜਿਹਦੇ 'ਚ ਹਜ਼ਾਰਾਂ ਲੋਕਾਂ ਨੇ ਬੈਨੀਫਿਟ ਪਾਇਆ। ਤੇ ਜਦੋਂ ਤੁਸੀਂ ਰਸ਼ਪਾਲ ਸਿੰਘ ਜੀ ਆਪਣੀ ਗੱਲ ਦੱਸੋ ਤਾਂ ਇੱਥੇ ਇਹ ਵੀ ਕਰਨਾ ਕਿ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਇਹੋ ਜਿਹੇ ਕਈ ਕਾਰਜ ਹੋਰ ਹੁੰਦੇ ਨੇ ਸਿੱਖ ਸੰਸਥਾਵਾਂ ਵੱਲੋਂ, ਜਿਵੇਂ ਤੁਸੀਂ ਕਰ ਰਹੇ ਹੋ ਫ੍ਰੀ ਆਈ ਕੈਂਪ, ਤੇ ਦੂਜੇ ਪਾਸੇ ਵੀ ਇਹ ਕੰਮ ਹੁੰਦੇ ਨੇ, ਪਰ ਉੱਥੇ ਕਹਿੰਦੇ ਨੇ ਉਹਨੂੰ ਕਲੀਅਰਲੀ ਧਰਮ ਦੇ ਨਾਲ ਜੋੜਦੇ ਨੇ। ਕਿਤੇ ਇਹ ਵੀ ਸਾਡੀ ਕਮਜ਼ੋਰੀ ਹੀ ਤਾਂ ਨਹੀਂ ਕਿ ਅਸੀਂ ਕਹਿ ਰਹੇ ਹਾਂ ਕਿ ਵੀ ਅਸੀਂ ਸੇਵਾ ਕਰਨੀ ਹੈ, ਅੱਖਾਂ ਦੇ ਕੈਂਪ ਲਗਾਉਣੇ ਨੇ, ਲੰਗਰ ਲਗਾਉਣੇ ਨੇ, ਸਭ ਕੁਝ ਕਰਨਾ ਹੈ, ਪਰ ਅਸੀਂ ਕਿਸੇ ਨੂੰ ਇਹ ਨਹੀਂ ਕਹਿਣਾ ਕਿ ਤੁਸੀਂ ਸਾਡੇ ਵੱਲ ਬੇਸ਼ੱਕ ਨਾ ਆਓ।
ਤੇ ਹੁਣੇ ਕਿਤੇ ਸਾਡੀ ਇਹ ਜਿਹੜੀ ਖੁੱਲ੍ਹਦਿਲੀ ਕਮਜ਼ੋਰੀ ਤਾਂ ਨਹੀਂ ਬਣ ਰਹੀ, ਇਹਦੇ ਉੱਤੇ ਵੀ ਥੋੜਾ ਜਿਹਾ ਜ਼ਰੂਰ ਚਾਨਣ ਪਾਣਾ। ਤੇ ਓਵਰ ਟੂ ਸਰਦਾਰ ਰਛਪਾਲ ਸਿੰਘ ਜੀ ਢੀਂਡਸਾ। Gurpreet Singh ji, I don't see him ਓਕੇ, logged in. ठीक है, चलो ठीक है। तो कोई गल ठीक है, मैं नेक्स्ट स्पीकर ते जाना ते जो ज्वाइन करनगे then we will let him know। पर ਮੇਰੇ ਕਹਿਣ ਦਾ ਮਤਲਬ ਕਿ ਕਾਫੀ ਕੰਮ ਜਿਹੜੇ ਨੇ ਉਹ ਹੋ ਰਹੇ ਨੇ, ਪਰ ਸਿੱਖ ਸੰਸਥਾਵਾਂ ਵਿੱਚ ਸਾਡੇ ਵਿੱਚ ਇੱਕ ਭਾਵਨਾ ਹੈਗੀ ਕਿ ਕਿਸੇ ਨੂੰ ਅਸੀਂ ਕਹਿੰਦੇ ਨਹੀਂ ਆ ਕਿ ਆਓ ਸਾਡੇ ਵੱਲ ਆਓ। ਤੇ ਨੈਕਸਟ ਸਪੀਕਰ ਜਿਹੜੇ ਨੇ ਸਰਦਾਰ ਬਲਵਿੰਦਰ ਸਿੰਘ ਜੀ ਸਾਗਰ ਮੋਹਾਲੀ ਤੋਂ। ਇਹ ਰਿਟਾਇਰਡ ਚੀਫ ਮੈਨੇਜਰ ਨੇ ਪੰਜਾਬ ਸਿੰਧ ਬੈਂਕ ਤੋਂ। ਤੇ ਰਿਟਾਇਰਮੈਂਟ ਤੋਂ ਬਾਅਦ ਹੁਣ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਇੱਕੋ ਏਮ ਰੱਖ ਲਿਆ ਕਿ ਪ੍ਰਚਾਰ ਪ੍ਰਸਾਰ ਸਿੱਖੀ ਦਾ ਉਸ ਦੇ ਵੱਲ ਲੱਗਣਾ ਹੈ। ਇਹ ਗੁਰਬਾਣੀ ਕੀਰਤਨ ਕਰ ਰਹੇ ਨੇ 1970 ਤੋਂ। ਇਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਫਾਊਂਡਰ ਮੈਂਬਰ ਨੇ, ਗੁਰਮਤਿ ਪ੍ਰਚਾਰ ਸੁਸਾਇਟੀ ਲੁਧਿਆਣਾ ਦੇ ਫਾਊਂਡਰ ਮੈਂਬਰ ਨੇ। ਇਹ ਪ੍ਰੈਜ਼ੀਡੈਂਟ ਨੇ ਕਲਾ ਮੰਚ ਪੰਜਾਬ ਦੇ, ਔਰ ਪ੍ਰੈਜ਼ੀਡੈਂਟ ਨੇ ਗੁਰੂ ਨਾਨਕ ਸੇਵਾ ਮਿਸ਼ਨ ਮੋਹਾਲੀ ਦੇ। ਔਰ ਦੂਸਰਾ ਇਹ ਆਪ ਕੀਰਤਨ ਕਰਦੇ ਨੇ, ਲੈਕਚਰ ਕਰਦੇ ਨੇ, ਬੱਚਿਆਂ ਦੇ ਨਾਲ ਜੁੜਦੇ ਨੇ, ਉਹਨਾਂ ਨੂੰ ਗੁਰਬਾਣੀ ਨਾਲ ਜੋੜਦੇ ਨੇ, ਔਰ ਗਲੋਬਲ ਸਿੱਖ ਕੌਂਸਲ ਦੇ ਵੀ ਬੋਰਡ ਆਫ ਡਾਇਰੈਕਟਰ ਨੇ। ਤੇ ਮੈਂ ਗੁਜ਼ਾਰਿਸ਼ ਕਰਾਂਗਾ ਸਰਦਾਰ ਬਲਵਿੰਦਰ ਸਿੰਘ ਜੀ ਸਾਗਰ ਨੂੰ ਤੁਸੀਂ 10 ਮਿੰਟ ਵਾਸਤੇ ਆਪਣੇ ਵਿਚਾਰ ਸਾਂਝੇ ਕਰੋ ਜੀ। ਬਹੁਤ ਬਹੁਤ ਧੰਨਵਾਦ ਵੀਰ ਜੀਓ। ਮੈਂ ਇਸ ਕਾਬਿਲ ਨਹੀਂ ਜਿੰਨੀ ਤਾਰੀਫ ਤੁਸੀਂ ਮੇਰੀ ਕੀਤੀ ਹੈ। ਪਹਿਲਾਂ ਅਤੀ ਸਤਿਕਾਰ ਨਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਆਵਾਜ਼ ਆ ਰਹੀ ਗੁਰਪ੍ਰੀਤ ਸਿੰਘ ਜੀ? ਹਾਂਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਆਵਾਜ਼ ਆ ਰਹੀ ਜੀ। ਤਾਂ ਮੈਂ ਬੇਨਤੀ ਕਰਾਂ, ਮੈਂ ਥੋੜਾ ਜਿਹਾ, ਕਿਉਂਕਿ ਸਾਡੇ ਚ ਯੰਗਸਟਰਸ ਵੀ ਨੇ, ਮੈਂ ਥੋੜਾ ਜਿਹਾ ਪਿੱਛੇ ਨੂੰ ਜਾਵਾਂਗਾ। ਭੈਣ ਜੀ ਨੇ ਬਹੁਤ ਸੋਹਣਾ ਦੱਸਿਆ, ਡਾਕਟਰ ਸਾਹਿਬਾਂ ਨੇ, ਕਾਰਨ ਉਹਨਾਂ ਨੇ ਬਿਲਕੁਲ ਸਹੀ ਦੱਸੇ ਨੇ। ਉਹਦੇ ਵਿੱਚ ਮੈਂ ਰਿਪੀਟ ਨਹੀਂ ਕਰਾਂਗਾ, ਐਡੀਸ਼ਨ ਕਰਾਂਗਾ। ਸਾਡਾ ਇੱਕ ਗੋਲਡਨ ਸਮਾਂ ਸੀ 1920 ਚ, ਜਦੋਂ ਅਸੀਂ ਸਰਕਾਰ ਤੋਂ ਚਾਬੀਆਂ ਲਈਆਂ ਗਰਦਨ ਤੇ ਗੋਡਾ ਰੱਖ ਕੇ ਪੰਜਾਬੀ ਚ। ਉਹ ਸਾਡਾ ਗੋਲਡਨ ਪੀਰੀਅਡ ਸੀ। ਉਹਦਾ ਪਿਛੋਕੜ ਸੀ ਸਿੰਘ ਸਭਾ ਲਹਿਰ। ਉਹ ਸਿੰਘ ਸਭਾ ਲਹਿਰ ਜਦੋਂ ਚੱਲੀ, ਇਨ ਬਿਟਵੀਨ 20 ਸਾਲ ਚ ਦੇਸ਼ ਆਜ਼ਾਦ ਹੋ ਗਿਆ, SGPC ਬਣ ਗਈ, ਗੁਰਦੁਆਰਾ ਐਕਟ ਬਣ ਗਿਆ। ਕੁਝ ਲੋਕਾਂ ਨੂੰ ਇਹ ਆਜ਼ਾਦ ਭਾਰਤ ਚ ਹਜ਼ਮ ਨਹੀਂ ਹੋਇਆ ਕਿ ਸਿੱਖਾਂ ਨੇ ਇਹ ਕੀ ਕਰ ਲਿਆ। ਸਿੱਖ ਆਰਗੇਨਾਈਜ਼ ਹੋ ਗਏ ਤਾਂ ਸ਼ਾਇਦ ਸਾਡੇ ਲਈ ਖਤਰਾ ਬਣ ਜਾਣ। ਉਹਨਾਂ ਨੇ ਇੱਕ ਵਿਉਂਤ ਵੱਢੀ ਕਿ ਸਿੱਖਾਂ ਨੂੰ ਕਮਜ਼ੋਰ ਕਿਵੇਂ ਕੀਤਾ ਜਾਏ। ਮੈਨੂੰ ਇਹ ਕੋਈ ਕਹਿਣ ਚ ਗੁਰੇਜ਼ ਨਹੀਂ ਕਿ ਇਹ ਚ ਸਰਕਾਰ ਦਾ ਬਹੁਤ ਵੱਡਾ ਹੱਥ ਸੀ। ਉਹਨਾਂ ਨੇ ਕੀ ਕੀਤਾ ਕਿ ਗੁਰਦੁਆਰਿਆਂ ਦੇ ਅਗੇਂਸਟ, ਪ੍ਰਚਾਰਕਾਂ ਦੇ ਅਗੇਂਸਟ ਡੇਰੇ ਖੜੇ ਕਰਤੇ। ਹੁਣ ਸਵਾਲ ਸੀ ਕਿ ਉਹ ਡੇਰੇ ਕਿਵੇਂ ਚੱਲਣ। ਮੁਫਤ ਜ਼ਮੀਨਾਂ, ਮੁਫਤ ਪੈਸਾ, ਮੁਫਤ ਰਿਸੋਰਸਿਸ, ਮੁਫਤ ਪ੍ਰੋਟੈਕਸ਼ਨ ਦੇ ਕੇ ਉਹਨਾਂ ਨੂੰ ਫੀਲਡ 'ਚ ਲਿਆਂਦਾ ਗਿਆ। ਗਲਤੀ ਕਿੱਥੇ ਹੋਈ? ਜਿਹੜੇ ਸਾਡੇ ਮੌਜੂਦਾ ਲੀਡਰ ਸੀ 1947 ਤੋਂ ਬਾਅਦ ਦੇ, ਉਹ ਕਾਬਜ਼ ਹੋ ਗਏ ਸਾਡੇ ਗੁਰਧਾਮਾਂ ਤੇ, ਸਾਡੇ ਗੁਰਦੁਆਰਿਆਂ ਤੇ, ਔਰ SGPC ਤੇ, ਔਰ ਸਾਡੀ ਪੋਲੀਟੀਕਲ ਲੀਡਰਸ਼ਿਪ ਤੇ। ਪੋਲੀਟੀਕਲ ਲੀਡਰਸ਼ਿਪ ਨੇ ਧਾਰਮਿਕ ਲੀਡਰਸ਼ਿਪ ਨੂੰ ਕੈਪਚਰ ਕਰ ਲਿਆ, ਕੈਪਚਰ ਕਰਕੇ ਆਪਣੀ ਕਠਪੁਤਲੀ ਬਣਾ ਲਈ ਹੌਲੀ ਹੌਲੀ। ਔਰ ਅੱਜ ਇਹ ਹਾਲਤ ਹੈ ਕਿ ਧਾਰਮਿਕ ਲੀਡਰਸ਼ਿਪ ਪੁੱਛ ਕੇ ਫੈਸਲੇ ਕਰਦੀ ਹੈ, ਪੁੱਛ ਕੇ ਬਿਆਨ ਦਿੰਦੀ ਹੈ ਪੋਲੀਟੀਕਲ ਲੀਡਰਾਂ ਨੂੰ। ਇਹ ਨੌਬਤ ਕਿਉਂ ਆਈ? ਕਿਉਂਕਿ ਪਹਿਲਾਂ ਤਾਂ ਇੱਕ ਸਮੂਹ ਦਾ ਕਬਜ਼ਾ ਹੋਇਆ ਸਾਡੇ ਗੁਰਧਾਮਾਂ ਤੇ SGPC ਤੇ। ਮੈਂ ਕਹਿ ਲਵਾਂ ਕਿ ਇੱਕ ਜਾਤ ਦਾ ਕਬਜ਼ਾ ਹੋ ਗਿਆ। ਉਹਨਾਂ ਨੇ ਬੜੀ ਖੂਬਸੂਰਤੀ ਨਾਲ ਆਪਣੇ ਭਾਈ ਭਤੀਜਿਆਂ ਨੂੰ ਨੌਕਰੀਆਂ ਦਿੱਤੀਆਂ, ਗੱਫੇ ਦਿੱਤੇ, ਮੈਂਬਰਸ਼ਿਪਾਂ ਦਿੱਤੀਆਂ, ਰਿਪਰੈਜ਼ੈਂਟੇਸ਼ਨ ਦਿੱਤੀ। ਪਰ ਜਿਹੜੇ ਸਾਡੇ ਰੰਗਰੇਟੇ ਗੁਰੂ ਕੇ ਬੇਟੇ ਲੋੜਵੰਦ ਸਿੱਖ ਸੀ, ਉਹਨਾਂ ਨੂੰ ਕੁੜੀ ਮਾਰ ਕੇ ਪੜੇ ਕਰਤਾ। ਉਹਨਾਂ ਦੀਆਂ ਕਿਸੇ ਤਰ੍ਹਾਂ ਦੀ ਰਿਪਰੈਜ਼ੈਂਟੇਸ਼ਨ, ਇੱਜ਼ਤ ਮਾਣ ਔਰ ਪਾਰਟਿਸਿਪੇਸ਼ਨ ਖਤਮ ਕਰ ਦਿੱਤੀ। ਲਿਹਾਜ਼ਾ ਡੇਰੇ ਫਲ ਫੁੱਲ ਗਏ। ਇਹ ਲੋਕ ਸਾਰੇ ਡੇਰੇ 'ਚ ਗਏ। ਇਹ ਸਾਡਿਆਂ 'ਚੋਂ ਗਏ ਹੋਏ, ਸਾਡੇ ਹੀ ਬੰਦੇ ਨੇ। ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਡੇਰਾਵਾਦ ਔਰ ਪੋਲੀਟੀਕਲ ਦਾ ਇੱਕ ਨੈਕਸਸ ਬਣ ਗਿਆ ਸਿੱਖਾਂ ਨੂੰ ਢਾਹ ਲਾਉਣ ਲਈ। ਦੋਨਾਂ ਦਾ ਕੰਮ ਇੱਕੋ ਹੀ ਹੈ। ਹੁਣ ਮੈਂ ਥੋੜਾ ਜਿਹਾ ਦੱਸਾਂਗਾ ਕਿ ਕਿਵੇਂ ਬਣ ਗਿਆ। 1978 ਦੇ ਵਿੱਚ ਨਿਰੰਕਾਰੀ ਕਾਂਡ ਹੋਇਆ। ਸਿੱਖੀ ਸਿਧਾਂਤ ਤੇ ਪਹਿਲਾ ਹਮਲਾ ਕਿ ਗੁਰੂ ਨੇ 5 ਪਿਆਰੇ ਬਣਾਏ, ਮੈਂ 7 ਸਿਤਾਰੇ ਬਣਾਉਂਗਾ। ਗੱਲ ਇੱਥੋਂ ਹੀ ਸ਼ੁਰੂ ਹੁੰਦੀ ਹੈ। ਫਿਰ ਪੰਜਾਬ 'ਚ ਜੋ 20 ਸਾਲ ਵਾਪਰਿਆ, ਉਹ ਤਰਾਸਦੀ ਤੁਸੀਂ ਦੇਖੀ। ਅਸੀਂ ਇੱਕ ਜਨਰੇਸ਼ਨ ਜਵਾਨੀ ਗਵਾ ਲਈ।
ਸਾਨੂੰ ਪੋਲੀਟੀਕਲੀ ਧੋਖਾ ਦਿੱਤਾ ਗਿਆ, ਬਦਨਾਮ ਕੀਤਾ ਗਿਆ, ਸਾਡੇ ਧਾਰਮਿਕ ਸਥਾਨਾਂ ਦੀ ਬੇਹੁਰਮਤੀ ਕੀਤੀ ਗਈ, ਜ਼ਲੀਲ ਕੀਤਾ ਗਿਆ ਸਾਨੂੰ। ਰਿਜ਼ਲਟ ਹੋਇਆ ਇੰਦਰਾ ਗਾਂਧੀ ਦਾ ਖਾਤਮਾ, ਉਹਦਾ ਰਿਜ਼ਲਟ ਹੋਇਆ ਸਾਨੂੰ ਡਿਮੋਰਲਾਈਜ਼ ਕਰਨ ਲਈ 84 ਦੇ ਦੰਗੇ। 84 ਦੇ ਦੰਗੇ ਹੋਏ, ਇੰਟਰਨੈਸ਼ਨਲ ਰੌਲਾ ਪਿਆ, ਥੋੜੀ ਜਿਹੀ ਠੱਲ ਪੈ ਗਈ, ਪਰ ਕੀ ਸਾਨੂੰ ਉਹਦਾ ਇਨਸਾਫ ਮਿਲਿਆ? ਇਹ ਤੋਂ ਸਿੱਖਾਂ ਨੇ ਕੀ ਸਿੱਖਿਆ? ਮੇਰਾ ਸਵਾਲ ਹੈ। ਮੈਂ ਬੜੇ ਲੀਡਰਾਂ ਨੂੰ, ਬੜੇ ਸਕਾਲਰਸ ਨੂੰ ਇਹ ਸਵਾਲ ਕਰਦਾ ਵੀ ਤੁਹਾਡੇ 78 ਦੇ ਵਿੱਚ ਤੁਹਾਨੂੰ ਛਿੱਤਰ ਪਏ, 20 ਸਾਲ ਤੁਹਾਡੇ ਆਤੰਕਵਾਦ ਦੇ ਨਾਂ ਤੇ ਤੁਹਾਡਾ ਜ਼ਲੀਲ ਕੀਤਾ ਗਿਆ, ਜਵਾਨੀ ਤੁਹਾਡੀ ਖਤਮ ਕਰਤੀ, 84 ਦਾ ਤੁਹਾਨੂੰ ਇਨਸਾਫ ਨਹੀਂ ਮਿਲਿਆ, ਤੁਸੀਂ ਸਿੱਖਿਆ ਕੀ? ਤੁਹਾਨੂੰ ਸਮਝ ਨਹੀਂ ਆਈ ਕਿ ਮੌਕੇ ਦੀ ਸਰਕਾਰ ਭਾਵੇਂ ਕਿਸੇ ਦੀ ਹੋਵੇ, ਤੁਹਾਡੇ ਵਿਰੋਧ 'ਚ ਹੈ। ਕਿਉਂ ਵਿਰੋਧ 'ਚ ਹੈ? ਤੁਹਾਡਾ ਡਰ ਹੈ ਉਹਨਾਂ ਨੂੰ। ਤੁਸੀਂ ਉਹਨਾਂ ਨੇ ਤੁਹਾਨੂੰ ਕਮਜ਼ੋਰ ਕਰਨਾ ਸ਼ੁਰੂ ਕੀਤਾ। ਔਰ ਮਜ਼ੇ ਦੀ ਗੱਲ ਹੈ ਵੀ ਸਾਡਾ ਸਕਾਲਰ, ਸਾਡਾ ਪ੍ਰਚਾਰਕ, ਸਾਡਾ ਲੀਡਰ ਉਹ ਬੋਲ ਹੀ ਨਹੀਂ ਰਿਹਾ ਕਿ ਸਾਨੂੰ ਕਮਜ਼ੋਰ ਕਿਉਂ ਕੀਤਾ ਜਾ ਰਿਹਾ। ਡੇਰੇ ਫਲ ਫੁੱਲ ਗਏ, ਸਾਡੇ ਗੁਰਦੁਆਰੇ ਕਮਜ਼ੋਰ ਹੋ ਗਏ। ਉਹਨਾਂ ਨੇ ਆਪਣੀ ਵੱਖਰੀ ਮਰਿਆਦਾ ਸਾਡਾ ਇਤਿਹਾਸ ਚ ਰਲਗੱਡ ਕਰਤੀ, ਸਾਡੀ ਰਹੁ ਰੀਤਾਂ ਚ ਰਲਗੱਡ ਕਰਤੀ, ਸਾਡਾ ਬਹੁਤ ਕੁਝ ਬਦਲ ਦਿੱਤਾ। ਔਰ ਮਾਸਿਸ ਉਹਨਾਂ ਦੇ ਮਗਰ ਲੱਗ ਗਏ। ਕਿਉਂ? ਗੁਰਦੁਆਰੇ ਕਿਉਂ ਨਹੀਂ ਸੰਗਤ ਆਂਦੀ? ਕਿਸੇ ਸਾਧ ਸੰਤ ਨੂੰ ਬੈਠ ਕੇ 5 ਘੰਟੇ ਖੇਤ 'ਚ ਸੁਣ ਸਕਦੀ ਹੈ ਸੰਗਤ, ਪਰ 2 ਘੰਟੇ ਗੁਰਦੁਆਰੇ ਨਹੀਂ ਬੈਠ ਕੇ ਸੁਣ ਸਕਦੀ। ਨੰਬਰ 1, ਸਾਡੇ ਪ੍ਰਚਾਰਕ ਉਹਨਾਂ ਦੇ ਲੈਵਲ ਤੇ ਭਾਸ਼ਾ ਨਹੀਂ ਵਰਤਦੇ, ਉਹਨਾਂ ਦੇ ਲੈਵਲ ਦੀ ਗੱਲ ਨਹੀਂ ਕਰਦੇ। ਕੋਈ ਚੰਗਾ ਪ੍ਰਚਾਰਕ, ਜਿਹੜੇ ਸਿਰੇ ਦੇ ਪ੍ਰਚਾਰਕ ਨੇ ਸਾਡੇ 10, 15, 20, 25 ਰਾਗੀ ਜਾਂ ਕਥਾਵਾਚਕ, ਕਿੰਨਾ ਕੁ ਪਿੰਡਾਂ 'ਚ ਜਾਂਦੇ ਨੇ ਜੀ? ਕਿਉਂਕਿ ਉੱਥੇ ਨੋਟ ਨਹੀਂ ਮਿਲਦੇ। ਦੂਸਰਾ ਚੀਜ਼, ਜੋ ਡੇਰੇ ਫਲ ਫੁੱਲ ਗਏ, ਫਿਰ ਪੋਲੀਟੀਕਲ ਬੰਦਿਆਂ ਨੇ, ਸਣੇ ਅਕਾਲੀਆਂ ਨੇ ਸੋਚਿਆ ਕਿ ਕਿਉਂ ਨਾ ਇੱਥੋਂ ਵੋਟਾਂ ਇਕੱਠੀਆਂ ਕਰੀਆਂ ਜਾਣ। ਜੇ ਬੂਟਾ ਸਿੰਘ ਉੱਥੇ ਜਾ ਕੇ ਭਾਂਡੇ ਮਾਂਜਦੇ ਤਾਂ ਬਾਦਲ ਸਾਹਿਬ ਵੀ ਮਾਂਜਣ ਲੱਗੇ। ਔਰ ਮੈਨੂੰ ਕਹਿਣਾ ਪੈਂਦਾ ਦੁੱਖ ਨਾਲ ਕਿ ਮੇਰਾ ਕਾਤਿਲ ਹੀ ਮੇਰਾ ਮੁਨਸਿਫ ਹੈ। ਕਾਤਿਲ ਤੇ ਮੁਨਸਿਫ ਰਲ ਗਏ ਔਰ ਸਿੱਖ ਕੌਮ ਦਾ ਕਤਲ ਹੋ ਗਿਆ, ਸਾਡੇ ਜਜ਼ਬਾਤਾਂ ਦਾ ਕਤਲ ਹੋ ਗਿਆ। ਮੈਂ ਦੁਖੀ ਹੋ ਕੇ ਇਹ ਗੱਲ ਕਹਿਣਾ। ਚਲੋ ਜੀ, 1984 ਵਰਤਿਆ, 1978 ਵਰਤਿਆ, 2007 ਦੇ ਵਿੱਚ ਜਦੋਂ ਦੇਖਿਆ ਕਿ 22 ਸਾਲਾਂ 'ਚ ਸਿੱਖਾਂ ਨੇ ਕੁਝ ਨਹੀਂ ਕੀਤਾ ਆਪਣੀ ਕੌਮ ਦਾ ਵਿਰਸਾ ਬਚਾਉਣ ਲਈ ਔਰ ਆਪਣੀ ਗੈਰਤ ਇੱਜ਼ਤ ਬਚਾਉਣ ਲਈ, 2007 'ਚ ਇੱਕ ਪੋਸ਼ਾਕ ਪਾ ਕੇ ਖੜਾ ਹੋ ਗਿਆ, ਕਹਿੰਦਾ ਜੀ ਮੈਂ ਗੁਰੂ ਗੋਬਿੰਦ ਸਿੰਘ ਮੰਗਣ ਅੰਮ੍ਰਿਤ ਛਕਾਵਾਂਗਾ। ਅਸੀਂ 8 ਸਾਲ ਫੇਰ ਸੌਂ ਗਏ। ਫਿਰ ਉਹਨੇ ਦੇਖਿਆ ਵੀ 8 ਸਾਲ ਇਹਨਾਂ ਨੇ ਕੁਝ ਨਹੀਂ ਕੀਤਾ, ਉਹਨੇ ਫਿਰ ਚੁੰਡੀ ਵੱਡੀ। ਸਾਡੇ 2015 'ਚ ਬੇਅਦਬੀ ਹੋ ਗਈ। ਬੇਅਦਬੀ ਤੋਂ ਬਰਗਾੜੀ ਬੇਅਦਬੀ ਹੋਣ ਤੋਂ ਪਹਿਲਾਂ 15 ਦਿਨ ਪਹਿਲਾਂ ਗੁਰਦੁਆਰਾ ਜਵਾਹਰ ਸਿੰਘ ਵਾਲੇ ਪੋਸਟਰ ਲਾਏ ਗਏ, ਅਸੀਂ ਫੇਰ ਨਹੀਂ ਬੋਲੇ। 15 ਦਿਨ ਬਾਅਦ ਬਰਗਾੜੀ ਦੀ ਬੇਅਦਬੀ ਹੋ ਗਈ। ਅੱਜ ਤੱਕ ਉਹਦਾ ਕੋਈ ਸਿੱਟਾ ਨਹੀਂ ਨਿਕਲਿਆ। ਸਰਕਾਰਾਂ ਬਣ ਗਈਆਂ, ਸਰਕਾਰਾਂ ਚਲੀਆਂ ਗਈਆਂ ਇਸ ਨੂੰ ਪੋਲੀਟੀਸਾਈਜ਼ ਕਰਕੇ, ਪਰ ਸਿੱਖ ਕੌਮ ਦਾ ਕੁਝ ਨਹੀਂ ਸੰਭਰਿਆ। ਸਿੱਖ ਬੀਜੀ ਨੇ ਲੰਗਰ ਲਾਉਣ 'ਚ, ਆਪਣੀ ਸ਼ੋਹਰਤ ਖੱਟਣ 'ਚ, ਆਪਣੀ ਸਮਝੋ ਐਡਵਰਟਾਈਜ਼ਮੈਂਟ ਕਰਨ ਦੇ ਵਿੱਚ, ਮੈਨੂੰ ਖਿਮਾ ਕਰ ਦੇਣਾ, ਮੈਂ ਸਖਤ ਲਫ਼ਜ਼ ਵਰਤ ਰਿਹਾ। ਸਾਨੂੰ ਸ਼ੌਕ ਹੈ ਸਾਡੀਆਂ ਫੋਟੋਆਂ ਛਪ ਜਾਣ। ਭਲਿਓ, ਪਹਿਲਾਂ ਆਪਣਾ ਘਰ ਤੇ ਵਿਚਾਲੋ, ਫਿਰ ਦੂਜੇ ਦੇ ਘਰ ਦੀ ਅੱਗ ਬੁਝਾ ਲਿਆ ਜੀ। ਤੋ ਇਹਨੂੰ ਮੈਂ ਲੰਬਾ ਨਾ ਕਰਾਂ ਇਸ ਗੱਲ ਨੂੰ। ਅਸੀਂ ਨਿੱਗਰਦੇ ਬਹੁਤ ਕਮਜ਼ੋਰ ਹੋ ਗਏ। ਅਸੀਂ ਆਪਣੇ ਰਿਚੁਅਲਸ ਜਿਹੜੇ ਹੈ ਉਹ ਸ਼ੁਰੂ ਕਰ ਲਏ, ਤੇ ਉਹੀ ਸਾਡੇ ਸਮਾਗਮ, ਉਹੀ ਲੰਗਰ, ਉਹੀ ਸਾਡੀਆਂ ਤਕਰੀਰਾਂ। ਜੇ ਪੁੱਛੋ ਵੀ 2 ਲੱਖ ਰੁਪਏ ਦੇ ਕੇ ਕੀਰਤਨੀਏ ਬੁਲਾ ਲਏ, 6 ਕੀਰਤਨੀਏ ਬੁਲਾ ਲਏ, ਉਹਨਾਂ ਨੇ 6 ਚੌਕਾ 24 ਸ਼ਬਦ ਪੜ੍ਹੇ 15-15 ਮਿੰਟ ਦੇ। 24 ਚੋਂ 4 ਦੱਸ ਦਿਓ ਕਿਹੜੇ ਪੜ੍ਹੇ, ਕਿਸੇ ਇੱਕ ਦੇ ਦੱਸ ਦਿਓ ਅਰਥ ਕੀ ਨੇ। ਫਿਰ ਤਾਂ ਉਹਨਾਂ ਸਮਾਗਮਾਂ ਦਾ ਕੋਈ ਫਾਇਦਾ ਨਹੀਂ। ਤਾਂ ਕੀ ਫਾਇਦਾ? ਇੱਕ ਰਾਗੀ ਬੁਲਾਓ, ਚੰਗੀ ਤਰ੍ਹਾਂ ਕਥਾ ਕੀਰਤਨ ਕਰਾਓ, ਸਿਧਾਂਤ ਦੱਸੋ। ਕਿਉਂ ਬੁਲਾਉਂਦੇ ਹੋ ਲੱਖ ਰੁਪਈਆ ਲੈਣ ਵਾਲੇ ਰਾਗੀ? ਫਿਰ ਤੀਸਰੀ ਗੱਲ, ਗੁਰਦੁਆਰਿਆਂ ਦਾ ਪ੍ਰਬੰਧ। ਇਹ ਉਹਨਾਂ ਬੰਦਿਆਂ ਦੇ ਹੱਥ ਆ ਗਿਆ ਜਿਹੜੇ ਜਾਂ ਤਾਂ ਜ਼ੋਰ ਜ਼ਬਰ ਵਾਲੇ ਨੇ ਜਾਂ ਪੋਲੀਟੀਕਲ ਅਲਾਈਨੇਸ਼ਨ ਵਾਲੇ ਨੇ। ਜਿਹੜਾ ਪੈਸਾ ਗੁਰਦੁਆਰਿਆਂ ਦਾ ਪ੍ਰਚਾਰ ਤੇ ਖਰਚ ਹੋਣਾ ਚਾਹੀਦਾ ਸੀ, ਉਹਨਾਂ ਨੇ ਐਫਡੀਆਂ ਬਣਾ ਲਈਆਂ, ਜਾਂ ਸਮਾਗਮ ਕਰ ਲਈ, ਜਾਂ ਸੋਨਾ ਲਾ। ਕੌਮ ਸੁੱਤੀ ਪਈ ਹੈ। ਉਹ ਮੇਰੇ ਗੁਰਸਿੱਖ ਵੀਰੋ ਭੈਣੋ, ਜੇ ਕੁਝ ਕਰਨਾ ਹੈ ਤਾਂ ਇੱਕ ਆਵਾਜ਼ ਉਠਾਓ ਕਿ ਗੁਰਦੁਆਰੇ 'ਚ ਸੋਨਾ ਨਹੀਂ। ਗੁਰਦੁਆਰਾ ਉਸ ਜਗ੍ਹਾ ਹੋਵੇ ਜਿੱਥੇ ਸਕੂਲ ਹੋਵੇ, ਉਹ ਸਕੂਲ ਦਾ ਗਰਾਊਂਡ ਹੀ ਉਹ ਲੰਗਰ ਦਾ ਹਾਲ ਹੋਵੇ, ਉਹ ਸਕੂਲ ਦਾ ਗਰਾਊਂਡ ਹੀ ਗੁਰਦੁਆਰੇ ਦਾ ਦੀਵਾਨ ਹਾਲ ਹੋਵੇ। ਉਹ 6 ਦਿਨ ਗੁਰਦੁਆਰਾ ਉੱਥੇ ਦੀਵਾਨ ਚੱਲੇ, ਸਵੇਰੇ ਸ਼ਾਮ ਅਗਰ ਦੀਵਾਨ ਕਰ ਰਹੇ ਜ਼ਰੂਰ ਕਰੋ, ਰੋਜ਼ ਕਰੋ, ਮੈਨੂੰ ਕੋਈ ਇਤਰਾਜ਼ ਨਹੀਂ, ਪਰ ਦਿਨੇ ਸਕੂਲ ਚਲਾਓ ਜਿੱਥੇ ਧਾਰਮਿਕ ਵਿਦਿਆ ਲਾਜ਼ਮੀ ਹੋਵੇ।
ਜੇ ਧਾਰਮਿਕ ਵਿਦਿਆ ਅਸੀਂ ਸਾਰੇ ਸਕੂਲ ਨਹੀਂ ਖੋਲੇ, ਚਲੋ ਖੁੰਝ ਗਏ, ਅੱਜ ਕੀ ਕਰੀਏ? ਅੱਜ ਕੀ ਕਰੀਏ? ਮੈਂ ਆਪਣੇ ਮਸਲੇ ਨੂੰ ਸੰਕੋਚਾਂਗਾ, ਮੈਨੂੰ ਨਹੀਂ ਪਤਾ ਮੈਂ ਕਿੰਨਾ ਸਮਾਂ ਲੈ ਰਿਹਾ। ਵੀਰ ਜੀ ਮੈਨੂੰ ਦੱਸ ਦਿਆ ਜੇ। ਇੱਕ ਮਿੰਟ ਦੋ ਤੁਸੀਂ ਸਮਰਾਈਜ਼ ਕਰ ਦਿਓ ਜੀ। ਮੈਂ ਕਰ ਦਿੰਦਾ ਜੀ। ਸੋ ਅੱਜ ਕੀ ਕਰੀਏ? ਹੁਣ ਸਾਡਾ ਮਸਲਾ ਹੈਗਾ ਧਾਰਮਿਕ ਪੱਖ ਤੇ ਸਾਡੇ ਚ ਜਿਹੜਾ ਵਖਰੇਵਾਂ, ਇਹਨੂੰ ਦੂਰ ਕਰਨ ਲਈ ਅਸੀਂ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਬਣਾਈਏ, ਭਾਵੇਂ ਉਹ ਸਾਨੂੰ ਚੰਗਾ ਨਾ ਲੱਗੇ ਜਾਂ ਲੱਗੇ। ਜਿੰਨੀਆਂ ਜਥੇਬੰਦੀਆਂ ਨੇ ਉਹਨੂੰ ਕਹੀਓ ਬਈ ਤੁਸੀਂ ਇਸ ਤੇ ਜ਼ਿੱਦ ਨਾ ਕਰੋ, ਅਸੀਂ ਇਸ ਤੇ ਜ਼ਿੱਦ ਨਹੀਂ ਕਰਦੇ। ਇੱਕ ਕਾਮਨ ਮਿਨੀਮਮ ਸਿਧਾਂਤ ਤਾਂ ਸਾਡਾ ਹੈ ਨਾ, ਕਿਰਤ ਕਰੋ, ਨਾਮ ਜਪੋ, ਵੰਡ ਛਕੋ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੋ। ਇੱਥੇ ਅਸੀਂ ਆ ਕੇ ਖੜੀਏ ਤੇ ਇਹਦਾ ਪ੍ਰਚਾਰ ਕਰੀਏ। ਇਹਦੇ ਲਈ ਫ੍ਰੀ ਲਿਟਰੇਚਰ, ਸਕੂਲਾਂ ਦੇ ਵਿੱਚ ਫ੍ਰੀ ਟੀਚਰ, ਜਿਹੜੇ ਸਕੂਲ ਅਸੀਂ ਨਹੀਂ ਖੋਲ ਸਕੇ ਉਹਨਾਂ ਸਕੂਲਾਂ 'ਚ ਅਸੀਂ ਟੀਚਰ ਰੱਖ ਕੇ ਉੱਥੇ ਫ੍ਰੀ ਲਿਟਰੇਚਰ ਦਈਏ ਤੇ ਟੀਚਰ ਨੂੰ ਤਨਖਾਹ ਵੀ ਪੰਥ ਦੇਵੇ। ਸਕੂਲਾਂ 'ਚ ਸਾਡਾ ਪ੍ਰਚਾਰ ਹੋਵੇ, ਇਹੀ ਪ੍ਰਚਾਰ ਗੁਰਦੁਆਰਿਆਂ 'ਚ ਹੋਵੇ, ਇਹੀ ਸਾਡੀਆਂ ਸਮਰ ਵਿੰਟਰ ਕਲਾਸਿਸ ਲੱਗਣ ਜਗ੍ਹਾ ਜਗ੍ਹਾ। ਔਰ ਜਿਹੜੇ ਨਿਸ਼ਕਾਮ ਵਲੰਟੀਅਰਸ ਨੇ ਉਹਨਾਂ ਨੂੰ ਇਹਦੇ ਤੇ ਜ਼ਿਆਦਾ ਲਾਮਬੰਦ ਕੀਤੇ ਕਰਕੇ ਉਹਨਾਂ ਦਾ ਫਾਇਦਾ ਉਠਾਇਆ ਜਾਏ। ਔਰ ਜਿਹੜੇ ਗਰੀਬ ਬੰਦੇ ਨੇ ਉਹਨਾਂ ਲਈ ਇੱਕ ਬਹੁਤ ਵੱਡਾ ਫੰਡ ਮੇਰੇ ਹਿਸਾਬ ਨਾਲ ਕ੍ਰੀਏਟ ਹੋਣਾ ਚਾਹੀਦਾ ਹੈ, ਬਜਾਏ ਇਸ ਦੇ ਕਿ ਅਸੀਂ ਗੁਰਦੁਆਰਿਆਂ ਦੀਆਂ ਐਫਡੀਆਂ ਕਰਾ ਲਈਏ ਤੇ ਬਾਅਦ ਚ ਲੜੀਏ ਤੇ ਮੁਕੱਦਮੇਬਾਜ਼ੀ ਕਰੀਏ। ਉਹ ਫੰਡ ਨੂੰ ਅਸੀਂ ਗਰੀਬਾਂ ਦੇ ਸਕਾਲਰਸ਼ਿਪ ਲਈ, ਉਹਨਾਂ ਦੇ ਇਲਾਜ ਲਈ, ਉਹਨਾਂ ਦੇ ਮਕਾਨਾਂ ਲਈ, ਇਹਨਾਂ ਕੰਮਾਂ ਲਈ ਉਹਨਾਂ ਦੀ ਡਿਵੈਲਪਮੈਂਟ ਕਰੀਏ ਤੇ ਉਹਨਾਂ ਨੂੰ ਸਿੱਖੀ ਰੰਗਤ ਦੇ ਵਿੱਚ ਰੰਗੀਏ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਇੱਥੇ ਦਿਆਂਗਾ। ਮੇਰੇ ਪਾਸ ਇੱਕ ਦਰਜੀ ਸੀ ਇੱਥੇ ਸਾਚਾ ਧੰਨ ਗੁਰਦੁਆਰਾ ਸਾਹਿਬ, ਮੈਨੂੰ ਉਹਦੀ ਸੇਵਾ ਮਿਲ ਗਈ ਬਤੌਰ ਜਨਰਲ ਸਕੱਤਰ 6 ਸਾਲ। ਮੈਂ ਉਹਨੂੰ ਦੇਖਿਆ, ਬੜਾ ਗਰੀਬ ਬੰਦਾ। ਮੈਂ ਕਿਹਾ ਤੇਰਾ ਗੁਜ਼ਾਰਾ ਕਿਵੇਂ ਚੱਲਦਾ? ਕਹਿੰਦਾ ਜੀ ਬਸ ਜੋ ਕਸ਼ਹਿਰੇ ਚੋਲੇ ਤੁਸੀਂ ਦੇ ਦਿੰਦੇ ਹੋ ਇਹ ਸੀ ਲੈਣਾ। ਮੈਂ ਕਿਹਾ ਵੀ ਤੂੰ ਕਸ਼ਹਿਰੇ ਚੋਲੇ ਸੀ ਲੈਣਾ, ਗੁਰਦੁਆਰੇ ਦੀਆਂ ਚਾਦਰਾਂ ਕਿਉਂ ਨਹੀਂ ਸੀਂਦਾ? ਮੇਰੇ ਕੋਲ ਆ, ਮੈਂ ਉਹਦੀ ਇਨਕਮ ਵਧਾਈ ਬਤੌਰ ਬੈਂਕਰ। ਮੈਨੂੰ ਇਹ ਸੀਗਾ ਕਿ ਇਹਨੂੰ ਫਾਈਨੈਂਸ਼ੀਅਲੀ ਸਟਰੋਂਗ ਕਰਦੇ ਆ। ਕਰਦੇ ਇੱਕ ਦਿਨ ਉਹ ਦਿਨ ਆਇਆ ਜਿੱਦਣ ਉਹ ਕਹਿੰਦਾ ਜੀ ਮੈਂ ਤੇ ਪਗੜੀ ਬੰਨ ਲਈ ਹੈ, ਮੈਂ ਤੇ ਸਿੱਖ ਬਣਨਾ। ਬਣ ਜਾ ਭਾਈ, ਤੈਨੂੰ ਕਿਹਾ ਤੇ ਕਿਸੇ ਨੇ ਨਹੀਂ। ਬਣ ਗਿਆ। ਉਹਦੀ ਬੱਚੀ ਦਾ ਵਿਆਹ ਸੀ, ਜਿੰਨੀ ਕੁ ਮਦਦ ਅਸੀਂ ਹੋ ਸਕੀ ਕੀਤੀ। ਸਾਡੇ ਕੋਲ ਜੀ ਆ ਗਏ ਵਕਫ ਬੋਰਡ ਵਾਲੇ, ਦੂਜੇ ਤੀਜੇ ਉਹਨਾਂ ਦੇ ਸੱਜਣ, ਤੁਸੀਂ ਜੀ ਸਿੰਘ ਸਾਹਿਬ ਇਹ ਕੰਮ ਗਲਤ ਕਰਦਾ। ਮੈਂ ਕਿਹਾ ਜੀ ਗੁਰੂ ਮੇਰਾ ਸਾਹਮਣੇ ਹੈ, ਜੇ ਮੈਂ ਇਹਨਾਂ ਨੂੰ ਇੱਕ ਵਾਰ ਵੀ ਕਿਹਾ ਹੋਵੇ, ਮੈਨੂੰ ਹੁਣ ਵੀ ਕੋਈ ਇਤਰਾਜ਼ ਨਹੀਂ। ਜੇ ਕਲਮਾ ਪੜ੍ਹਨਾ ਚਾਹੁੰਦਾ ਪੜ੍ਹ ਲੈ। ਉਹਨੇ ਇੱਕ ਸਾਧ ਸੰਗਤ ਜੀ ਜਵਾਬ ਦਿੱਤਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਉਹ ਕਹਿੰਦਾ ਮੈਂ ਉਹਨਾਂ ਨਾਲ ਤੇ ਉਹਨਾਂ ਦਾ ਹਾਂ ਜਿਨ੍ਹਾਂ ਨੇ ਔਖੇ ਵੇਲੇ ਮੇਰਾ ਸਾਥ ਦਿੱਤਾ। ਕਨਵਰਜਨ ਦਾ ਹੱਲ ਇਹੀ ਹੈ ਕਿ ਜਿਹੜੇ ਔਖਸ਼ ਨੇ ਔਰ ਜਿਨ੍ਹਾਂ ਦੇ ਵੇਲੇ ਔਖੇ ਨੇ ਉਹਨਾਂ ਦਾ ਜਾ ਕੇ ਸਾਥ ਦਈਏ। ਅਸੀਂ 5 ਰੁਪਏ ਦੇ ਕੇ ਫਿਰ ਹਿਸਾਬ ਮੰਗਦੇ ਹਾਂ ਉਹ ਤੋਂ। ਸਾਨੂੰ ਤਿਆਗ, ਕੁਰਬਾਨੀ ਤੇ ਸਿੱਖੀ ਦਾ ਜਜ਼ਬਾ ਵਾਪਸ ਲਿਆਉਣਾ ਪਊਗਾ, ਤਾਂ ਕੋਈ ਕੌਮ ਦੀ ਵਿਗੜੀ ਬਣ ਸਕਦੀ ਹੈ। ਜੇ ਮੈਂ ਜ਼ਿਆਦਾ ਸਮਾਂ ਲੈ ਗਿਆ ਹਾਂ ਤਾਂ ਖਿਮਾ, ਕਿਤੇ ਫਿਰ ਸਮਾਂ ਮਿਲਿਆ ਤਾਂ ਮੇਰੇ ਕੋਲ ਇਹਦਾ ਬਲੂ ਪ੍ਰਿੰਟ ਤਿਆਰ ਹੈ, ਇਸ ਪ੍ਰੋਗਰਾਮ ਦਾ ਮੈਂ ਸਾਂਝਾ ਕਰੂੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ ਜੀ ਫਤਿਹ। ਬਲਵਿੰਦਰ ਸਿੰਘ ਜੀ, ਤੁਸੀਂ ਬੜੀ ਹੀ ਸੋਹਣੇ ਤਰੀਕੇ ਨਾਲ ਸਮਝਾਇਆ ਕਿ ਸਭ ਤੋਂ ਪਹਿਲੇ ਤੇ ਅਸੀਂ ਜਿਸ ਪੋਲੀਟੀਕਲ ਸਿਨੈਰੀਓ ਵਿੱਚ ਰਹਿ ਰਹੇ ਹਾਂ, ਉਹ ਪੋਲੀਟੀਕਲ ਸਿਨੈਰੀਓ ਇਟਸੈਲਫ ਜੋ ਹੈ ਉਹ ਜਾਤ ਪਾਤ ਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਸਾਡੇ ਪਿੰਡਾਂ ਵਿੱਚ ਗੁਰਦੁਆਰੇ ਵੱਖਰੇ ਵੱਖਰੇ ਨੇ, ਪਰ ਜਦੋਂ ਅਸੀਂ ਵਿੱਚ ਘੁਸਦੇ ਹਾਂ ਸਾਨੂੰ ਪਤਾ ਲੱਗਦਾ ਹੈ ਕਿ ਇੱਕ ਗੁਰਦੁਆਰੇ ਦਾ ਪ੍ਰਧਾਨ ਇੱਕ ਪਾਰਟੀ ਨਾਲ ਜੁੜਿਆ, ਦੂਸਰੇ ਗੁਰਦੁਆਰੇ ਦਾ ਪ੍ਰਧਾਨ ਦੂਜੀ ਪਾਰਟੀ ਨਾਲ ਜੁੜਿਆ। ਉਹ ਹਰ ਕੋਈ ਆਪਣੀਆਂ ਆਪਣੀਆਂ ਵੋਟਾਂ ਸਿਕਿਉਰ ਕਰ ਰਿਹਾ ਤੇ ਇਹ ਜਾਤ ਪਾਤ ਜਿਹੜਾ ਉਸ ਦੇ ਵਿੱਚੋਂ ਹੋਰ ਵੱਧਦਾ ਹੈ। ਸੋ ਜਿਸ ਪੋਲੀਟੀਕਲ ਸਿਨੈਰੀਓ ਵਿੱਚ ਰਹਿ ਰਹੇ ਹਾਂ ਉਹ ਵੀ ਸਾਨੂੰ ਜੋ ਹੈ ਉਹ ਸਮਝਣਾ ਪਏਗਾ ਕਿ ਕਿਉਂ ਇਹ ਜੋ ਚੀਜ਼ ਹੈ ਇਹ ਸੋਲਵ ਨਹੀਂ ਹੋ ਪਾ ਰਹੀਆਂ। ਔਰ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਹੁਣ ਅਗਲੇ ਮੇਰੇ ਕੋਲ ਹੈਗੇ ਨੇ ਸਰਦਾਰ ਗੁਰਦੇਵ ਸਿੰਘ ਜੀ ਜੋ ਤਰਨਤਾਰਨ ਤੋਂ ਨੇ। ਇਹ ਆਪ ਖੁਦ ਪ੍ਰਚਾਰ ਕਰ ਰਹੇ ਨੇ। ਇਹ ਤਰਨਤਾਰਨ ਤੇ ਹੋਰ ਆਸ-ਪਾਸ ਦੇ ਇਲਾਕਿਆਂ ਵਿੱਚ ਪ੍ਰਾਈਵੇਟ ਸਕੂਲ, ਗਵਰਨਮੈਂਟ ਸਕੂਲ ਦੇ ਵਿੱਚ ਜਾ ਕੇ ਉਹਨਾਂ ਨਾਲ ਪ੍ਰਬੰਧਕਾਂ ਨਾਲ ਜਾ ਕੇ ਗੱਲਬਾਤ ਕਰਦੇ ਨੇ ਔਰ ਬੱਚਿਆਂ ਦੀਆਂ ਕਲਾਸਾਂ ਲੈਂਦੇ ਨੇ। ਸੋ ਇਹੋ ਜਿਹੇ ਜਿਹੜੇ ਸਾਡੇ ਪੰਥ ਵਿੱਚ ਕੰਮ ਕਰ ਰਹੇ ਨੇ ਇਹਨਾਂ ਤੋਂ ਵੀ ਅਸੀਂ ਜ਼ਰੂਰ ਜਾਣੀਏ ਕਿ ਕੀ ਇਹਨਾਂ ਦੇ ਆਪਣੇ ਗਰਾਊਂਡ ਐਕਸਪੀਰੀਅੰਸ ਨੇ ਔਰ ਕੀ ਸੁਝਾਅ ਇਹ ਸਾਨੂੰ ਦੇਣਾ ਚਾਹੁੰਦੇ ਨੇ ਲਾਰਜਰ ਕਮਿਊਨਿਟੀ ਨੂੰ ਕਿ ਇਸ ਤਰ੍ਹਾਂ ਇਸ ਪ੍ਰੋਬਲਮ ਨੂੰ ਕਿਵੇਂ ਡੀਲ ਕੀਤਾ ਜਾਏ। ਗੁਰਦੇਵ ਸਿੰਘ ਜੀ। ਅਨਮਿਊਟ ਕਰ ਲਓ। ਤੁਹਾਡਾ ਮਿਊਟ ਹੈਗਾ ਜੀ ਮਾਈਕ। ਹਾਂਜੀ। ਸਾਰੇ ਪੰਥ ਦਰਦੀ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਜਿਹੜਾ ਆਪਾਂ ਇੱਕ ਸ਼ਬਦ ਵਰਤਦੇ ਆ ਨਾ ਵੀ ਪੰਥ ਕੀ ਜੀਤ, ਉਸੇ 'ਚ ਹੀ ਸਾਰਾ ਕੁਝ ਇਹਦਾ ਜਵਾਬ ਪਿਆ ਹੋਇਆ।
ਜਦੋਂ ਅਸੀਂ ਪੰਥ ਦੀ ਜਿਹੜੀ ਜਿੱਤ ਹੈ ਉਹਦੇ ਲਈ ਕੰਮ ਕਰਨਾ ਸ਼ੁਰੂ ਕਰਾਂਗੇ ਤੇ ਉਹਦੇ ਚੋਂ ਹੀ ਰਸਤੇ ਨਿਕਲਣਗੇ। ਸਾਡੇ ਕੋਲ ਜਦੋਂ ਸਮਰਪਿਤ ਦੀ ਭਾਵਨਾ, ਜਦੋਂ ਅਸੀਂ ਕਿ ਸਾਡੇ ਕੋਲ ਅਸੀਂ ਦਾਅਵਾ ਰੱਖਦੇ ਇਸ ਧਰਤੀ ਦੇ ਉੱਪਰ, ਤੇ ਉਹ ਜਿੰਨੇ ਵੀ ਚੈਲੰਜ ਸਾਡੇ ਸਾਹਮਣੇ ਖੜੇ ਆ, ਜਦੋਂ ਅਸੀਂ ਉਹਨਾਂ ਨੂੰ ਅਸੈਪਟ ਕਰਾਂਗੇ ਵੀ ਇਹਦੇ ਹੱਲ ਅਸੀਂ ਹੀ ਕਰਨੇ ਆ, ਇਹ ਸਾਡੇ ਹੀ ਲੋਕ ਨੇ, ਜਿੰਨੀਆਂ ਮੁਸ਼ਕਲਾਂ ਆ ਰਹੀਆਂ ਆ ਫੀਲਡ ਦੇ ਵਿੱਚ, ਜੋ ਹੁਣ ਤੱਕ ਮੈਂ ਸਮਝਿਆ ਆ ਵੀ ਇਹ ਸਾਰੇ ਹਾਲਾਤ ਜਿਹੜੇ ਬਣੇ ਉਹਦਾ ਇੱਕੋ ਹੀ ਕਾਰਨ ਹੈ ਵੀ ਸਾਡਾ ਬੜਾ ਮਜ਼ਬੂਤ ਸਟਰਕਚਰ ਸੀਗਾ। ਗੁਰਦੁਆਰਾ ਸੰਸਥਾ ਜਦੋਂ ਦੀ ਘਾਟੇ 'ਚ ਗਈ ਹੈ, ਇਹ ਸਾਰੇ ਹਾਲਾਤ ਉਦੋਂ ਪੈਦਾ ਹੋਏ। ਗੁਰਦੁਆਰਾ ਸੰਸਥਾ ਜਿਹੜੀ ਹੈ ਉੱਥੋਂ ਹੀ ਸਿੱਖੀ ਦੀ ਗੱਲ ਹੋਣੀ ਸੀਗੀ, ਉੱਥੇ ਹੀ ਹੱਕ ਸੱਚ ਦੀ ਆਵਾਜ਼ ਉੱਥੋਂ ਹੀ ਉੱਠਣੀ ਸੀਗੀ, ਉੱਥੇ ਹੀ ਉਸ ਆਵਾਜ਼ ਨੂੰ ਦਬਾ ਦਿੱਤਾ ਗਿਆ। ਜਦੋਂ ਗੁਰਦੁਆਰੇ ਤੋਂ ਕੰਮ ਨਹੀਂ ਹੋਇਆ, ਫਿਰ ਇਦਾਂ ਦੇ ਹਾਲਾਤ ਪੈਦਾ ਹੋਏ। ਔਰ ਜਿਹੜੀ ਗੁਰਦੁਆਰੇ ਦੀ ਗੋਲਕ ਹੈ, ਉਹਦੀ ਗਲਤ ਵਰਤੋਂ ਹੋਈ, ਉਹਨੂੰ ਗਰੀਬ ਤੇ ਨਹੀਂ ਵਰਤਿਆ ਗਿਆ। ਮੇਰੇ ਕੋਲ ਏਦਾਂ ਦੀਆਂ ਰਿਪੋਰਟ ਹੈਗੀਆਂ ਵੀ ਪਿੰਡਾਂ ਦੇ ਗੁਰਦੁਆਰਿਆਂ ਦੀ ਇਨਕਮ ਕੋਈ ਘੱਟ ਨਹੀਂ ਹੈ, ਉਹ 10-10 ਕਿੱਲੇ ਜ਼ਮੀਨ ਹੈ, ਤੇ ਜੇ ਤੁਸੀਂ ਇੱਕ ਕਿੱਲੇ ਦੀ ਆਮਦਨ 50,000 ਰੁਪਇਆ ਵੀ ਮੰਨ ਕੇ ਚੱਲੋ ਤੇ 5 ਲੱਖ ਰੁਪਇਆ ਉਹਨਾਂ ਕੋਲ ਵੈਸੇ ਹੀ ਸਾਲ ਦਾ ਪਿਆ ਆ। 10 ਕਿੱਲੇ ਜ਼ਮੀਨ ਗੁਰਦੁਆਰੇ ਦੇ ਨਾਂ ਆ। ਉਹਨਾਂ ਨੇ 1-2 ਦਿਨ ਦੇ ਸਮਾਗਮ ਤੋਂ ਇਲਾਵਾ ਉਹ ਹੋਰ ਕੋਈ ਕੰਮ ਨਹੀਂ ਕਰਦੇ। ਉਨੇ ਹੀ ਪੈਸੇ ਦੇ ਨਾਲ ਸਕੂਲ ਦੇ ਗੁਰਦੁਆਰੇ ਦੇ ਅੰਦਰ ਸਕਿੱਲ ਸੈਂਟਰ ਚਲਾਏ ਜਾ ਸਕਦੇ ਆ, ਡਿਸਪੈਂਸਰੀ ਚਲਾਈ ਜਾ ਸਕਦੀ ਹੈ, ਬੜਾ ਕੁਝ ਦਿੱਤਾ ਜਾ ਸਕਦਾ ਹੈ। ਇੱਥੋਂ ਤੱਕ ਵੀ 20-30 ਕਿੱਲੇ ਜ਼ਮੀਨ ਵਾਲੇ ਵੀ ਗੁਰਦੁਆਰਾ ਸਾਹਿਬ ਪਿੰਡਾਂ ਦੇ ਵਿੱਚ ਸਥਾਪਿਤ ਨੇ, ਜਿੱਥੋਂ ਕਿ ਉਹਨਾਂ ਨੇ ਵੀ ਜਿਹੜਾ ਆ ਉਹ ਇਸ ਬੰਨੇ ਨਹੀਂ ਤੁਰੇ। ਹੁਣ ਮੈਂ ਕਈ ਵਾਰੀ ਮੈਨੂੰ ਬੁਲਾ ਲੈਂਦੇ ਨੇ ਪਿੰਡਾਂ ਵਾਲੇ ਵੀ ਤੁਸੀਂ ਕਥਾ ਕਰਨ ਆਓ, ਔਰ ਮੈਂ ਉਹਨਾਂ ਨੂੰ ਪੁੱਛਦਾ ਵੀ ਇਹ ਜਿਹੜਾ 2 ਦਿਨ ਦਾ ਸਮਾਗਮ ਹੈ ਤੇ ਖਰਚਾ ਕਿੰਨਾ ਆਇਆ? 4-5 ਲੱਖ ਰੁਪਇਆ ਖਰਚਾ ਆ ਗਿਆ। ਔਰ 365 ਦਿਨ ਨੇ ਸਾਡੇ ਕੋਲ, ਉਹਦੇ ਚ 2 ਦਿਨ ਅਸੀਂ ਸਮਾਗਮ ਕਰਾ ਲਿਆ, ਤੇ ਜਿਹੜੇ ਬਾਕੀ ਸਾਡੇ ਕੋਲ 363 ਦਿਨ ਨੇ, ਮੈਂ ਉਹਨਾਂ ਨੂੰ ਪੁੱਛਦਾ ਵੀ ਉਹਦੇ ਲਈ ਤੁਹਾਡੇ ਕੋਲ ਕੋਈ ਪ੍ਰੋਗਰਾਮ ਹੈ? ਸਾਨੂੰ 365 ਦਿਨ ਕੰਮ ਕਰਨਾ ਪੈਣਾ ਆ। ਉਹ ਸਾਡੀਆਂ ਜਿਹੜੀਆਂ ਗੁਰਦੁਆਰਾ ਕਮੇਟੀਆਂ ਆ ਪਿੰਡਾਂ ਦੇ ਅੰਦਰ, ਉਹਨਾਂ ਕੋਲ ਸਿਰਫ ਸਾਲ ਦੇ ਵਿੱਚ 1-2 ਦਿਨ ਦਾ ਪ੍ਰੋਗਰਾਮ ਆ, ਉਹਦੇ ਤੇ ਪੈਸਾ ਸਾਰਾ ਵੇਸਟ ਕਰ ਦਿੱਤਾ ਜਾਂਦਾ। ਪੈਸੇ ਦੀ ਕਮੀ ਨਹੀਂ, ਉਹਦੇ ਤੇ ਸਾਰਾ ਪੈਸਾ ਵੇਸਟ ਹੋ ਰਿਹਾ। ਔਰ ਰਹੀ ਗੱਲ, ਬਹੁਤ ਸਾਰੇ ਡੇਰੇ ਇਦਾਂ ਦੇ ਆ ਵੀ ਜਿੱਥੇ ਅੱਜ ਵੀ ਤੁਸੀਂ ਦੇਖੋ ਵੀ ਪਿੰਡਾਂ 'ਚ ਬਣੇ ਹੋਏ ਨੇ, ਤੇ ਪੈਸਾ ਸਾਰਾ ਉੱਥੇ ਪਿੰਡਾਂ ਦਾ ਹੀ ਜਾਂਦਾ ਆ। ਉਹ ਸ਼ਮਾਈ ਗਰਾਈ ਵੀ ਕਰਦੇ ਆ, ਪਰ ਉੱਥੇ ਜਿਹੜੇ ਗਰੀਬ ਨੇ ਉਹਨਾਂ ਨੂੰ ਚੌਥੇ ਪੌੜ ਵਾਲੇ ਕਹਿ ਕੇ ਦੁਰਕਾਰ ਦਿੱਤਾ ਜਾਂਦਾ। ਬਹੁਤ ਸਾਰੇ ਗੁਰਦੁਆਰੇ ਨੇ ਜਿੱਥੇ ਉਹ ਸੇਵਾ ਨਹੀਂ ਕਰ ਸਕਦੇ। ਇਉਂ ਲੱਗਦਾ ਵੀ ਸਾਰਾ ਕੁਝ ਪਲੈਨਿੰਗ ਦੇ ਨਾਲ ਹੀ ਕੀਤਾ ਗਿਆ। ਇਹ ਜਿਹੜੇ ਹਾਲਾਤ ਹੈ ਇਹ ਖੁਦ ਬਣਾਏ ਗਏ ਨੇ, ਪੈਦਾ ਕੀਤੇ ਗਏ ਨੇ। ਜਿਹੜਾ ਅਸੀਂ ਕਿਸੇ ਵੀ ਮੁਸ਼ਕਲ ਦਾ ਹੱਲ ਜਿਹੜਾ ਆ ਨਾ, ਉਹ ਸਿਰ ਜੋੜ ਕੇ ਨਹੀਂ ਕੱਢਿਆ, ਅਸੀਂ ਉਹਦਾ ਸਹੀ ਹੱਲ ਨਹੀਂ ਕੱਢ ਪਾਏ। ਜੇ ਪਿੰਡਾਂ ਦੇ ਵਿੱਚ ਕੁਝ ਲੋਕ ਜਿਹੜੇ ਸੀਗੇ ਉਹ ਸਿੱਖੀ ਦੇ ਨਾਂ ਤੇ ਚੌਂਕੀਆਂ ਲਾ ਰਹੇ ਸੀਗੇ, ਜਾਂ ਉਹ ਛੋਟੇ-ਛੋਟੇ ਡੇਰੇ ਬਣਾ ਕੇ ਪੁੱਛਾਂ ਦੇ ਰਹੇ ਸੀਗੇ, ਪਖੰਡ ਕਰ ਰਹੇ ਸੀ, ਤੇ ਅਸੀਂ ਕੋਈ ਹੱਲ ਨਹੀਂ ਕੱਢਿਆ, ਅਸੀਂ ਸਤਿਕਾਰ ਦੇ ਨਾਂ ਤੇ ਉਹਨਾਂ ਨੂੰ ਕੁੱਟਣਾ ਸ਼ੁਰੂ ਕਰਤਾ। ਹੁਣ ਹੋਇਆ ਕਿ ਵੀ ਉਹੀ ਲੋਕਾਂ ਨੇ ਈਸਾਈਅਤ ਦਾ ਝੰਡਾ ਚੱਕ ਲਿਆ, ਹੁਣ ਅਸੀਂ ਮੂੰਹ ਨਹੀਂ ਕਰਦੇ ਉਧਰ ਨੂੰ। ਉਹੀ ਲੋਕ ਨੇ ਪਖੰਡ ਉਦਾਂ ਹੀ ਕਰ ਰਹੇ ਆ। ਅੱਗੇ ਉਹ ਸਿੱਖੀ ਦੇ ਨਾਂ ਤੇ ਕਰਦੇ ਸੀਗੇ, ਹੁਣ ਉਹ ਈਸਾਈਅਤ ਦੇ ਨਾਂ ਤੇ ਕਰਦੇ। ਹੁਣ ਉਹਨਾਂ ਦੇ ਮਗਰ ਇੱਕ ਕਮਿਊਨਿਟੀ ਖੜੀ ਹੈ, ਉਹ ਹੁਣ ਜਿਹੜਾ ਆ ਕਿ ਉਧਰ ਨੂੰ ਕੋਈ ਨਹੀਂ ਹੁੰਦਾ। ਅਸੀਂ ਕੋਈ ਵੀ ਜਿਹੜਾ ਉਹਦਾ ਹੱਲ ਆ ਉਹ ਸਹੀ ਤਰੀਕੇ ਨਾਲ ਨਹੀਂ ਕੱਢ ਸਕੇ। ਸਾਡੇ ਥਿੰਕਰਾਂ ਨੇ, ਜਿਹੜੇ ਸਾਡੇ ਥਿੰਕਰ ਸੀਗੇ, ਜਿਨ੍ਹਾਂ ਨੇ ਸੋਚਣਾ ਸੀਗਾ ਕਿ ਇਹਨਾਂ ਮੁਸ਼ਕਲਾਂ ਦੇ ਹੱਲ ਕੀ ਆ, ਉਹ ਅਸੀਂ ਉਹਦੇ ਕੋਈ ਸਹੀ ਹੱਲ ਨਹੀਂ ਕੱਢ ਪਾਏ। ਉਸ ਕਰਕੇ ਜਿਹੜਾ ਹਾਲਾਤ ਜਿਹੜੇ ਉਹ ਵਿਗੜਦੇ ਗਏ। ਲੰਮੇ ਸਮੇਂ ਤੋਂ ਸਿੱਖਾਂ ਦੀ ਵੱਡੀ ਗਿਣਤੀ ਜਿਹੜੀ ਹੈ ਉਹ ਗੁਰਦੁਆਰੇ ਤੋਂ ਪਾਸੇ ਹੈ। ਉਹਨਾਂ ਦੇ ਕੰਨਾਂ 'ਚ ਅਸੀਂ ਸਿੱਖੀ ਦੇ ਬੋਲ ਨਹੀਂ ਪਾਏ, ਉਹਨਾਂ ਨੂੰ ਕੋਈ, ਅਸੀਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਕੋਈ ਨਹੀਂ ਕੀਤਾ, ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਅਸੀਂ ਸ਼ਰੀਕ ਕੋਈ ਨਹੀਂ ਹੋਏ, ਤੇ ਹਾਲਾਤ ਆ ਬਣ ਗਏ। ਤੇ ਸਿੱਖੀ ਸ਼ੁਰੂ ਹੀ ਉੱਥੋਂ ਹੁੰਦੀ ਹੈ ਵੀ ਨਾਨਕ ਤਿਨ ਕੇ ਸੰਗ ਸਾਥ ਵੱਡਿਆ ਸਿਉ ਕੈਰੀ। ਸਿੱਖੀ ਨੇ ਸ਼ੁਰੂ ਉੱਥੋਂ ਹੋਣਾ। ਔਰ ਮੈਂ ਦੱਸ ਦਿਆਂ ਵੀ ਇਹਨਾਂ ਹਾਲਾਤਾਂ ਦੇ ਵਿੱਚੋਂ ਹੀ ਜੋ ਮੈਂ ਸਿੱਖਿਆ ਵੀ ਸਾਨੂੰ ਕੁਝ ਮਿਲਣ ਦੀ ਆਸ ਛੱਡ ਕੇ ਅਸੀਂ ਉਹਨਾਂ ਨੂੰ ਕੁਝ ਦੇਣ ਜਾਣਾ ਆ, ਜਿੰਨਾ ਚਿਰ ਅਸੀਂ ਇਸ ਗੱਲ ਤੇ ਨਹੀਂ ਆਉਂਦੇ। ਅਸੀਂ ਹੁਣ ਇਸੇ ਤੇ ਤੁਰੇ ਵੀ ਹੁਣ ਜਦੋਂ ਅਸੀਂ ਜਾਵਾਂਗੇ, ਅਸੀਂ ਜਿਹੜਾ ਆ ਕਿ ਇਹ ਆਸ ਲੈ ਕੇ ਨਹੀਂ ਜਾਣਾ ਵੀ ਅੱਗੋਂ ਅਸੀਂ ਪ੍ਰਚਾਰ ਕਰਨ ਚੱਲੇ ਕੋਈ ਕੁਝ ਮਿਲੂਗਾ, ਨਹੀਂ। ਅਸੀਂ ਉਹਨਾਂ ਨੂੰ ਕੁਝ ਦੇਣ ਚੱਲੇ। ਉਹਦੇ ਲਈ ਅਸੀਂ ਬੱਚਿਆਂ ਦੀ ਸਟੇਸ਼ਨਰੀ ਲੈ ਜਾਈਏ, ਉਹਨਾਂ ਬੱਚਿਆਂ ਲਈ ਕੁਝ ਖਾਣ ਪੀਣ ਲਈ ਲੈ ਜਾਈਏ। ਉਹ ਜਦੋਂ ਜਾਂਦੇ ਆ ਅਨਾਉਂਸ ਕਰੀ ਤਾਂ ਬੱਚੇ ਇਕੱਠੇ ਹੋ ਜਾਂਦੇ, ਔਰ ਉਹਨਾਂ ਦੇ ਨਾਲ ਜਿਹੜੀ ਸਿੱਖੀ ਦੀ ਬਾਤ ਆ ਉਹ ਅਸੀਂ ਪਿੰਡਾਂ 'ਚ ਜਾ ਕੇ ਪਾ ਰਹੇ ਹਾਂ, ਏਦਾਂ ਹੀ ਸਕੂਲਾਂ ਦੇ ਅੰਦਰ। ਔਰ ਜਿਹੜੀਆਂ ਪਿੰਡਾਂ ਦੇ ਵਿੱਚ ਬੀਬੀਆਂ ਭੈਣਾਂ ਆ, ਪਹਿਲੋਂ ਅਸੀਂ ਕੀ ਕਰਦੇ ਸੀ ਵੀ ਰਾਸ਼ਨ ਦਿੰਦੇ ਸੀ ਪਿੰਡਾਂ ਦੇ ਵਿੱਚ ਜਿਹੜੇ ਲੋੜਵੰਦ ਨੇ। ਔਰ ਅਸੀਂ ਸੋਚਿਆ ਵੀ ਇਹ ਸਹੀ ਪਿਰਤ ਨਹੀਂ ਹੈਗੀ, ਇਹਦੇ ਨਾਲ ਅਸੀਂ ਲੰਮਾ ਸਮਾਂ ਨਹੀਂ ਚੱਲ ਪਾਵਾਂਗੇ, ਸਾਡੇ ਕੋਲ ਤੇ ਪੈਸਾ ਵੀ ਬਹੁਤਾ ਨਹੀਂ, ਅਸੀਂ ਨਾ ਹੀ ਕਿਸੇ ਕੋਲ ਮੰਗਦੇ ਹਾਂ। ਅਸੀਂ ਉਸ ਤੋਂ ਬਾਅਦ ਸਿਲਾਈ ਸੈਂਟਰ ਸ਼ੁਰੂ ਕੀਤੇ ਪਿੰਡਾਂ 'ਚ। ਅਸੀਂ ਪਿੰਡ 'ਚ ਜਾਂਦੇ ਹਾਂ ਔਰ ਅਸੀਂ ਪੂਰੇ ਪਿੰਡ ਦੀ ਇੱਕ ਲਿਸਟ ਤਿਆਰ ਕਰਦੇ ਹਾਂ ਵੀ ਕਿੰਨੀਆਂ ਭੈਣਾਂ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਰੋਟੀ ਨਹੀਂ ਪੱਕਦੀ,
ਔਰ ਕਿਸੇ ਦਾ ਜਿਹੜਾ ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਹੈ, ਬੱਚੇ ਨੇ, ਉਹਦੇ ਹਾਲਾਤ ਵੇਖ ਕੇ ਫਿਰ ਅਸੀਂ ਕੀ ਕਰਦੇ ਹੋ, ਅਸੀਂ ਇੱਕ ਜਿਹੜਾ ਆ ਕਿ ਉਹ ਸਿਲਾਈ ਸੈਂਟਰ ਸ਼ੁਰੂ ਕਰ ਲੈਂਦੇ ਪਿੰਡ ਚੋਂ, 6-7 ਮਹੀਨੇ ਚਲਾਉਨੇ ਆ, ਉਹਨਾਂ ਨੂੰ ਰੋਟੀ ਕਮਾਉਣ ਜੋਗੀਆਂ ਕਰ ਦਿੰਦੇ ਆ। ਉਹ ਨਾਲ ਦੀ ਨਾਲ ਭੈਣਾਂ ਉੱਥੇ ਸਿੱਖਦੀਆਂ ਆ, ਨਾਲ ਦੀ ਨਾਲ ਉਹ ਗੁਰਦੁਆਰੇ 'ਚ ਹੀ ਹੁੰਦਾ ਸੀ, ਗੁਰਦੁਆਰੇ ਤੋਂ ਬਾਹਰ ਨਹੀਂ ਕਰਦੇ ਵੀ ਉਹਨਾਂ ਨੂੰ ਅਸੀਂ ਗੁਰਦੁਆਰੇ ਨਾਲ ਜੋੜ ਕੇ ਉੱਥੇ ਇੱਕ ਸਿੰਘ ਦੀ ਡਿਊਟੀ ਲਾਈ ਜਾਂਦੀ, ਉਹ ਨਾਲ ਦੀ ਨਾਲ ਉਹਨਾਂ ਨੂੰ ਸਿਧਾਂਤ ਵੀ ਸਿਖਾਉਂਦਾ ਹੈ, ਕੁਰਬਾਨੀ ਵੀ ਸਿਖਾਉਂਦਾ ਹੈ। ਇੱਕ ਟੀਮ ਬਣਾ ਕੇ ਅਸੀਂ ਇਸ ਤਰੀਕੇ ਨਾਲ ਪਿੰਡਾਂ 'ਚ ਕੰਮ ਕਰਦੇ ਹਾਂ। ਇਦਾਂ ਹੀ ਜਿਹੜੇ ਟਿਊਸ਼ਨ ਸੈਂਟਰ ਨੇ, ਉਹ ਜਿਹੜੇ ਬੱਚੇ ਨੇ ਉਹਨਾਂ ਨੂੰ ਜਿਹੜੀ ਸਕੂਲੀ ਵਿੱਦਿਆ ਆ ਉਹਦੇ 'ਚ ਉਹ ਉਸੇ ਦੀ ਤਿਆਰੀ ਵਾਸਤੇ ਅਸੀਂ ਬੱਚਿਆਂ ਨੂੰ ਜਿਹੜਾ ਆ ਕਿ ਟਿਊਸ਼ਨ ਸੈਂਟਰ ਪਿੰਡਾਂ ਦੇ ਵਿੱਚ ਖੋਲ ਕੇ ਉਹਨਾਂ ਦੀ ਤਿਆਰੀ ਕਰਵਾਉਂਦੇ ਹਾਂ। ਔਰ ਇਸੇ ਤਰੀਕੇ ਨਾਲ ਹੀ ਜਿਹੜੇ ਪੜ੍ਹਨ ਵਾਲੇ ਬੱਚੇ, ਜਿਸ ਤਰ੍ਹਾਂ ਅਸੀਂ ਸਕੂਲਾਂ 'ਚ ਕੰਮ ਕਰ ਰਹੇ ਹਾਂ, ਸਕੂਲਾਂ ਨਾਲ ਸਾਡੇ ਵਧੀਆ ਸੰਬੰਧ ਹੈਗੇ। ਉਹਦੇ 'ਚ ਜਿਹੜੇ ਪੜ੍ਹਨ ਵਾਲੇ ਬੱਚੇ ਆ, ਉਹਨਾਂ ਨੂੰ ਕੁਝ ਬੱਚੇ ਜਿਹੜੇ ਆ ਵੀ ਸਕੂਲਾਂ ਨਾਲ ਗੱਲ ਕਰਕੇ ਅਸੀਂ ਫ੍ਰੀ ਵੀ ਉਹਨਾਂ ਨੂੰ, ਸਕੂਲਾਂ ਵਾਲੇ ਮੰਨ ਜਾਂਦੇ, ਅਸੀਂ ਉਹਨਾਂ ਕੋਲ ਉਹਨਾਂ ਨੂੰ ਫ੍ਰੀ ਵੀ ਵਿੱਦਿਆ ਦਵਾ ਰਹੇ ਹਾਂ। ਔਰ ਜਿੱਥੇ ਜਿਹੜਾ ਆ ਕਿ ਕਿਸੇ ਕੋਈ ਵੀਰ ਆ ਜਾਂਦਾ, ਬੱਚੇ ਜ਼ਿਆਦਾ ਹੋਣ, ਫਿਰ ਅਸੀਂ ਉਹ ਅੱਧਾ ਖਰਚਾ ਜਿਹੜਾ ਸਕੂਲ ਛੱਡ ਦਿੰਦਾ ਆ, ਅੱਧਾ ਖਰਚਾ ਜਿਹੜਾ ਆ ਉਹ ਲੈ ਕੇ ਤੇ ਉਹ ਜਿਹੜੇ ਬੱਚੇ ਆ ਉਹਨਾਂ ਨੂੰ ਸਕੂਲਾਂ 'ਚ ਭੇਜਿਆ ਜਾਂਦਾ, ਉਹਨਾਂ ਨੂੰ ਪੜ੍ਹਾਇਆ ਜਾਂਦਾ। ਕਹਿਣ ਦਾ ਮਤਲਬ ਲੈਂਦੇ ਕਿਸੇ ਕੋਲ ਕੁਛ ਨਹੀਂ ਹੈ, ਪਰ ਜਿਹੜਾ ਆ ਕਿ ਉਹ ਅੱਗੇ ਦੇ ਅੱਗੇ ਰਸਤੇ ਜਿਹੜੇ ਆ ਗੁਰੂ ਬਣਾਈ ਜਾਂਦਾ ਤੇ ਉਹ ਪਤਾ ਲੱਗਦਾ ਜਾਂਦਾ ਵੀ ਆਹ ਘਰ ਜਿਸ ਤਰੀਕੇ ਨਾਲ ਹੋਣਾ, ਆਹ ਇਸ ਤਰੀਕੇ ਨਾਲ ਹੋਣਾ। ਹੁਣ ਇਸੇ ਤਰੀਕੇ ਨਾਲ ਕੁਝ ਗ੍ਰੰਥੀ ਸਿੰਘ ਨੇ ਸਾਡੇ ਕੋਲ, ਜਿੰਨੇ ਜਿਹੜੇ ਆਪਾਂ ਨੂੰ ਲੱਗਦਾ ਵੀ ਇਹ ਵਾਕਿਆ ਗ੍ਰੰਥੀ ਹੈ, ਇਹਦੇ ਅੰਦਰ ਦਰਦ ਹੈਗਾ, ਇਹ ਕੌਮ ਲਈ ਕੁਝ ਕਰਨਾ ਚਾਹੁੰਦਾ। ਉਹ ਸਕੂਲਾਂ ਵਾਲਿਆਂ ਨਾਲ ਗੱਲ ਕਰਕੇ ਉਹਨਾਂ ਬੱਚਿਆਂ, ਉਹ ਗ੍ਰੰਥੀ ਸਿੰਘ ਦੇ ਬੱਚਿਆਂ ਦੀ ਪੜ੍ਹਾਈ ਜਿਹੜੀ ਹੈ ਉਹਦਾ ਖਰਚਾ ਚੁੱਕਿਆ ਜਾਏ। ਹੁਣ ਸਾਡੇ ਕੋਲ ਜਿਹੜੇ ਆ ਕਿ ਕੁਝ ਗ੍ਰੰਥੀ ਹੈ ਜਿਹੜੇ ਕਿ ਜਿਨ੍ਹਾਂ ਦੀ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਿਆ ਹੋਇਆ, ਤੇ ਉਹ ਜਿਹੜੇ ਆ ਵਧੀਆ ਤਰੀਕੇ ਨਾਲ, ਜਿਸ ਤਰੀਕੇ ਨਾਲ ਪ੍ਰੋਗਰਾਮ ਦਿੱਤਾ ਜਾਂਦਾ, ਉਹ ਪਿੰਡਾਂ 'ਚ ਕੰਮ ਕਰਦੇ ਆ। ਇਸ ਤਰ੍ਹਾਂ ਭੈਣਾਂ ਵੀ ਨੇ ਜਿਹੜੀਆਂ ਕਿ ਘਰਾਂ 'ਚ ਜਾ ਕੇ ਗੁਰਬਾਣੀ ਪੜ੍ਹਦੀਆਂ ਇਕੱਠੀਆਂ ਹੋ ਕੇ, ਉਹ ਵੀ ਅਸੀਂ ਟੀਮਾਂ ਜਿਹੜੀਆਂ ਉਹ ਪਿੰਡਾਂ ਦੇ ਵਿੱਚ ਬਣਾਈਆਂ ਹੋਈਆਂ। ਕਹਿਣ ਦਾ ਮਤਲਬ ਜਦੋਂ ਅਸੀਂ ਪੰਥ ਕੀ ਜੀਤ ਨੂੰ ਸਮਝ ਲਾਂਗੇ ਵੀ ਪੰਥ ਦੀ ਜਿੱਤ ਹੋਣੀ ਹੈ, ਆਪਣੀ ਅਸੀਂ ਜਿੱਤ ਨੂੰ ਛੱਡ ਕੇ ਜਦੋਂ ਪੰਥ ਦੀ ਜਿੱਤ ਦਾ ਝੰਡਾ ਚੱਕ ਲਾਂਗੇ, ਤੇ ਫਿਰ ਉਹ ਦਿਨ ਦੂਰ ਨਹੀਂ ਹੈ ਵੀ ਇੱਥੇ ਸਾਡੇ ਵੱਡਿਆਂ ਦਾ ਖੂਨ ਡੁੱਲਿਆ ਇਸ ਧਰਤੀ ਦੇ ਉੱਪਰ, ਇੱਥੇ ਸਾਹਿਬਜ਼ਾਦਿਆਂ ਦਾ ਖੂਨ ਡੁੱਲਿਆ ਆ। ਉਹ ਜੇ ਸਾਡੇ ਵੱਡਿਆਂ ਦੇ ਖੂਨ ਨੇ ਇਹਨਾਂ ਨੂੰ ਪ੍ਰਭਾਵਿਤ ਨਾ ਕੀਤਾ, ਤੇ ਹੋਰ ਇਹਨਾਂ ਨੂੰ ਕੋਈ ਚੀਜ਼ ਪ੍ਰਭਾਵਿਤ ਨਹੀਂ ਕਰ ਸਕਦੀ। ਸਿਰਫ ਇਹਨਾਂ ਦੇ ਕੰਨਾਂ ਵਿੱਚ ਪਾਉਣ ਦੀ ਲੋੜ ਹੈ ਵੀ ਤੁਸੀਂ ਇਹਨਾਂ ਦੇ ਵਾਰਸ ਹੋ, ਉਹਨਾਂ ਦੇ ਕੰਨਾਂ 'ਚ ਪਾਉਣ ਦੀ ਲੋੜ ਹੈ। ਹਾਂਜੀ ਗੁਰਦੇਵ ਸਿੰਘ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਤੁਸੀਂ ਬੜੇ ਸੋਹਣੇ ਢੰਗ ਨਾਲ ਸਮਝਾਇਆ ਕਿ ਇੱਕ ਤੇ ਸਾਨੂੰ ਜਿਹੜਾ ਸਾਡਾ ਐਗਜ਼ਿਸਟਿੰਗ, ਕਮਾਲ ਦਾ ਸਾਡਾ ਐਗਜ਼ਿਸਟਿੰਗ ਸਟਰਕਚਰ ਹੈ ਗੁਰਦੁਆਰਾ, ਗੁਰਦੁਆਰੇ ਸਾਡੇ ਜਿਹੜੇ ਨੇ ਉਹ ਉਸ ਤਰ੍ਹਾਂ ਯੂਜ਼ ਹੋਣੇ ਚਾਹੀਦੇ ਨੇ ਜਿਸ ਤਰ੍ਹਾਂ ਤੁਸੀਂ ਐਗਜ਼ਾਮਪਲ ਦਿੱਤੀ, ਉੱਥੇ ਵੋਕੇਸ਼ਨਲ ਟ੍ਰੇਨਿੰਗਸ ਅਗਰ ਦਿੱਤੀਆਂ ਜਾਣ, ਇੱਕ ਸੋਸ਼ੋ ਇਕਨੋਮਿਕਲ ਮਾਡਲ ਜਿਹੜਾ ਉਹ ਬਣਾਉਣ ਦੀ ਜ਼ਰੂਰਤ ਹੈ। ਔਰ ਉਹਦੇ ਗੁਰਦੁਆਰੇ ਦੇ ਅਕੋਰਡਿੰਗ ਅਗਰ ਉਹ ਰਹੇਗਾ ਉਹ ਮਾਡਲ, ਤੇ ਉਹ ਇੱਕ ਬਹੁਤ ਹੀ ਸੋਹਣੇ ਢੰਗ ਦੇ ਨਾਲ ਉਹ ਸੈਲਫ ਐਗਜ਼ਿਸਟੈਂਸ ਮਾਡਲ, ਐਗਜ਼ਿਸਟਿੰਗ ਮਾਡਲ ਜਿਹੜਾ ਉਹ ਬਣ ਜਾਏਗਾ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂਜੀ, ਤੁਸੀਂ ਇੱਕ ਮਿੰਟ ਹੋਰ ਲੈ ਲਓ, ਇੱਕ ਮਿੰਟ ਹੋਰ ਲੈ ਲਓ ਮੇਰਾ, ਵਧੀਆ ਜੀ, ਇੱਕ ਮਿੰਟ ਲੈ ਲਓ ਤੇ ਵਧੀਆ। ਇਹਦੇ ਲਈ ਜਿਹੜਾ ਆ ਕਿ ਅਸੀਂ ਜਿਹੜੇ ਰੂਟ ਬਣਾਏ ਹੋਏ ਆ ਵੀ ਉਹਨਾਂ ਲੋਕਾਂ ਨੂੰ ਕਿਵੇਂ ਜੋੜਿਆ ਜਾ ਸਕਦਾ ਹੈ, ਮੈਂ ਦੱਸ ਦਿਆਂ ਵੀ ਜਿਹੜੇ ਗ੍ਰੰਥੀ ਸਿੰਘ ਨੇ ਉਹਦੇ ਲਈ ਉਹਦਾ ਇੱਕ ਟੈਸਟ ਰੱਖ ਲਿਆ ਜਾਏ। ਜਿਹੜੇ ਉਸ ਪ੍ਰੋਸੈਸ ਦੇ ਵਿੱਚੋਂ ਗ੍ਰੰਥੀ ਨਿਕਲਦੇ ਆ, ਉਹਨਾਂ ਨੂੰ ਸੰਸਥਾ ਜਿਹੜੀ ਹੈ ਨਾ, ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕ ਲੈ। ਉਹੀ ਗ੍ਰੰਥੀ ਜਿਹੜੇ ਆ ਉਹ ਜੇ ਸਾਨੂੰ ਪੰਜਾਬ ਦੇ ਵਿੱਚ 20 ਪਿੰਡ ਵੀ ਮਿਲਦੇ ਆ ਤੇ ਬਹੁਤ ਨੇ, ਉੱਥੋਂ ਹੀ ਸ਼ੁਰੂ ਕੀਤਾ ਜਾਏ, 10 ਪਿੰਡਾਂ ਤੋਂ ਸ਼ੁਰੂ ਕਰ ਲਿਆ ਜਾਏ। ਠੀਕ ਹੈ ਜੀ। ਸੋ ਅਗਲੇ ਜਿਹੜੇ ਸਾਡੇ ਬੁਲਾਰੇ ਨੇ ਉਹ ਪ੍ਰੋਫੈਸਰ ਮਨਜੀਤ ਕੌਰ ਅੰਮ੍ਰਿਤਸਰ ਤੋਂ ਨੇ। ਇਹ ਸ਼ਹੀਦ ਮਿਸ਼ਨਰੀ ਕਾਲਜ ਜੋ SGPC ਦੇ ਦਾਈ ਕਾਲਜ ਹੈ ਉਹਦੇ ਪ੍ਰਿੰਸੀਪਲ ਨੇ। ਤੇ ਇਹ ਕਾਲਜ ਜਿਹੜਾ ਹੈ, ਇਹ ਮੈਂ ਦੱਸ ਦਵਾਂ ਕਿ ਵਨ ਆਫ ਦਾ ਫਸਟ ਕਾਲਜ ਹੈ, ਪਹਿਲਾ ਕਾਲਜ ਸੀ। ਜਿਹੜੇ ਟੋਟਲ 17 ਮਿਸ਼ਨਰੀ ਕਾਲਜ ਨੇ SGPC ਦੇ, ਉਹਨਾਂ ਵਿੱਚੋਂ ਪਹਿਲਾ ਕਾਲਜ ਸੀਗਾ। ਇਹ ਉਹਨਾਂ ਦੇ ਪ੍ਰਿੰਸੀਪਲ ਨੇ ਜੋ 3 ਸਾਲ ਦਾ ਉੱਥੇ ਕੋਰਸ ਕਰਾਇਆ ਜਾ ਰਿਹਾ ਹੈ। ਔਰ ਹਰ 3 ਸਾਲ ਦੇ ਬਾਅਦ ਤਕਰੀਬਨ 80 ਤੋਂ ਲੈ ਕੇ 100 ਪ੍ਰਚਾਰਕ ਜਿਹੜੇ ਨੇ ਉਹ ਤਿਆਰ ਕੀਤੇ ਜਾਂਦੇ ਨੇ, ਜੋ ਕਿ ਪ੍ਰਚਾਰ, ਰਾਗੀ, ਤਬਲਾ ਵਾਦਕ, ਇਹ ਸਾਰੇ ਜੋ ਹੈ ਇੱਥੇ ਤਿਆਰ ਹੁੰਦੇ ਨੇ। ਇਹਨਾਂ ਨੇ ਹੁਣ ਤੱਕ 6 ਕਿਤਾਬਾਂ ਵੀ ਜਿਹੜੀਆਂ ਨੇ ਉਹ ਪਬਲਿਸ਼ ਕੀਤੀਆਂ ਨੇ, ਜੋ SGPC ਨੇ ਪਬਲਿਸ਼ ਕੀਤੀਆਂ ਨੇ। ਤੇ ਰੀਸੈਂਟਲੀ ਅਸੀਂ ਪਿੱਛੇ ਖਬਰ ਸੁਣੀ ਸੀ ਕਿ SGPC ਨੇ ਜੱਥੇ ਭੇਜੇ ਨੇ ਪਿੰਡਾਂ ਦੇ ਵਿੱਚ ਜਾ ਕੇ। ਉਹ ਵੀ ਜਿਹੜਾ ਹੈ ਇਹਨਾਂ ਦੇ ਅੰਡਰ ਹੀ ਹੋਇਆ ਸੀਗਾ, SGPC ਮਿਸ਼ਨਰੀ ਕਾਲਜਾਂ ਦੇ ਅੰਡਰ ਹੀ ਹੋਇਆ ਸੀ, ਜਿਹਦਾ ਕਿ ਮਨਜੀਤ ਕੌਰ ਜੀ ਹਿੱਸਾ ਨੇ। ਤੇ ਮਨਜੀਤ ਕੌਰ ਜੀ, ਤੁਸੀਂ ਤੇ ਦੇਖ ਲਿਆ ਕਿ ਇੱਕ ਆਮ ਤੌਰ ਤੇ ਇੱਕ ਬੜੀ ਵੱਡੀ ਜੋ ਹੈ
ਸ਼ਿਕਾਇਤ ਹੈਗੀ ਹੈ SGPC ਵੱਲੋਂ ਕਿ ਜਿਸ ਕਾਰਜ ਵਾਸਤੇ ਬਣੀ ਸੀ ਉਹ ਪ੍ਰੋਪਰਲੀ ਉਸ ਤਰ੍ਹਾਂ ਕਾਰਜ ਹੋ ਨਹੀਂ ਰਿਹਾ, ਤੇ ਤੁਸੀਂ ਇਸ ਸਵਾਲ ਨੂੰ ਵੀ ਹੱਲ ਸਮਝਾਣਾ ਤੇ ਦੂਜੇ ਅੱਗੋਂ ਆਪਣੇ ਹੱਲ ਵੀ ਦੱਸਣੇ ਨੇ ਕਿ ਹੋਰ ਸੰਗਤ ਤੋਂ ਕੀ ਉਮੀਦ ਕਰਦੇ ਹੋ, ਕਿੱਥੇ ਕਮੀ ਰਹਿ ਗਈ SGPC 'ਚ, ਤੁਸੀਂ ਸਾਰਾ ਥੋੜਾ ਬਰੀਫ ਕਰੋ, ਕਿਉਂਕਿ ਸਾਰੇ ਜਿਹੜੇ ਸਵਾਲ ਹੈ ਨਾ ਘੁੰਮ ਫਿਰ ਕੇ ਉਹ ਗੁਰਦੁਆਰਾ ਪ੍ਰਬੰਧ ਦੇ ਉੱਤੇ ਦੀ ਕਮੀਆਂ ਵੱਲ ਆਉਂਦੇ ਨੇ। ਸੋ ਤੁਸੀਂ SGPC ਦੇ ਵੱਲੋਂ ਰਿਪਰੈਜ਼ੈਂਟ ਕਰ ਰਹੇ ਹੋ, ਤੁਸੀਂ ਜ਼ਰਾ ਆਪਣਾ ਐਂਗਲ ਜ਼ਰੂਰ ਬਿਆਨ ਕਰੋ। ਮਨਜੀਤ ਕੌਰ ਜੀ, ਤੁਸੀਂ ਅਨਮਿਊਟ ਕਰ ਲਓ। ਜਿੰਨੇ ਵੀ ਇਸ ਮੀਟਿੰਗ ਦੇ ਵਿੱਚ ਭੈਣਾਂ ਤੇ ਵੀਰ ਸ਼ਾਮਲ ਨੇ, ਸਭ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਵੀਰ ਜੀ ਗੁਰਪ੍ਰੀਤ ਸਿੰਘ ਜੀ, ਤੁਹਾਡਾ ਤੇ ਤੁਹਾਡੀ ਟੀਮ ਦਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਇਸ ਸੇਵਾ ਦੇ ਲਈ ਸਾਨੂੰ ਚੁਣਿਆ ਤੇ ਤੁਹਾਡੇ ਨਾਲ ਸਾਂਝ ਪਾਉਣ ਦਾ ਮੌਕਾ ਦਿੱਤਾ ਸਾਰਿਆਂ ਦੇ ਨਾਲ। ਮੈਂ ਜਿਹੜੀ ਤੁਸੀਂ ਗੱਲ ਕੀਤੀ ਹੈ SGPC ਦੀ, ਮੈਂ 2 ਮਿੰਟ ਦੇ ਬਾਰੇ ਗੱਲ ਕਰਕੇ ਫਿਰ ਆਪਣੇ ਮਿਸ਼ਨ ਜੋ ਅੱਜ ਦਾ ਹੈ ਸਾਡਾ ਉਹਦੇ ਵੱਲ ਆਵਾਂਗੀ। 1920 ਦੇ ਵਿੱਚ ਸ਼੍ਰੋਮਣੀ ਕਮੇਟੀ ਬਣਦੀ ਹੈ। 1921 ਦੇ ਵਿੱਚ ਸਾਕੇ ਵਾਪਰਦੇ ਨੇ। ਪਹਿਲਾ ਸਾਕਾ ਤਰਨਤਾਰਨ ਦਾ ਵਾਪਰਦਾ, ਗੁਰਦੁਆਰਾ ਸੁਧਾਰ ਲਹਿਰ ਇਹ ਚੱਲਦੀ ਪਈ ਹੈ। ਉਸ ਤੋਂ ਬਾਅਦ ਸਾਕਾ ਨਨਕਾਣਾ ਸਾਹਿਬ ਵਾਪਰਦਾ, ਜਿਹਦੇ ਵਿੱਚ 200 ਦੇ ਲਗਭਗ ਸਿੱਖ ਜਿਹੜੇ ਨੇ ਉਹ ਬੁਰੇ ਤਰੀਕੇ ਦੇ ਨਾਲ ਉਸ ਸਮੇਂ ਦੇ ਮਹੰਤਾਂ ਵੱਲੋਂ ਸ਼ਹੀਦ ਕੀਤੇ ਜਾਂਦੇ ਨੇ। ਮਹੰਤ ਨਾਰਾਇਣ ਦਾਸ ਉਸ ਸਮੇਂ ਗੁਰਦੁਆਰਾ ਨਨਕਾਣਾ ਸਾਹਿਬ ਦਾ ਮੁੱਖ ਮਹੰਤ ਸੀ। ਉਹਦੇ ਵੱਲੋਂ ਭਾਈ ਲਛਮਣ ਸਿੰਘ ਧਾਰੋਵਾਲੀ, ਭਾਈ ਵਰਿਆਮ ਸਿੰਘ, ਭਾਈ ਦਲੀਪ ਸਿੰਘ ਵਰਗੇ ਜਿਹੜੇ ਗੁਰੂ ਘਰ ਦੇ ਪ੍ਰੇਮੀ ਸਿੱਖ ਸਨ, ਉਹਨਾਂ ਨੂੰ ਜੰਡਾਂ ਨਾਲ ਬੰਨ੍ਹ ਕੇ ਤੰਦੂਰਾਂ ਵਿੱਚ ਝੋਂਕ ਕੇ ਉਹਨਾਂ ਨੂੰ ਇੱਕ ਲੱਕੜ ਦੇ ਮੁੱਛਿਆਂ ਦੇ ਉੱਤੇ ਰੱਖ ਕੇ ਉਹਨਾਂ ਦਾ ਕੀਮਾ ਕੀਤਾ ਗਿਆ ਸੀ। ਸਿੱਖ ਉਸ ਸਾਕੇ ਨੂੰ ਚੰਗੀ ਤਰ੍ਹਾਂ ਜਾਣਦੇ ਨੇ, ਵਾਕਿਫ ਨੇ, ਮੈਂ ਉਸ ਨੂੰ ਨਹੀਂ ਦੁਹਰਾਵਾਂਗੀ। ਉਸ ਸਾਕੇ ਦੇ ਸਮੇਂ ਜਿਹੜੇ ਮੁੱਖ ਸ਼ਹੀਦ ਹੋਏ ਸਨ ਸਾਰੇ, ਉਹਨਾਂ ਦਾ ਜਿਹੜਾ ਸੰਸਕਾਰ ਕੀਤਾ ਗਿਆ ਸੀ। ਉਸ ਸੰਸਕਾਰ ਦੇ ਸਮੇਂ ਜਿਹੜੇ ਉਸ ਸਮੇਂ ਗੁਰੂ ਪੰਥ ਦੇ ਆਗੂ ਸਨ, ਉਹਨਾਂ ਨੇ ਫੈਸਲਾ ਕੀਤਾ ਸੀ ਇੱਕ ਕਾਲਜ ਬਣਾਉਣ ਦਾ, ਤੇ ਇਹ ਕਾਲਜ ਜਿਹੜਾ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਹੈ, ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਬਣਾਇਆ ਗਿਆ। ਭੈਣ ਜੀ ਹਰਸ਼ਿੰਦਰ ਕੌਰ ਜੀ ਸਾਡੇ ਨਾਲ ਮੀਟਿੰਗ ਵਿੱਚ ਸ਼ਾਮਲ ਨੇ। ਇਹਨਾਂ ਦੇ ਨਾਨਾ ਜੀ ਪ੍ਰੋਫੈਸਰ ਸਾਹਿਬ ਸਿੰਘ ਜੀ ਇਸ ਕਾਲਜ ਦੇ ਚੌਥੇ ਪ੍ਰਿੰਸੀਪਲ ਹੋਏ ਨੇ, ਜਿਨ੍ਹਾਂ ਨੇ ਤਕਰੀਬਨ 15-20 ਸਾਲ ਇੱਥੇ ਪ੍ਰਿੰਸੀਪਲ ਵਜੋਂ ਤੇ ਪ੍ਰੋਫੈਸਰ ਸਾਹਿਬ ਸਿੰਘ ਨੇ ਪ੍ਰਿੰਸੀਪਲ ਵਜੋਂ ਤੇ ਇੱਕ ਟੀਚਰ ਵਜੋਂ ਸੇਵਾਵਾਂ ਨਿਭਾਈਆਂ ਨੇ। ਮੇਰੇ ਵੀਰ ਜੀਓ, ਇਸ ਕਾਲਜ ਦੇ ਵਿੱਚੋਂ ਅਜਿਹੇ ਪ੍ਰਚਾਰਕ ਤਿਆਰ ਹੋਏ ਨੇ ਜਿਨ੍ਹਾਂ ਨੇ ਪੰਥ ਦੇ ਵਿੱਚ ਬੜੀਆਂ ਵੱਡੀਆਂ ਸੇਵਾਵਾਂ ਨਿਭਾਈਆਂ ਨੇ। ਪਹਿਲਾਂ ਸਭ ਤੋਂ ਜਿਹੜਾ ਬੈਚ ਨਿਕਲਦਾ ਹੈ ਗਿਆਨੀ ਬਾਦਲ ਸਿੰਘ ਨੇ, ਜਿਨ੍ਹਾਂ ਨੇ ਯੂਪੀ ਉਸ ਸਮੇਂ ਦਾ ਜਿਹੜਾ ਹੈ ਉਹ ਜੰਗਲ ਸੀ, ਉੱਥੇ ਦੇ ਜਿਹੜੇ ਲੋਕ ਸਨ ਉਹਨਾਂ ਨੂੰ ਕੋਈ ਸਿੱਖੀ ਦੀ ਸੋਝੀ ਨਹੀਂ ਸੀ, ਉੱਥੇ ਜਾ ਕੇ ਪ੍ਰਚਾਰ ਕੀਤਾ ਤੇ ਜਿਹੜੇ ਰਜਵਾੜੇ ਸਨ ਉੱਥੋਂ ਦੇ, ਉਹਨਾਂ ਨੂੰ ਸਿੱਖੀ ਨਾਲ ਜੋੜ ਕੇ ਉੱਥੇ ਖਾਲਸਾ ਸਕੂਲ ਕਾਇਮ ਕੀਤਾ। ਉਸ ਤੋਂ ਬਾਅਦ ਅਲੀਪੁਰ ਮਿਸ਼ਨ ਹੈ, ਹਾਪੜ ਮਿਸ਼ਨ ਬਣਿਆ। ਇਹ ਜਿੰਨੇ ਵੀ ਪੰਜਾਬ ਤੋਂ ਬਾਹਰਲੇ ਮਿਸ਼ਨ ਸਨ, ਉਹਨਾਂ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਚਾਰਕ ਭੇਜ ਕੇ ਉੱਥੇ ਸਿੱਖੀ ਦਾ ਪ੍ਰਚਾਰ ਕੀਤਾ ਗਿਆ। ਸਟਾਰਟਿੰਗ ਜਿਹੜੀ ਇੱਥੋਂ ਹੁੰਦੀ ਹੈ ਕਿ 1927 ਤੋਂ ਲੈ ਕੇ ਹੁਣ ਤੱਕ ਦਾ ਬਹੁਤ ਲੰਮਾ ਇਤਿਹਾਸ ਹੈ, ਤਕਰੀਬਨ 1 ਸਦੀ ਦਾ ਇਤਿਹਾਸ ਹੈ, ਜੋ ਮੇਰੇ ਕੋਲ ਇੰਨਾ ਸਮਾਂ ਨਹੀਂ ਕਿ ਮੈਂ ਉਹ ਸਾਰੇ ਇਤਿਹਾਸ ਨੂੰ ਦੁਹਰਾ ਸਕਾਂ। ਪਰੰਤੂ ਜਿੱਥੇ ਜਿੱਥੇ ਵੀ ਜਿੰਨੀਆਂ ਵੀ ਉਸ ਸਮੇਂ ਅਕਾਲੀ ਦਲ ਦੇ ਜਾਂ ਹੋਰਨਾਂ ਪਾਰਟੀਆਂ ਦੇ ਬੁਲਾਰੇ ਸਨ, ਉਹ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਵਿੱਚੋਂ ਪੜ੍ਹ ਕੇ ਸਿੱਖਿਆ ਲੈ ਕੇ ਉਹ ਬੁਲਾਰੇ ਕੌਮ ਦੀ ਸੇਵਾ ਕਰਦੇ ਰਹੇ ਨੇ। ਉਹਨਾਂ ਦੀ ਲਿਸਟ ਬਹੁਤ ਲੰਬੀ ਹੈ, ਕਦੀ ਮੌਕਾ ਮਿਲਿਆ ਤੇ ਉਹ ਤੁਹਾਡੇ ਨਾਲ ਜ਼ਰੂਰ ਉਹਦੀ ਸਾਂਝ ਪਾਵਾਂਗੀ। ਦੂਜੀ ਗੱਲ ਹੈ ਸ਼੍ਰੋਮਣੀ ਕਮੇਟੀ ਦੀ, ਕਿ ਸ਼੍ਰੋਮਣੀ ਕਮੇਟੀ ਦੇ ਕੋਲ ਜਿੰਨੇ ਪ੍ਰਚਾਰਕ, ਰਾਗੀ ਜਾਂ ਢਾਡੀ, ਕਵੀਸ਼ਰ ਨੇ, ਉਹ ਸਾਰੇ ਹੀ ਕੌਮ ਦਾ ਪ੍ਰਚਾਰ ਕਰ ਰਹੇ ਨੇ। ਪਰੰਤੂ ਇਹ ਹੈ ਕਿ ਸਾਡੇ ਵਿੱਚੋਂ ਹੁਣ ਮੈਂ ਜੋ ਕੁਝ ਵੀ ਕਰ ਰਹੀ ਹਾਂ, ਮੈਂ ਕਦੀ ਉਹਦੀ ਵੀਡੀਓ ਸ਼ੇਅਰ ਨਹੀਂ ਕੀਤੀ, ਕਿਉਂਕਿ ਸਾਡਾ ਜਿਹੜਾ ਮਿਸ਼ਨ ਹੈ ਉਹ ਆਪਣੇ ਆਪ ਨੂੰ ਹਾਈਲਾਈਟ ਕਰਨਾ ਨਹੀਂ। ਅਸੀਂ ਸਿਰਫ ਆਪਣਾ ਜਿਹੜਾ ਮਨ ਹੈ ਉਹ ਸੇਵਾ ਵਾਲੇ ਪਾਸੇ ਲਾਇਆ ਕਿ ਅਸੀਂ ਕੁਝ ਕਰਨਾ ਹੈ, ਜੋ ਸਾਡਾ ਫਰਜ਼ ਹੈ, ਕੌਮੀ ਫਰਜ਼ ਹੈ। ਤੇ ਸ਼੍ਰੋਮਣੀ ਕਮੇਟੀ ਦੇ 17 ਸਕੂਲ ਜਿਹੜੇ ਨੇ, ਵਿਦਿਆਲੇ ਤੇ ਕੁਝ ਸਾਰਾ ਟੋਟਲ 22 ਇਹਨਾਂ ਦੀਆਂ ਸੰਸਥਾਵਾਂ ਨੇ ਜਿਹੜੀਆਂ ਫ੍ਰੀ ਐਜੂਕੇਸ਼ਨ ਦੇ ਰਹੀਆਂ ਨੇ। ਇਹਦੇ ਵਿੱਚ ਗੁਰਮਤਿ ਸੰਗੀਤ ਦੀ ਵੀ ਸਿੱਖਿਆ ਦਿੱਤੀ ਜਾ ਰਹੀ ਹੈ, ਕਥਾਵਾਚਕ ਦੀ ਵੀ, ਧਾਰਮਿਕ ਟੀਚਰ ਦੀ ਵੀ, ਤਬਲਾ ਵਾਦਕ ਦੀ ਵੀ, ਗ੍ਰੰਥੀ ਦੀ ਵੀ,
ਪ੍ਰਚਾਰਕ ਦੀ ਵੀ, ਜਿਹੜੇ ਫੌਜ ਵਿੱਚ ਜਾ ਕੇ ਬਾਬਾ ਜੀ ਬਣਦੇ ਨੇ, JCO ਬਣਦੇ ਨੇ, ਉਹਦੀ ਵੀ ਸਾਰੀ ਜਿਹੜੀ ਸਿੱਖਿਆ ਹੈ ਟੋਟਲੀ ਫ੍ਰੀ ਐਜੂਕੇਸ਼ਨ ਇਹਨਾਂ 22 ਸਾਡੇ ਜਿਹੜੇ ਧਾਰਮਿਕ ਅਦਾਰੇ ਨੇ, ਇਹਦੇ ਵਿੱਚ ਵਿਦਿਆਲੇ ਨੇ, ਕਾਲਜ ਨੇ, ਅਕੈਡਮੀਜ਼ ਨੇ, ਤੇ ਇਹ ਜਿਹੜੀਆਂ ਸੰਸਥਾਵਾਂ ਨੇ ਵੱਖੋ ਵੱਖ ਨਾਮ ਦੇ ਨਾਲ ਜਾਣੀਆਂ ਜਾਂਦੀਆਂ ਨੇ। ਇਹ 22 ਨੇ ਟੋਟਲ ਪੂਰੇ ਇੰਡੀਆ ਦੇ ਵਿੱਚ, ਯੂਪੀ ਵਿੱਚ ਵੀ ਹੈ, ਹਰਿਆਣੇ ਵਿੱਚ ਵੀ ਹੈ, ਰਾਜਸਥਾਨ ਵਿੱਚ ਵੀ ਹੈ, ਰਾਏਪੁਰ ਵਿੱਚ ਵੀ ਹੈ, ਤੇ ਇਹ ਵੱਖ-ਵੱਖ ਇਹਨਾਂ ਦੇ ਮਿਸ਼ਨ ਨੇ ਜਿੱਥੇ ਸਾਰਾ ਪ੍ਰਚਾਰ ਕੀਤਾ ਜਾ ਰਿਹਾ। ਲਿਸਟ ਬਹੁਤ ਲੰਬੀ ਹੈ, ਕਦੀ ਤੁਸੀਂ ਇਸ ਵਿਸ਼ੇ ਦੇ ਉੱਤੇ ਵੱਖਰਾ ਇੱਕ ਸੈਮੀਨਾਰ ਰੱਖਿਓ ਤੇ ਫਿਰ ਮੈਂ ਸਾਰਾ ਪੇਸ਼ ਕਰਾਂਗੀ। ਤੇ ਇਸ ਲਈ ਜੇ ਕਿਸੇ ਨੂੰ ਹੋਰ ਚੀਜ਼ ਦੀ ਜਾਣਕਾਰੀ ਚਾਹੀਦੀ ਹੋਵੇ ਤੇ ਪਰਸਨਲੀ ਮੇਰੇ ਨਾਲ ਤੁਸੀਂ ਜਦੋਂ ਮਰਜ਼ੀ ਗੱਲ ਕਰ ਸਕਦੇ ਹੋ। ਤੇ ਸ਼੍ਰੋਮਣੀ ਕਮੇਟੀ ਪ੍ਰਚਾਰ ਦੇ ਪੱਖੋਂ ਜਿਹੜਾ ਮੈਂ ਦੱਸੇ ਨੇ ਵਸੀਲੇ, ਇਹਨਾਂ ਵਸੀਲਿਆਂ ਦੇ ਰਾਹੀਂ ਬਹੁਤ ਵੱਡਾ ਯੋਗਦਾਨ ਪਾ ਰਹੀ ਹੈ, ਪਰੰਤੂ ਉਹ ਮੈਸੇਜ ਸੰਗਤ ਕੋਲ ਪਹੁੰਚਦਾ ਨਹੀਂ। ਮੈਨੂੰ ਇਹ ਕਮੀ ਲੱਗਦੀ ਹੈ ਕਿ ਜੋ ਕੁਝ ਵੀ ਇਹ ਕਰ ਰਹੀ ਹੈ ਉਹਦਾ ਮੈਸੇਜ ਜਿਹੜਾ ਸਹੀ ਤਰੀਕੇ ਨਾਲ ਸੰਗਤ ਤੱਕ ਜਿਹੜਾ ਹੈ ਉਹ ਕਨਵੇ ਨਹੀਂ ਹੁੰਦਾ। ਇਸ ਕਰਕੇ ਸਾਡੇ ਜਿਹੜੇ ਭੁਲੇਖੇ ਮਨਾਂ ਵਿੱਚ ਆਉਂਦੇ ਨੇ। ਬਾਕੀ ਇਹਨਾਂ ਬਾਰੇ ਆਪਾਂ ਹੋਰ ਵੀ ਜਿਹੜਾ ਬਰੀਕੀ ਨਾਲ ਜਾਣ ਸਕਦੇ ਆ। ਜਿਹੜਾ ਅੱਜ ਦਾ ਸਾਡਾ, ਹਾਂਜੀ ਆਵਾਂ ਜੀ ਉਸ ਪਾਸੇ ਭਾਈ ਸਾਹਿਬ ਜੀ, ਜੇ ਆਗਿਆ ਹੋਵੇ ਤਾਂ। ਹਾਂਜੀ ਹਾਂਜੀ ਬਿਲਕੁਲ ਜੀ, ਤੁਸੀਂ ਉੱਥੇ ਆਓ। ਹਾਂਜੀ, ਜਿਹੜਾ ਸਾਡਾ ਅੱਜ ਦਾ ਟੌਪਿਕ ਹੈ ਉਹ ਜਿਹੜਾ ਈਸਾਈਅਤ ਦਾ ਪ੍ਰਚਾਰ ਜਾਂ ਪ੍ਰਸਾਰ ਹੈ, ਇਸ ਦਾ ਮੁੱਢ ਜੋ ਜਿੰਨਾ ਕੁ ਮੈਂ ਜਾਣਦੀ ਹਾਂ, ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੇ ਸਮੇਂ ਤੋਂ ਵੱਜ ਜਾਂਦਾ। ਦੇਖੋ, ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਹੀ ਜਿਹੜੇ ਅੰਗਰੇਜ਼ ਨੇ ਉਹ ਹਿੰਦੁਸਤਾਨ ਵਿੱਚ ਆ ਜਾਂਦੇ ਨੇ ਤੇ ਫਿਰ ਉਹ ਈਸਾਈਅਤ ਦਾ ਪ੍ਰਚਾਰ ਜਿਹੜਾ ਸ਼ੁਰੂ ਹੁੰਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਨਾਲ ਸੰਬੰਧਿਤ ਵੀ ਸਾਨੂੰ ਕੁਝ ਜਿਹੜੇ ਸਰੋਤ ਨੇ ਉਹਨਾਂ ਤੋਂ ਇਹ ਗਵਾਹੀਆਂ ਮਿਲਦੀਆਂ ਨੇ। ਖਾਲਸਾ ਰਾਜ ਦੀ ਸਮਾਪਤੀ ਤੋਂ ਬਾਅਦ ਜਦੋਂ ਇੱਕ ਈਸਾਈਅਤ ਦੀ ਲਹਿਰ ਜਿਹੜੀ ਹੈ ਇਹ ਜ਼ਿਆਦਾ ਤੇਜ਼ੀ ਫੜਦੀ ਹੈ। ਦੇਖੋ, ਦੋ ਚੀਜ਼ਾਂ ਮੇਨ ਨੇ, ਇੱਕ ਹੈ ਐਜੂਕੇਸ਼ਨ, ਇੱਕ ਹੈ ਹੈਲਥ। ਇਹਨਾਂ ਨੇ ਇਹ ਦੋ ਚੀਜ਼ਾਂ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਸਥਾਪਿਤ ਕੀਤੀਆਂ। ਇਹਨਾਂ ਨੇ ਬਾਰਡਰ ਬੈਲਟ ਨੂੰ ਚੁਣਿਆ ਪਹਿਲੇ ਨੰਬਰ ਦੇ ਉੱਤੇ। ਉੱਥੋਂ ਦੇ ਜਿਹੜੇ ਲੋਕ ਸਨ ਉਹਨਾਂ ਦੇ ਵਿੱਚ ਹਸਪੀਟਲ, ਜਿਵੇਂ ਭਿੱਖੀਵਿੰਡ ਦਾ ਏਰੀਆ ਹੈ, ਬਾਰਡਰ ਬੈਲਟ ਪੈਂਦੀ ਹੈ, ਤਕਰੀਬਨ 70-80 ਸਾਲ ਪਹਿਲਾਂ ਉੱਥੇ ਇੱਕ ਮਿਸ਼ਨ ਹਸਪੀਟਲ ਬਣਾਇਆ। ਉੱਥੇ ਲੇਡੀਜ਼ ਦਾ ਪੂਰਾ ਇਲਾਜ ਜਿਹੜਾ ਹੈ ਉਹਨਾਂ ਦਾ, ਗਾਇਨੀ ਦਾ ਪੂਰਾ ਫ੍ਰੀ ਕੀਤਾ ਜਾਂਦਾ ਹੈ, ਕੋਈ ਪੈਸਾ ਨਹੀਂ ਲਿਆ ਜਾਂਦਾ। ਫਿਰ ਉਹਦੇ ਨਾਲ ਹੀ ਇੱਕ ਜਿਹੜਾ ਚਰਚ ਹੈ ਉਹ ਸਥਾਪਿਤ ਹੋ ਗਿਆ। ਚਰਚ ਦੇ ਰਾਹੀਂ ਲੋਕਾਂ ਨੂੰ ਜੋੜਿਆ ਗਿਆ। ਬੇਰਿੰਗ ਕਾਲਜ ਬਣਦਾ ਹੈ ਬਟਾਲੇ ਦੇ ਵਿੱਚ। ਬਟਾਲੇ ਦੇ ਵਿੱਚ ਮੈਕਲੋਡ ਉੱਥੇ ਸਥਾਪਿਤ ਹੁੰਦਾ ਹੈ। ਉਹਦੇ ਰਾਹੀਂ ਸਭ ਤੋਂ ਵੱਡਾ ਜਿਹੜਾ ਇਲਾਕਾ ਈਸਾਈਅਤ ਵੱਲ ਆਉਂਦਾ ਹੈ ਉਹ ਗੁਰਦਾਸਪੁਰ ਦਾ ਏਰੀਆ ਹੈ, ਕਾਦੀਆਂ ਦਾ ਏਰੀਆ ਹੈ, ਜਿੱਥੋਂ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਈਸਾਈ ਬਣ ਲੱਗੇ। ਦੋ ਮਾਧਿਅਮ ਇਹਨਾਂ ਨੇ ਅਪਣਾਏ, ਪਹਿਲਾਂ ਐਜੂਕੇਸ਼ਨ ਤੇ ਹਸਪੀਟਲ। ਸਕੂਲ ਖੋਲੇ, ਸਕੂਲਾਂ ਤੋਂ ਬਾਅਦ ਇਹਨਾਂ ਨੇ ਕਾਲਜ ਖੋਲ ਕੇ ਉਹਦੇ ਰਾਹੀਂ ਇਹਨਾਂ ਨੇ ਲੋਕਾਂ ਨੂੰ ਜੋੜਿਆ। ਇਹਦੇ ਪਿੱਛੇ ਜਿਹੜੀ ਪਛੜਾ ਵਰਗ ਹੈ, ਜੋ ਗਰੀਬ ਨੇ, ਉਹਨਾਂ ਦੀਆਂ ਮਜਬੂਰੀਆਂ ਹੁੰਦੀਆਂ ਨੇ। ਇਹਨਾਂ ਲੋਕਾਂ ਨੇ ਉਹਨਾਂ ਦੀਆਂ ਮਜਬੂਰੀਆਂ ਦਾ ਫਾਇਦਾ ਉਠਾ ਕੇ ਉਹਨਾਂ ਨੂੰ ਆਪਣੇ ਨਾਲ ਜੋੜ ਕੇ ਉਹਨਾਂ ਦਾ ਧਰਮ ਜਿਹੜਾ ਹੈ ਉਹ ਚੇਂਜ ਕੀਤਾ। ਪਹਿਲਾਂ ਸੀ ਕਿ ਧਰਮ ਚੇਂਜ ਕਰਦੇ ਸਨ ਤੇ ਨਾਮ ਚੇਂਜ ਕਰ ਦਿੰਦੇ ਸਨ, ਜੋ ਪਹਿਲਾ ਦੌਰ ਚੱਲਿਆ। ਫਿਰ ਇਸ ਤੋਂ ਬਾਅਦ ਪਹਿਲਾਂ ਇਹ ਮਜਬੂਰੀ ਦਾ ਫਾਇਦਾ ਉਠਾਉਂਦੇ ਨੇ, ਨੰਬਰ 2 ਤੇ ਇਹ ਲਾਲਚ ਦਿੰਦੇ ਨੇ, ਫਿਰ ਤੀਜੇ ਨੰਬਰ ਦੇ ਉੱਤੇ ਇਹ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ, ਜਿਵੇਂ ਜਾਦੂ ਟੂਣਿਆਂ, ਲੋਕੀ ਜਿਹੜੇ ਭੋਲੇ ਹੁੰਦੇ ਨੇ ਉਹ ਇਹਨਾਂ ਦੇ ਗੱਲਾਂ ਦੇ ਵਿੱਚ ਆ ਕੇ ਕਿ ਤੈਨੂੰ ਕਿਸੇ ਨੇ ਕੁਝ ਕੀਤਾ ਹੈ, ਤੈਨੂੰ ਭੂਤ ਪ੍ਰੇਤ ਚੰਬੜਿਆ, ਤੈਨੂੰ ਕੋਈ ਛਾਇਆ ਹੈ, ਇਹੋ ਜਿਹੀਆਂ ਗੱਲਾਂ ਕਰਕੇ ਉਹਨੂੰ ਫਸਾਉਂਦੇ ਨੇ, ਝੂਠੀਆਂ ਕਹਾਣੀਆਂ ਘੜਦੇ ਨੇ। ਮੇਨ ਗੱਲ ਇਹ ਕਿ ਇਹ ਜਿਹੜਾ ਆਪਾਂ ਗੱਲ ਕਰਦੇ ਨਾ ਘਰ ਘਰ ਅੰਦਰ ਧਰਮਸਾਲ, ਇਹ ਚੀਜ਼ ਨੂੰ ਇਹਨਾਂ ਨੇ ਅਡਾਪਟ ਕੀਤਾ ਹੈ। ਸਾਡੇ ਨੂੰ ਇਹਨਾਂ ਨੇ ਇਸ ਚੀਜ਼ ਨੂੰ ਕੀਤਾ ਕਿ ਇਹਨਾਂ ਨੇ ਗਲੀ ਗਲੀ ਲੈਵਲ ਦੇ ਉੱਤੇ ਆਪਣਾ ਪ੍ਰਚਾਰ ਕੀਤਾ। ਗਲੀ ਗਲੀ ਦੇ ਵਿੱਚ ਇਹਨਾਂ ਨੇ ਚਰਚ ਸਥਾਪਿਤ ਕੀਤੇ। ਇਹਨਾਂ ਦੇ ਘਰ ਘਰ ਦੇ ਵਿੱਚ ਚਰਚ ਸਥਾਪਿਤ ਹੋ ਚੁੱਕੇ ਨੇ। ਉਹਦਾ ਵੀ ਜਿਹੜੀ ਗਿਣਤੀ ਜੇ ਤੁਸੀਂ ਚਾਹੋ ਤੇ ਕਾਫੀ ਹੱਦ ਤੱਕ ਮੈਂ ਤੁਹਾਨੂੰ ਉਹਦੇ ਵਿੱਚ ਜਿਹੜਾ ਹੈ ਉਹ ਜਾਣਕਾਰੀ ਦੇ ਸਕਦੀ ਹੈ ਵੀ ਕਿਵੇਂ ਇਹ ਆਪਣਾ ਪ੍ਰਚਾਰ ਕਰ ਰਹੇ ਨੇ। ਜਿਵੇਂ ਮੈਂ ਹੋਵਾਂ ਤੇ ਮੇਰੀ ਗਲੀ ਦੇ ਵਿੱਚ 20 ਘਰ ਨੇ ਤੇ ਉਹਦੇ ਲਈ ਇੱਕ ਹਫ਼ਤੇ ਵਿੱਚ ਪ੍ਰੋਗਰਾਮ ਇੱਕ ਘਰ ਦੇ ਵਿੱਚ ਹੋਵੇਗਾ, ਇੱਕ ਹਫ਼ਤੇ ਵਿੱਚ ਅਗਲੇ ਹਫ਼ਤੇ ਸ਼ੁੱਕਰਵਾਰ ਜਾਂ ਐਤਵਾਰ ਦੂਜੇ ਦੇ ਘਰ ਹੋਵੇਗਾ। 100 ਰੁਪਈਆ ਮੈਨੂੰ ਹਰ ਹਫ਼ਤੇ ਉੱਥੇ ਦਾਨ ਕਰਨਾ। ਉਹ ਜਿਹੜਾ ਦਾਨ ਕੀਤਾ ਪੈਸਾ ਹੈ ਉਹ ਲੋੜਵੰਦਾਂ ਦੇ ਵਿੱਚ ਵਰਤਿਆ ਜਾਂਦਾ ਹੈ। ਕੁਝ ਇਹੋ ਜਿਹੇ ਇਹਨਾਂ ਦੇ ਢੰਗ ਨੇ। ਦੂਜੀ ਗੱਲ ਜਿਹੜੀ ਅਗਲੀ ਹੈ ਕਿ ਇਹ ਝੂਠੀਆਂ ਕਹਾਣੀਆਂ ਘੜਦੇ ਨੇ। ਇੱਕ ਐਗਜ਼ਾਮਪਲ ਦੇਵਾਂਗੀ ਕਿ ਇਹਨਾਂ ਨੇ ਸਕੂਲਾਂ ਦੇ ਵਿੱਚ ਜਿਹੜੇ ਚਰਚ ਬਣੇ ਨੇ, ਅੱਜ ਸਾਡੇ 70% ਜਿਹੜੇ ਬੱਚੇ ਨੇ ਸਿੱਖਾਂ ਦੇ
ਉਹ ਇਹਨਾਂ ਦੇ ਸਕੂਲਾਂ ਵਿੱਚ, ਕਨਵੈਂਟ ਸਕੂਲਾਂ ਦੇ ਵਿੱਚ ਐਜੂਕੇਸ਼ਨ ਲੈ ਰਹੇ ਨੇ, ਤੇ ਜਿਹੜੀ ਪ੍ਰੇਅਰ ਹੁੰਦੀ ਹੈ ਉਹ ਜੀਸਸ ਦੇ ਅੱਗੇ ਹੀ ਹੁੰਦੀ ਹੈ, ਉਹਨੂੰ ਨਮਸਕਾਰ ਕਰਕੇ ਹੀ ਹੁੰਦੀ ਹੈ, ਬਾਈਬਲ ਦੀਆਂ ਕੁਝ ਆਇਤਾਂ ਪੜ੍ਹ ਕੇ ਹੀ ਹੁੰਦੀ ਹੈ। ਤੇ ਇਹ ਜਿਵੇਂ ਬੱਚੇ ਸਕੂਲਾਂ ਵਿੱਚ ਜਾਂਦੇ ਨੇ, ਪਿੱਛੇ ਜੇ ਇੱਕ ਕਾਫੀ ਵੀਡੀਓ ਵਾਇਰਲ ਹੋਈ ਸੀ, ਜੇ ਤੁਸੀਂ ਵੀ ਵੇਖੀ ਹੋਵੇ, ਕਿ ਬੱਚੇ ਜਾ ਰਹੇ ਨੇ ਤੇ ਸਕੂਲ ਜਿਹੜਾ ਵੈਨ ਦਾ ਡਰਾਈਵਰ ਹੈ ਉਹ ਵੈਨ ਰੋਕ ਦਿੰਦਾ ਹੈ, ਬੜਾ ਧੱਕਾ ਲਾਉਂਦੇ ਨੇ ਗੱਡੀ ਨੂੰ, ਬੜੀ ਕੋਸ਼ਿਸ਼ ਕਰਦੇ ਆ ਪਰ ਬੱਸ ਚੱਲਦੀ ਨਹੀਂ। ਉਹ ਬੱਚਿਆਂ ਨੂੰ ਕਹਿੰਦਾ ਤੁਸੀਂ ਅੱਖਾਂ ਬੰਦ ਕਰਕੇ ਨਾ ਜੀਸਸ ਨੂੰ ਯਾਦ ਕਰੋ, ਪ੍ਰੇਅਰ ਕਰੋ, ਅਰਦਾਸ ਕਰੋ। ਬੱਚੇ ਯਾਦ ਕਰਦੇ ਨੇ, ਅਰਦਾਸ ਕਰਦੇ ਨੇ, ਡਰਾਈਵਰ ਸੈਲਫ ਮਾਰਦਾ ਹੈ, ਬੱਸ ਸਟਾਰਟ ਹੋ ਜਾਂਦੀ ਹੈ। ਅਸਲ 'ਚ ਜਿਹੜੀ ਮੇਨ ਗੱਲ ਹੈ ਕਿ ਗਰੀਬੀ ਜਾਂ ਮਜਬੂਰੀ ਜਾਂ ਲਾਲਚ ਜਾਂ ਵਹਿਮ ਭਰਮ ਇੱਕ ਪਾਸੇ ਰਹਿ ਗਏ, ਇੱਥੇ ਲੋਕਾਂ ਦੀ ਜਿਹੜੀ ਸੋਚ ਹੈ ਉਸ ਨੂੰ ਬਦਲਿਆ ਜਾ ਰਿਹਾ ਹੈ, ਲੋਕਾਂ ਦੀ ਸਾਈਕੀ ਨੂੰ ਬਦਲਿਆ ਜਾ ਰਿਹਾ ਹੈ। ਗੁਰੂ ਨਾਨਕ ਦਾ ਫਲਸਫਾ ਲੋਕਾਂ ਦੇ ਮਨਾਂ ਵਿੱਚ ਕੱਢ ਕੇ ਜੀਸਸ ਨੂੰ ਲੋਕਾਂ ਦੇ ਮਨਾਂ ਵਿੱਚ, ਜਿਹੜੇ ਮਾਸੂਮ ਬੱਚੇ ਨੇ, ਜਦੋਂ ਉਹਨਾਂ ਦੀ ਪ੍ਰੇਅਰ ਦੇ ਉੱਤੇ ਬੱਸ ਸਟਾਰਟ ਹੋ ਗਈ ਤੇ ਉਹਨਾਂ ਦੇ ਮਨਾਂ ਦੇ ਵਿੱਚ ਇਹ ਗੱਲ ਬੈਠ ਗਈ ਕਿ ਅਸੀਂ ਜੀਸਸ ਦੇ ਅੱਗੇ ਅਰਦਾਸ ਕੀਤੀ ਹੈ, ਠੀਕ ਹੈ। ਤੇ ਇਸ ਕਰਕੇ ਉਹ ਜਿਹੜੇ ਭੋਲੇ ਮਨ ਨੇ ਉਹ ਜੀਸਸ ਨਾਲ ਜੋੜਦੇ ਸ਼ੁਰੂ ਹੋ ਜਾਣਗੇ, ਇੱਥੋਂ ਇਹਨਾਂ ਦਾ ਮੁੱਢ ਵੱਜਦਾ ਹੈ। ਤੇ ਅੱਜ ਜਿਹੜੇ ਸਾਡੀ ਐਜੂਕੇਸ਼ਨ ਜਿਹੜੀ ਸਕੂਲ ਦੀ ਹੈ, ਜਾਂ ਭੈਣ ਜੀ ਨੇ ਅੱਗੇ ਗੱਲ ਕੀਤੀ ਹੈ, ਕਾਲਜ ਲੈਵਲ ਦੀ ਹੈ ਜਾਂ ਸਕੂਲ ਲੈਵਲ ਦੀ ਹੈ ਜਾਂ ਹਾਈ ਲੈਵਲ ਦੀ ਹੈ, ਸਾਨੂੰ ਉੱਥੇ ਵੇਖਣ ਦੀ ਲੋੜ ਹੈ ਕਿ ਅਸੀਂ ਕਿੱਥੇ ਕੁਤਾਹੀ ਕਰ ਰਹੇ ਹਾਂ। ਮੇਰੇ ਤੋਂ ਪਹਿਲਾਂ ਬੁਲਾਰੇ ਭੈਣ ਤੇ ਵੀਰ ਸਾਹਿਬ ਉਹ ਬੋਲ ਗਏ ਨੇ, ਮੈਨੂੰ ਉਹਨੂੰ ਦੁਬਾਰਾ ਦੁਹਰਾਉਣ ਦੀ ਲੋੜ ਨਹੀਂ। ਇਹਨਾਂ ਨੇ ਨਰਸਰੀ ਕਲਾਸ ਦੇ ਬੱਚਿਆਂ ਨੂੰ ਚੁੱਕਿਆ, ਉਹਨਾਂ ਨੂੰ ਅਡਾਪਟ ਕੀਤਾ, ਉਹਨਾਂ ਨੂੰ ਸੈਲਫ ਡਿਪੈਂਡ ਕਰਦੇ ਨੇ। ਗੁਰੂ ਨਾਨਕ ਸਾਹਿਬ ਜੀ ਦਾ ਪਹਿਲਾ ਸਿਧਾਂਤ ਹੈ ਕਿਰਤ ਕਰੋ, ਇਹ ਉਸ ਨੂੰ ਕਿਰਤੀ ਬਣਾਉਂਦੇ ਨੇ, ਉਹ ਸਿਰਫ ਪੜਾਉਂਦੇ ਨਹੀਂ। ਹਾਂਜੀ ਠੀਕ ਹੈ ਜੀ, 1 ਮਿੰਟ ਕੇ 2 ਮਿੰਟ ਜੀ। 1 ਮਿੰਟ Come start back. ਜੀ। You have already exceeded your time. ਥੈਂਕ ਯੂ ਸਰ। ਹਾਂਜੀ ਠੀਕ ਹੈ ਜੀ। ਤੇ ਬਾਅਦ ਵਿੱਚ ਫਿਰ ਆਵਾਂਗੇ ਸਵਾਲ ਜਵਾਬ ਵੱਲ ਤੁਹਾਡੇ ਵੱਲ। ਤੇ ਸਵਾਲ ਤੁਸੀਂ ਹੁਣੇ ਹੀ ਬੇਸ਼ੱਕ ਨੋਟ ਕਰ ਲੈਣਾ ਕਿ ਜਿਵੇਂ ਤੁਸੀਂ ਦੱਸਿਆ ਹੈ, ਇੰਨੇ ਕਾਲਜ ਹੈਗੇ ਨੇ, ਕੰਮ ਹੋ ਰਿਹਾ, ਤੇ ਅਸੀਂ ਕਿੱਥੇ ਕਮੀ ਰਹਿ ਗਈ, ਕਮੀ ਤੇ ਰਹਿ ਗਈ ਨਾ ਕਿਤੇ, ਉਹਦੇ ਬਾਰੇ ਤੁਸੀਂ ਜ਼ਰੂਰ ਦੱਸਣਾ ਹੈ ਕਿ ਅਗਲਾ ਜਿਹੜਾ ਸਵਾਲ ਇਸ ਤੋਂ ਜਦੋਂ ਸਾਡਾ ਖਤਮ ਹੋ ਜਾਏਗਾ ਸੈਸ਼ਨ। ਹਾਂਜੀ ਠੀਕ ਹੈ ਸਰਦਾਰ ਜੀ। ਗੁਰਪ੍ਰੀਤ ਸਿੰਘ ਜੀ, ਸਰਦਾਰ ਰਸ਼ਪਾਲ ਸਿੰਘ ਜੀ ਆ ਗਏ ਲੱਗਦੇ ਆ। ਗੁਰਪ੍ਰੀਤ ਸਿੰਘ ਜੀ ਆਪ ਜੀ ਮਿਊਟ ਹੋ। ਹਾਂਜੀ ਠੀਕ ਹੈ। ਰਸ਼ਪਾਲ ਸਿੰਘ ਜੀ ਨੂੰ ਬਾਅਦ ਵਿੱਚ ਲੈਂਦੇ ਹਾਂ, ਹੁਣ ਅਸੀਂ ਸੀਕੁਐਂਸ ਜਾਂਦੇ ਹਾਂ। ਹੁਣ ਅਗਲੇ ਬੁਲਾਰੇ ਜਿਹੜੇ ਨੇ ਸਾਡੇ ਕੋਲ ਡਾਕਟਰ ਪੁਸ਼ਪਿੰਦਰ ਸਿੰਘ ਜੀ ਨੇ ਲੁਧਿਆਣੇ ਤੋਂ। ਇਹ ਪੋਸਟ ਗ੍ਰੈਜੂਏਟ ਨੇ, ਐਨਐਸਥੀਸੀਆ DHA ਔਰ MBA ਹਸਪੀਟਲ ਮੈਨੇਜਮੈਂਟ ਵਿੱਚ ਕੀਤੀ ਹੋਈ ਇਹਨਾਂ ਨੇ। ਇਹ ਆਲਰੇਡੀ ਇਹ ਡਿਪਾਰਟਮੈਂਟ ਆਫ ਐਨਐਸਥੀਸੀਆ ਦੇ ਹੈੱਡ ਹੈਗੇ ਨੇ, ਗੁਰੂ ਤੇਗ ਬਹਾਦਰ ਹਸਪੀਟਲ, ਚੈਰੀਟੇਬਲ ਹਸਪੀਟਲ ਲੁਧਿਆਣੇ ਦੇ। ਇਹਨਾਂ ਨੇ 15 ਕਿਤਾਬਾਂ ਮੋਟੀਵੇਸ਼ਨ ਟ੍ਰੇਨਰ ਤੇ ਐਡੋਲੈਸੈਂਟ ਕਾਉਂਸਲਿੰਗ ਦੇ ਉੱਤੇ ਇਹਨਾਂ ਨੇ 15 ਕਿਤਾਬਾਂ ਜਿਹੜੀਆਂ ਨੇ ਇਹਨਾਂ ਦੀਆਂ ਪਬਲਿਸ਼ਡ ਨੇ। ਤੇ ਇਹ ਐਜੂਕੇਸ਼ਨ ਫੀਲਡ ਦੇ ਵਿੱਚ ਬੜਾ ਕੰਮ ਕਰ ਰਹੇ ਨੇ, ਬਾਰਡਰ ਏਰੀਆਜ਼ ਦੇ ਵਿੱਚ ਕੰਮ ਕਰ ਰਹੇ ਨੇ, ਔਰ ਇੱਕ ਸਿੱਖੀ ਲਹਿਰ ਪ੍ਰੋਜੈਕਟ ਜਿਹੜਾ ਜੋ ਕਿ ਸਿੱਖ ਵੇ ਆਫ ਲਾਈਫ ਕਿਵੇਂ ਚੱਲਦੀ ਹੈ, ਉਹ ਇੱਕ ਆਪਣਾ ਪ੍ਰੋਜੈਕਟ ਚਲਾ ਰਹੇ ਨੇ। ਤੇ ਉਹਦੇ ਬਾਰੇ ਵੀ ਅਸੀਂ ਜਾਣਨਾ ਚਾਹਾਂਗੇ ਸਾਰਾ। ਤੇ ਮੇਰੀ ਗੁਜ਼ਾਰਿਸ਼ ਹੈ ਇਹਨਾਂ ਨੂੰ ਕਿ ਪਲੀਜ਼ ਦੱਸੋ ਅੱਜ ਦੇ ਵਿਸ਼ੇ ਬਾਰੇ ਔਰ ਸੁਝਾਅ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਜੇ ਜਿਹੜੇ ਪੁਆਇੰਟਸ ਮੈਂ ਡਾਕਟਰ ਹਰਜਿੰਦਰ ਨਾਲ ਸਹਿਮਤ ਹੈ ਵੀ ਪਹਿਲਾਂ ਡਾਇਗਨੋਸਿਸ ਕਰਨਾ ਜ਼ਰੂਰੀ ਹੈ, ਟ੍ਰੀਟਮੈਂਟ ਤਦ ਹੀ ਹੁੰਦਾ ਹੈ। ਸੋ ਡਾਇਗਨੋਸਿਸ ਤਾਂ ਕਾਫੀ ਹੱਦ ਤੱਕ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਕਰ ਦਿੱਤਾ ਹੈ, ਸੋ ਮੈਂ ਰਿਪੀਟ ਨਹੀਂ ਕਰ ਰਿਹਾ ਗੱਲਾਂ, ਪਰ ਮੈਂ ਇੱਕੋ ਗੱਲ ਸਟ੍ਰੈਸ ਔਨ ਕਰਾਂਗਾ। ਦ ਸੀਨ ਬਿਫੋਰ 30 years from now ਬਹੁਤ ਡਿਫਰੈਂਟ ਹੋ ਗਿਆ। ਜਿਹੜੀਆਂ ਗੱਲਾਂ ਹੋ ਰਹੀਆਂ ਪਾਸਟ ਵਿੱਚ ਕਿਸ ਤਰ੍ਹਾਂ ਹੋਇਆ, ਕੀ ਹੋਇਆ, ਉਹਦੇ ਰੀਜ਼ਨਸ ਤੇ ਅੱਜ ਦੇ ਰੀਜ਼ਨਸ ਬਹੁਤ ਫਰਕ ਵੀ ਆ ਗਿਆ। ਲਾਲਚ agreed, education agreed, health services agreed, but biggest rider is ਜਿਸ ਗੱਲ ਪਿੱਛੇ ਗੁਰੂ ਨਾਨਕ ਨੇ ਇੱਕ ਵਿਲੱਖਣ ਧਰਮ ਚਲਾਇਆ ਸੀ, ਵਿਲੱਖਣ ਰਾਜ ਜਿਹਨੂੰ ਕਹਿੰਦੇ, ਸਿੱਖੀ ਦਾ ਰਾਹ ਦਿਖਾਇਆ ਸੀ, ਉਹਨੂੰ ਅਸੀਂ ਛੱਡ ਦਿੱਤਾ ਹੈ। ਉਹਨੂੰ ਕ੍ਰਿਸਚੀਅਨਸ ਨੇ ਕਿਤੇ ਨਾ ਕਿਤੇ ਅਡਾਪਟ ਕਰ ਲਿਆ ਇਨ ਪੰਜਾਬ। ਨੀਚਾਂ ਦਾ ਨੀਚ ਜਾਤ ਹੂੰ। ਪਹਿਲੀ ਗੱਲ ਜਿਹੜੀ ਸੀ ਵੀ ਜਿਹੜਾ ਵਿਸਾਖੀ 1699 ਦਾ ਮੈਸੇਜ ਸੀ, ਸੈਲਫ ਰਿਸਪੈਕਟ, ਸੈਲਫ ਐਸਟੀਮ, ਉਹ ਉਹਨਾਂ ਨੇ 100% ਅਡਾਪਟ ਕਰ ਲਿਆ। ਜੇ ਤੁਸੀਂ ਸਾਰਾ ਅਗਰ ਡਾਟਾ ਐਨਾਲਿਸਿਸ ਵੀ ਕਰੋਗੇ,
ਆਪਾਂ ਸਿਰਫ ਕ੍ਰਿਸਚੀਅਨਿਟੀ ਦੀ ਮੈਂ ਗੱਲ ਨਹੀਂ ਕਰ ਰਿਹਾ, ਮੈਂ ਇਹਨੂੰ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਹੀ ਦੇਖਦਾ, ਵੈਦਰ ਡੇਰਾਵਾਦ ਹੈ, ਨਿਰੰਕਾਰੀਆਂ ਦੀ ਗੱਲ ਕਰੀਏ, ਰਾਧਾ ਸਵਾਮੀਆਂ ਦੀ ਗੱਲ ਕਰਾਂ, ਜਾਂ ਸੱਚਾ ਸੌਦੇ ਦੀ ਗੱਲ ਕਰ ਲਈਏ, ਜਾਂ ਹੋਰ ਬੜੇ ਸਾਰੇ ਸੈਕਟਸ ਆ ਰਹੇ, ਐਂਡ ਕ੍ਰਿਸਚੀਅਨਿਟੀ ਇਜ਼ ਵਨ ਆਫ ਦੋਸ ਵੈਰੀ ਸੈਕਟਸ। और डिफरेंट नहीं है, मॉडल्स ऑफ ब्रांडिंग सब ही सेम है, स्ट्रेटा भी वही सेम है, टेक्निक्स भी सेम है, ਜਿਹੜੇ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਹੈ ਉਹ ਵੀ ਹੁਣ ਸੇਮ ਹੈ ਸਾਰਿਆਂ ਨੂੰ। ਅਗਰ ਤੁਸੀਂ ਮਾਈਨਿਊਟ ਡਿਸੈਕਸ਼ਨ ਅਗਰ ਕਰਦੇ ਹੋ, ਕ੍ਰਿਟੀਕਲ ਐਨਾਲਿਸਿਸ ਕਰਦੇ ਆ, ਤਾਂ ਸਭ ਦੇ ਵਰਕਿੰਗ ਪੈਟਰਨ ਸੇਮ ਹੈ। ਹੁਣ ਅਸੀਂ ਕਿੱਥੇ ਫਾਲਟ ਤੇ ਹਾਂ ਤੇ ਅਸੀਂ ਕੀ ਕਰਨਾ ਹੈ, ਕੁਐਸਚਨ ਹੁਣ ਇੱਥੇ ਨੈਕਸਟ ਆ ਕੇ ਖੜਾ ਹੋ ਜਾਂਦਾ। ਸਾਡਾ ਜਿਹੜਾ ਹੈ ਵੀ ਅਸੀਂ ਇਹਨਾਂ ਨੂੰ ਜਿਹੜੇ ਵਰਟੀਕਲ ਡਿਵੀਜ਼ਨ ਜਿਹੜੇ ਸਰਦਾਰ ਨਾਰਾਇਣ ਸਿੰਘ ਹੋਰਾਂ ਦੀ ਮੈਂ 84 ਦੇ ਵਿੱਚ ਜਿਹੜੇ ਫਸਟ ਮੈਨੇਜਰ ਸੀ ਨਨਕਾਣਾ ਸਾਹਿਬ ਦੇ, ਉਹਨਾਂ ਦੀ ਸੰਗਤ ਕਰਨ ਦਾ ਮੈਨੂੰ ਮਾਣ ਮਿਲਿਆ ਸੀ। ਉਹਨਾਂ ਦੀ ਅੱਜ ਵੀ ਮੇਰੇ ਕੰਨਾਂ 'ਚ ਗੱਲ ਗੂੰਜਦੀ ਹੈ, ਕਹਿੰਦੇ ਅਸੀਂ ਖਾਲਸਾ ਕਾਲਜ ਅੰਮ੍ਰਿਤਸਰ ਵੀ ਬਣਾ ਦਿੱਤਾ, ਸਾਰਾ ਕੁਝ ਬਣਾ ਦਿੱਤਾ। ਜਦੋਂ ਇਹ ਸਾਰਾ ਹੋਇਆ, ਠੀਕ ਹੈ, ਉਹਦੇ ਪਿੱਛੇ ਬਹੁਤ ਵੱਡੇ ਪੋਲੀਟੀਕਲ ਰੀਜ਼ਨ ਸੀ, ਜਿਹੜੇ ਉਹਦੇ ਪੋਲੀਟੀਕਲ ਕੰਪਲਸ਼ਨ ਸੀ ਅੰਬੇਡਕਰ ਦੀਆਂ ਵੀ ਉਸ ਟਾਈਮ ਦੀ, ਅਗਰ ਪੋਲੀਟਿਕਸ ਅਗਰ ਧਿਆਨ ਨਾਲ ਦੇਖਦੇ ਆ। ਬਟ ਇੱਕ ਚੀਜ਼ ਸਾਹਮਣੇ ਨਜ਼ਰ ਆਉਂਦੀ ਹੈ, ਜੋ ਹਾਲਾਤ ਉਸ ਟਾਈਮ ਸੀ ਅੱਜ ਵੀ ਹੈ, ਵੀ ਇਹਨਾਂ ਨਾਲ ਅਸੀਂ ਕਿਤੇ ਨਾ ਕਿਤੇ ਵਿਤਕਰਾ ਤੇ ਪਾਇਆ ਹੀ ਹੋਇਆ। ਮੈਂ ਹੁਣ ਬਹੁਤ ਰੀਸੈਂਟ ਐਗਜ਼ਾਮਪਲ ਦੇਣਾ ਤੁਹਾਨੂੰ। WhatsApp ਦੇ ਉੱਤੇ ਮੈਸੇजेस ਚੱਲ ਰਹੇ ਸੀ, ਇੱਕ ਪਾਸੇ ਮੈਸੇਜ ਚੱਲ ਰਿਹਾ ਸੀ WhatsApp ਤੇ ਵੀ ਚੰਨੀ ਚਲੋ ਸਾਡਾ ਬੰਦਾ ਅੱਗੇ ਆਇਆ, ਦੂਜੇ ਪਾਸੇ ਮੈਸੇਜ ਇਹ ਚੱਲ ਰਿਹਾ ਸੀ ਕਿ ਇੱਕ ਅਸੀਂ ਇਸ ਬੰਦੇ ਨੂੰ ਵੋਟ ਪਾ ਦਾਂਗੇ, ਇਹਨੂੰ ਚੀਫ ਮਿਨਿਸਟਰ ਬਣਾਵਾਂਗੇ, ਕੱਲ ਨੂੰ ਇਹਦੇ ਅੱਗੇ ਸਾਨੂੰ ਝੁਕਣਾ ਪਊਗਾ, ਨੀਵੀਂ ਜਾਤ ਤੇ। ਦਿਸ ਇਜ਼ ਵਨ ਆਫ ਦ ਬਿਗੇਸਟ ਫੈਕਟਰ ਜਿਹੜਾ ਕਿ ਸਾਨੂੰ ਆਪਣੇ ਮਾਈਂਡ ਦੇ ਵਿੱਚ ਰੱਖਣਾ ਪਏਗਾ। ਬਾਕੀ ਸਾਰੀਆਂ ਲਾਲਚ ਵੀ ਦਿੰਦੇ ਆ, ਸਭ ਕੁਝ ਕਰਦੇ ਆ, ਮੈਂ ਸਾਰੀਆਂ ਗੱਲਾਂ ਐਗਰੀ ਕਰ ਰਿਹਾ, ਬਟ ਇਹ ਵਨ ਆਫ ਦ ਬਿਗੇਸਟ ਫੈਕਟਰ ਹੈ। ਸੈਕਿੰਡ ਜਿਹੜਾ ਫੈਕਟਰ ਹੈ ਜਿਹੜਾ ਇਹਦੇ ਨਾਲ ਹੀ ਰਿਲੇਟਡ ਹੈ, ਉਹ ਹੈ ਸਾਡਾ ਅਰਦਾਸ ਦਾ ਕੰਸੈਪਟ। ਸਿੱਖੀ ਜਿਹੜੇ ਦੋ ਗੱਲਾਂ ਤੇ ਸਿੱਖੀ ਦੇ ਥੰਮ ਮੰਨੇ ਗਏ ਸੀ, ਸੇਵਾ ਤੇ ਸਿਮਰਨ। ਅਸੀਂ ਸੇਵਾ ਵੀ ਛੱਡਤੀ, ਅਸੀਂ ਸਿਮਰਨ ਵੀ ਛੱਡਤਾ। ਅਸੀਂ ਆਪਣੇ ਜਿਹੜੇ ਦੋ ਕੰਮ ਅਸੀਂ ਕਰਦੇ ਪਏ ਹਾਂ ਸਟੇਜ ਤੇ ਖੜੇ ਹੋ ਕੇ, not even private talks ਦੇ ਵਿੱਚ ਐਗਰੀ ਮੰਨ ਲਿਆ, ਐਕਸਕਿਊਜ਼ੇਬਲ ਹੈ, ਬਟ ਪੰਥਕ ਸਟੇਜਸ ਦੇ ਉੱਤੇ ਅਸੀਂ ਪੜ੍ਹਨਾ ਸ਼ੁਰੂ ਕਰ ਦਿੱਤਾ ਸਿਮਰਨ ਨੂੰ, ਅਸੀਂ ਪੜ੍ਹਨਾ ਸ਼ੁਰੂ ਕਰ ਦਿੱਤਾ ਆਸਥਾ ਨੂੰ, ਅਸੀਂ ਕੁਐਸਚਨ ਮਾਰਕ ਹਰ ਚੀਜ਼ ਤੇ ਕੁਐਸਚਨ ਮਾਰਕ ਲਗਾਉਣਾ ਸ਼ੁਰੂ ਕਰਤਾ। ਉਹਦਾ ਕੀ ਹੋਇਆ ਕਿ ਇਹਨਾਂ ਲੋਕਾਂ ਨੇ ਉਹਨਾਂ ਚੀਜ਼ਾਂ ਨੂੰ ਕੈਪੀਟਲਾਈਜ਼ ਕਰਨਾ ਸ਼ੁਰੂ ਕਰਤਾ। ਜਿਹੜੀ ਅਸੀਂ ਵਹਿਮਾਂ ਭਰਮਾਂ ਦੀ ਗੱਲ ਕਰੇ, ਉਹ ਇਹਨਾਂ ਨੇ ਹਾਈਪ ਕ੍ਰੀਏਟ ਕਰਕੇ ਉਹਨਾਂ ਚੀਜ਼ਾਂ ਨੂੰ ਮੈਸਮਰਾਈਜ਼ ਕਰਦੇ ਪਏ ਆ। ਮੈਂ ਡਿਨਾਈ ਨਹੀਂ ਕਰ ਰਿਹਾ, ਉਹ ਭੂਤ ਪ੍ਰੇਤਾਂ ਦੇ ਜੋ ਕੰਸੈਪਟ ਅੱਗੇ ਸਾਡੇ ਸਿਮਰਨ ਕਰਕੇ ਸਾਰੀਆਂ ਚੀਜ਼ਾਂ ਕਰਕੇ ਇਹ ਆਸਥਾ ਬਣੀ ਹੋਈ ਸੀ ਵੀ ਇਹਨਾਂ ਨੇ ਜਿਹੜਾ ਪੰਜਾਬ ਦੇ ਵਿੱਚ ਖਾਸ ਕਰਕੇ ਜਿਸ ਚੀਜ਼ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਮਤਲਬ ਇੰਪਟਸ ਮਿਲਿਆ, ਦੈਟ ਇਜ਼ ਅਰਦਾਸ। ਉਹ ਘਰ ਜਾ ਕੇ ਉਹਨਾਂ ਦੇ ਬੈਡ ਸਾਈਡ ਪ੍ਰੇਅਰ ਕਰਦੇ ਆ, ਜਿਸ ਇਜ਼ ਤੁਹਾਡੇ ਲਈ ਅਰਦਾਸ ਕਰੇਗਾ, ਤੁਸੀਂ ਜਿਸ ਇਜ਼ ਅੱਗੇ ਅਰਦਾਸ ਕਰੋ। ਜਦੋਂ ਅਸੀਂ ਸਰਬਰੋਗ ਕਾ ਔਖਦ ਨਾਮ ਜਦੋਂ ਕਹਿੰਦੇ ਸੀ, ਮਿਸ਼ਨ ਵੀ ਚੱਲਿਆ, ਚਲੋ ਸਰਬਰੋਗ ਕਾ ਔਖਦ ਨਾਮ ਸਾਨੂੰ ਆਸਥਾ ਵੀ ਸੀ, ਅਸੀਂ ਆਪਣੇ ਆਸਥਾ ਵੀ ਤੋੜ ਦਿੱਤੀ। ਸੋ ਇਹ ਸਾਰੇ ਫੈਕਟਰ ਸਾਨੂੰ ਐਨਾਲਾਈਜ਼ ਕਰਕੇ ਚੱਲਣੇ ਪੈਣਗੇ। ਪਹਿਲੇ ਤਾਂ ਸਾਨੂੰ ਆਪਣੀ ਇੰਟਰੋਸਪੈਕਸ਼ਨ ਕਰਨੀ ਪਏਗੀ। ਜਦ ਤੱਕ ਉਹ ਚੀਜ਼ਾਂ ਖਾਮੀਆਂ ਦੂਰ ਨਹੀਂ ਕਰਦੇ। ਮੋਡਲਸ ਆਫ ਬ੍ਰਾਂਡਿੰਗ ਤੇ ਮੈਂ ਆਣਾ, ਬਾਰਡਰ ਬੈਲਟ ਦੇ ਵਿੱਚ ਸਾਨੂੰ ਕੰਮ ਕਰਨ ਦਾ ਮੌਕਾ ਮਿਲ ਰਿਹਾ, ਫਿਰੋਜ਼ਪੁਰ ਬਾਰਡਰ ਬੈਲਟ ਦੇ ਵਿੱਚ। ਅੱਜ ਤੋਂ 5-6 ਸਾਲ ਪਹਿਲੇ ਮੈਨੂੰ ਅਲਾਰਮਿੰਗ ਨਿਊਜ਼ ਮਿਲੀ ਸੀ ਵੀ RSS ਵਾਲੇ ਜਿਹੜੇ ਸਾਡੇ ਗ੍ਰੰਥੀ ਸਿੰਘਾਂ ਦੇ ਬੱਚਿਆਂ ਨੂੰ ਉਹ ਹਾਰਡਲੀ 1000-1500 ਰੁਪਏ ਦੇ ਕੇ ਉਹ ਟੀਚਰਸ ਐਮਪਲੋਏ ਕਰ ਰਹੇ, ਔਰ ਉਹਨਾਂ ਦੇ ਸਾਡੇ ਗ੍ਰੰਥੀ ਸਿੰਘਾਂ ਦੇ ਬੱਚਿਆਂ ਦੇ ਵਿੱਚ ਗਾਇਤਰੀ ਮੰਤਰ ਪਾਇਆ ਜਾ ਰਿਹਾ, ਬੁੱਕਸ ਪਬਲਿਸ਼ ਹੋ ਗਿਆ, ਉਹਨਾਂ ਦਾ ਸਾਰਾ ਕੁਝ ਹੋ ਗਿਆ। ਉਹ ਨਾ ਦੇਖਦੇ ਹੋਏ ਫਿਰ ਦੈਨ ਵੀ ਸਟਾਰਟਡ ਰਿਅਲਾਈਜ਼ਿੰਗ ਅਸੀਂ ਅਡਾਪਟ ਕੀਤਾ। ਹੁਣ 25 ਟੀਚਰਸ ਹੈ ਸਾਡੇ ਕੋਲ, ਉਹੀ ਬੱਚਿਆਂ ਨੂੰ ਅਸੀਂ ਅਡਾਪਟ ਕਰ ਲਿਆ, 2 ਉਹਨਾਂ ਚੋਂ ਟੁੱਟ ਕੇ ਸਾਡੇ ਨਾਲ ਵੀ ਰਲ ਗਏ ਹੈ। ਅੱਜ ਉਹੀ ਬੱਚੇ ਜਿਹੜੇ ਹੈ ਉਹ ਆਪਣੇ ਘਰਾਂ ਦੇ ਵਿੱਚ ਜਾਂ ਗੁਰਦੁਆਰਿਆਂ ਦੇ ਵਿੱਚ ਜਾ ਕੇ ਕਲਾਸਿਸ ਲਗਾ ਰਹੇ। ਤੇ ਕਲਾਸਿਸ ਕਿਹੜੀਆਂ ਲੱਗ ਰਹੀਆਂ? ਅਕੈਡਮਿਕ ਐਂਡ ਗੁਰਮਤ ਦੀ। ਕੱਲੀ ਗੁਰਮਤ ਨਾਲ ਗੁਰੂ ਨਾਨਕ ਦਾ ਜਦ ਤੱਕ ਬੇਸਿਕ ਸਿਧਾਂਤਾਂ ਤੇ ਵਾਪਸ ਆਉਣਾ ਪਏਗਾ ਵੀ ਗੁਰਦੁਆਰਾ ਹੀ ਜਿਹੜਾ ਹੈ ਉਹ ਤੋਂ ਹੈਲਥ ਵੀ ਮਿਲਦੀ ਸੀ, ਉਹ ਤੋਂ ਐਜੂਕੇਸ਼ਨ ਵੀ ਮਿਲਦੀ ਸੀ, ਉਹ ਤੋਂ ਸ਼ੈਲਟਰ ਵੀ ਮਿਲਦਾ ਸੀ, ਔਰ ਸਭ ਤੋਂ ਵੱਡੀ ਗੱਲ ਹੈ ਉਹ ਸੋਸ਼ਲ ਗੈਦਰਿੰਗ ਦਾ ਇੱਕ ਧੁਰਾ ਵੀ ਸੀ ਜਿੱਥੇ ਸੋਸ਼ਲ ਰਿਸਪੈਕਟ ਵੀ ਮਿਲਦੀ ਸੀ। ਉਹ ਗੁਰਦੁਆਰੇ ਪਿੰਡਾਂ ਦੇ ਵਿੱਚ 2 ਗੁਰਦੁਆਰੇ ਮੈਂ ਤੇ ਅੱਖੀਂ ਵੀ ਦੇਖਿਆ, ਮੈਂ ਦੂਰ ਦੀ ਗੱਲ ਕਿਉਂ ਕਰਾਂ, ਲੁਧਿਆਣੇ ਦੇ ਨਾਲ ਹੀ ਝਾਂਡੇ ਪਿੰਡ ਹੈ, ਉੱਥੇ ਵੀ ਅੱਜ 2 ਗੁਰਦੁਆਰੇ ਹੈ, ਇੱਕ ਮਜ਼੍ਹਬੀ ਸਿੱਖਾਂ ਦਾ ਗੁਰਦੁਆਰਾ ਹੈ, ਇੱਕ ਉਹਨਾਂ ਦਾ ਗੁਰਦੁਆਰਾ ਹੈ। ਤੀਸਰਾ ਜਿਹੜਾ ਸਾਨੂੰ ਹੁਣ ਹੋਰ ਪ੍ਰੋਬਲਮ ਆ ਰਹੀ ਹੈ ਉਹ ਹੈ ਵੀ
ਮਜ਼੍ਹਬੀ ਸਿੱਖਾਂ ਦਾ ਔਰ ਰਵਿਦਾਸੀਆਂ ਦਾ ਸੈਪਰੇਟ ਆਊਟ ਹੋ ਜਾਣਾ ਔਰ ਹੁਣ ਉਹਨਾਂ ਦਾ ਵਾਲਮੀਕੀਆਂ ਦੇ ਵਿੱਚ ਚਲੇ ਜਾਣਾ। ਅੱਗੇ ਜਿਹੜਾ ਸਾਰਾ ਕਨਵਰਜਨ ਦਾ ਬੈਲਟ ਸੀ ਉਹ ਵਾਲਮੀਕੀਆਂ ਦਾ ਟੂਵਰਡਸ ਕ੍ਰਿਸਚੀਅਨਿਟੀ ਸੀ। ਨਾਓ ਇਟਸ ਅਦਰ ਵੇ ਅਰਾਊਂਡ। ਅਸੀਂ ਸਾਰੇ ਪਾਸੇ ਮਾਰ ਖਾਂਦੇ ਪਏ। ਨਾਓ ਹੁਣ ਆਉਂਦੇ ਹੋਏ ਆ ਪ੍ਰੋਬਲਮ ਅੰਡਰਸਟੈਂਡ ਕਰਦੇ ਹੋਏ ਵਾਟ ਹੈਜ਼ ਟੂ ਬੀ ਡਨ। ਐਕਸ਼ਨ ਪਲਾਨ ਤੇ ਬਣਾਉਣਾ ਹੀ ਪਏਗਾ ਨਾ ਵੀ ਦੂਜੇ ਨੂੰ। ਇਟਸ ਵੈਰੀ ਈਜ਼ੀ ਟੂ ਕ੍ਰਿਟਿਸਾਈਜ਼। ਐਸਜੀਪੀਸੀ ਨਹੀਂ ਕਰਦੀ, ਡੀਜੀਪੀਸੀ ਨਹੀਂ ਕਰਦੀ, ਗੁਜ਼ਾਰੇ ਨਹੀਂ ਕਰਦੇ, ਫੰਡਸ ਉਹਨਾਂ ਕੋਲ ਹੈ। ਮੇਰਾ ਤਾਂ ਮੰਨਣਾ ਹੈ ਵੀ ਜਿਹੜਾ ਪੰਜਾਬੀ ਦੀ ਸੇਇੰਗ ਹੈ ਵੀ ਆਪ ਨਾ ਮਰੀਏ ਸਵਰਗ ਨਾ ਜਾਈਏ, ਸਾਨੂੰ ਖੁਦ ਮਰਨਾ ਪੈਣਾ ਹੈ, ਸਾਨੂੰ ਖੁਦ ਫੀਲਡ 'ਚ ਆਉਣਾ ਪੈਣਾ ਹੈ, ਸਾਨੂੰ ਆਪਣੀ એનર્ਜੀ ਫੋਕਸ ਕਰਕੇ ਅਰਦਾਸ ਕਰਕੇ ਨਿਕਲਾਂਗੇ। ਰਿਸੋਰਸਿਸ ਦਾ ਪੰਥ ਨੂੰ ਕਦੇ ਘਾਟਾ ਨਹੀਂ ਰਿਹਾ ਤੇ ਨਾ ਰਹਿਣਾ। ਓਨਲੀ ਜਿਹੜੀ ਮਿਸਿੰਗ ਲਿੰਕ ਹੈ ਦੈਟ ਇਜ਼ ਵੀ ਡੋਂਟ ਹੈਵ ਅ ਫੋਕਸਡ ਵਿਜ਼ਨ ਵੀ ਕਰਨਾ ਕੀ ਹੈ, ਪਹੁੰਚਣਾ ਕਿੱਥੇ ਹੈ, ਉਹਦੇ ਬਾਰੇ ਸਾਨੂੰ ਫੋਕਸ ਕਰਨਾ ਪਏਗਾ। ਲਾਸਟ 30 years ਦੇ ਵਿੱਚ ਮੈਕਸਿਮਮ ਪ੍ਰੋਬਲਮ ਆਈ ਹੈ। ਲਾਸਟ 30 years ਦਾ ਐਨਾਲਿਸਿਸ ਕਰ ਲਓ। ਆਰਮੀ, ਪੈਰਾਮਿਲਟਰੀ ਫੋਰਸਿਸ, ਰੇਲਵੇਜ਼ ਸਾਡੀ ਜਿਹੜੀ 2% ਵੀ ਇਹਨਾਂ ਨੇ ਅਸੀਂ ਪੋਲੀਟੀਕਲੀ ਤੇ ਸ਼ੋਰ ਪਾ ਲਿਆ। ਅਸੀਂ 2% ਛੱਡ ਕੇ 1% ਤੋਂ 1.5% ਤੱਕ ਨਹੀਂ ਆਪਣੇ ਬੱਚੇ ਰਿਕਰੂਟ ਕਰ ਸਕੇ। ਸੋ ਪਹਿਲੇ ਤੇ ਉਹਦੇ ਤੇ ਸਟ੍ਰੈਸ ਕਰਨਾ ਪਏਗਾ ਇਕਨੋਮਿਕਸ ਤੇ ਸਾਨੂੰ। ਸੈਕਿੰਡ ਸਾਡਾ ਸਟ੍ਰੈਸ ਹੋਏਗਾ ਬੇਸਿਕ ਲੈਵਲ ਆਫ ਐਜੂਕੇਸ਼ਨ ਦੇ ਉੱਤੇ ਸਾਨੂੰ ਵਾਪਸ ਆਉਣਾ ਪਏਗਾ ਵੀ ਅਕੈਡਮਿਕ ਦੇ ਨਾਲ ਨਾਲ ਗੁਰਮਤ ਦੀ ਐਜੂਕੇਸ਼ਨ ਤੇ। ਥਰਡਲੀ ਜਿਹੜਾ ਹੈ ਵੀ ਸਾਨੂੰ ਇਹਨਾਂ ਦੇ ਜਿਸ ਤਰ੍ਹਾਂ ਹੁਣ ਭਗਤ ਰਵਿਦਾਸ ਦੇ ਆ ਗਏ, ਬਾਕੀ ਭਗਤਾਂ ਦੇ ਗੁਰਪੁਰਬ ਮਨਾਉਣੇ ਪੈਣਗੇ ਔਰ ਉੱਥੇ ਜਾ ਕੇ ਉਹਨਾਂ ਨਾਲ ਸਾਂਝ ਪਾਣੀ ਪਏਗੀ। ਜਿਸ ਤਰ੍ਹਾਂ ਪੰਜੋ ਨੇ ਕਹਿ ਰਹੇ ਸੀ ਵੀ ਸ਼ਹੀਦ ਮਿਸ਼ਨਰੀ ਕਾਲਜ ਤੇ ਐਸਜੀਪੀਸੀ ਦੇ ਮਿਸ਼ਨਰੀ ਕਾਲਜ ਦੀ ਗੱਲ ਕਰ ਰਹੇ ਸੀ ਤੇ ਇੰਨੀ ਬਹੁਤ ਸਾਡੇ ਕੋਲ ਹੈ, ਸਾਨੂੰ ਤਾਂ ਕਿਤੇ ਹੋਰ ਦੇਖਣ ਦੀ ਲੋੜ ਹੀ ਹੈ। ਮੈਂ ਤਾਂ ਮੇਰਾ ਤਾਂ ਇਹ ਵੀ ਮੰਨਣਾ ਪ੍ਰੈਕਟੀਕਲੀ ਅਸੀਂ ਇਹ ਵੀ ਕਰ ਰਹੇ ਵੀ ਜਿਹੜੇ ਗ੍ਰੰਥੀ ਸਿੰਘ ਹੈ ਹਾਰਡਲੀ ਵੀ ਆਰ ਪੇਇੰਗ ਦੈਮ। ਉਹਨਾਂ ਵਿਚਾਰਿਆਂ ਦੇ ਆਪਣੇ ਘਰ ਦੇ ਗੁਜ਼ਾਰੇ ਨਹੀਂ ਹੁੰਦੇ, ਉਹਨਾਂ ਦੇ ਹੀ ਬੱਚੇ ਉਹਨਾਂ ਨੂੰ ਹੀ ਸਪਲੀਮੈਂਟ ਕਰਦੀ ਹੈ ਉਹਨਾਂ ਦੀ ਇਨਕਮ। that will go a long way. So another part is ਵੀ ਸਾਡੇ ਕੋਲ ਮੋਬਾਈਲ ਡਿਸਪੈਂਸਰੀਜ਼ ਹੋਣੇ ਚਾਹੀਦੇ, ਮੋਬਾਈਲ ਵੈਨਸ ਅਸੀਂ ਬਣਾਈਏ ਆਪਣੇ ਉਹਦੇ ਲਈ ਕਾਰਪਸ ਫੰਡ ਬਣਾਈਏ, ਮੋਬਾਈਲ ਵੈਨ ਬਣਾਈਏ, ਡਿਸਪੈਂਸਰੀਜ਼ ਬਣਾਈਏ ਏਰੀਆਜ਼ ਵਾਈਜ਼ ਜਿਹਦੇ ਵਿੱਚ ਕਿ ਮੋਬਾਈਲ ਐਗਜ਼ੀਬਿਸ਼ਨ ਲਾਇਬ੍ਰੇਰੀ ਕਮ ਡਿਸਪੈਂਸਰੀ ਹੋਏ। ਪਿੰਡਾਂ ਦੇ ਵਿੱਚ ਜਾ ਕੇ ਡਾਇਗਨੋਸਟਿਕ ਲੈਬਸ, ਛੋਟੇ ਛੋਟੇ ਡਾਇਗਨੋਸਟਿਕ ਟੈਸਟ ਕਰਕੇ ਉਹਨਾਂ ਤੱਕ ਪਹਿਲੇ ਪਹੁੰਚ ਕਰੀਏ ਜਿਨ੍ਹਾਂ ਤੱਕ ਕੋਈ ਨਹੀਂ ਪਹੁੰਚਦਾ ਪਿਆ। ਫਿਰ ਉਹਨਾਂ ਦੇ ਕਰਕੇ ਬਿਮਾਰ ਹੈ ਉਹਦਾ ਬਾਂਹ ਫੜੀਏ, ਐਜੂਕੇਸ਼ਨ ਵਾਸਤੇ ਬਾਂਹ ਫੜੀਏ। ਤੇ ਜੇ ਇਹਦਾ ਪਲਾਨ ਬਣਾ ਕੇ ਚੱਲਾਂਗੇ, ਇੱਕ ਫੋਕਸਡ ਵਿਜ਼ਨ ਲੈ ਕੇ ਚੱਲਾਂਗੇ ਤੇ ਡੈਫੀਨੇਟਲੀ ਸਾਨੂੰ ਰਿਜ਼ਲਟ ਬਹੁਤ ਅੱਛੇ ਮਿਲਣਗੇ। ਸਾਨੂੰ 4-5 ਸਾਲ ਦੇ ਵਿੱਚ ਬਹੁਤ ਅੱਛੇ ਰਿਜ਼ਲਟ ਮਿਲੇ ਹੈ ਕਿਉਂਕਿ ਬੱਚੇ ਜਿਸ ਤਰ੍ਹਾਂ ਜੁੜਨਾ ਸ਼ੁਰੂ ਹੋ ਗਏ ਹੈ, ਕੁਝ ਸਕਾਲਰਸ਼ਿਪ ਮਿਲ ਗਏ ਔਰ ਉਹਦੇ ਲਈ ਸਾਨੂੰ ਜਿਹੜਾ ਕਈ ਦੇ ਵਿੱਚ ਇਨਵੋਲਵ ਨਹੀਂ ਹੈ। ਅੱਜ 600 ਕਰੋੜ ਰੁਪਇਆ ਐਨੂਅਲੀ ਜਿਹੜਾ ਬੱਚਿਆਂ ਨੂੰ ਸਿੱਖ ਮਾਈਨੋਰਿਟੀ ਸਕਾਲਰਸ਼ਿਪ ਦਾ ਮਿਲ ਰਿਹਾ। ਕੁਛ ਮਤਲਬ ਹਿੰਮਤ ਕਰਨ ਨਾਲ ਜੇ ਅਸੀਂ ਹਿੰਮਤ ਕਰਕੇ ਚੱਲੀਏ ਸ਼ੈਡਿਊਲ ਕਾਸਟ ਸਕਾਲਰਸ਼ਿਪਸ, ਚਾਹੇ ਪੋਲੀਟੀਕਲੀ ਵੀ ਸਾਨੂੰ ਕੁਛ ਟੀਮ ਹੋਰ ਆਰਗੇਨਾਈਜੇਸ਼ਨ ਜਿਹੜੇ ਪੋਲੀਟੀਕਲੀ ਫਾਈਟ ਕਰ ਰਹੀਆਂ ਇੰਟਰਨੈਸ਼ਨਲ ਸੇ ਕਨਫੈਡਰੇਸ਼ਨ ਵਾਲੇ ਉਸ ਵਿੱਚ ਬਹੁਤ ਹੈਲਪਫੁਲ ਹੈ ਵੀ ਅਸੀਂ ਇਹਨਾਂ ਦੀ ਜਦੋਂ ਬਾਂਹ ਫੜਾਂਗੇ ਇਹਨਾਂ ਨੂੰ ਇਹਨਾਂ ਦਾ ਬੰਦਾ ਹੋਇਆ ਹੱਕ ਸਕਾਲਰਸ਼ਿਪ ਦਾ ਵੀ ਦਵਾ ਦਾਂਗੇ। ਤੇ ਬ੍ਰਿਜਿੰਗ ਵਾਲਾ ਕੰਮ ਜਿਹੜੀ ਸਿੱਖੋ ਅਗਰ ਅਸੀਂ ਐਜ਼ ਅ ਆਰਗੇਨਾਈਜੇਸ਼ਨ ਬਣ ਕੇ ਕਰ ਲਈਏ, ਫਾਈਨੈਂਸ਼ੀਅਲ ਇਹਨਾਂ ਨੂੰ ਸਕਾਲਰਸ਼ਿਪ ਉਹਦਾ ਦਵਾ ਦਈਏ, ਕਰੀਅਰ ਬਾਰੇ ਦੱਸ ਦਈਏ, ਹੈਲਥ ਦੇ ਐਸਪੈਕਟ ਦੱਸ ਦਈਏ ਤੇ ਇੱਕ ਸਭ ਤੋਂ ਵੱਡੀ ਗੱਲ ਹੈ ਸੈਲਫ ਰਿਸਪੈਕਟ ਇਹਨਾਂ ਦੀ ਰਿਸਟੋਰ ਕਰ ਦਈਏ। ਤੇ ਆਈ ਡੋਂਟ ਥਿੰਕ ਸੋ ਵੀ ਇਹ ਕੋਈ ਬਹੁਤ ਡਿਫਿਕਲਟ ਜਾਂ ਬਹੁਤ ਵੱਡਾ ਚੈਲੰਜ ਹੈ। ਹਾਂ ਡੈਫੀਨਿਟਲੀ ਇਟਸ ਅ ਵੇਕਨਿੰਗ ਕਾਲ ਫॉर ਪੰਥ ਟੂ ਟੇਕ ਕੇਅਰ ਆਫ। ਥੈਂਕ ਯੂ ਜੀ। ਥੈਂਕ ਯੂ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ। ਤੁਸੀਂ ਵੀ ਗੱਲ ਜਿਹੜੀ ਬੜੀ ਹੋਲਸਮ ਜਿਹੜਾ ਐਸਪੈਕਟ ਸਾਹਮਣੇ ਰੱਖੇ ਨੇ ਔਰ ਤੁਸੀਂ ਵੀ ਗੱਲ ਤੇ ਫੋਕਸ ਕਰ ਰਹੇ ਹੋ ਕਿ ਸਾਨੂੰ ਇੱਕ ਤੇ ਆਪਣੀ ਪ੍ਰੋਬਲਮ ਆਇਡੈਂਟੀਫਾਈ ਉਹਨੂੰ ਮੰਨਣਾ ਪਏਗਾ ਕਿ ਹਾਂ ਦੇयर इज अ ਪ੍ਰੋਬਲਮ ਸੋਸਾਇਟੀ ਦੇ ਵਿੱਚ ਵਿਤਕਰੇ ਪਾਏ ਜਾ ਰਹੇ ਨੇ ਔਰ ਸਾਨੂੰ ਉਹਨਾਂ ਨੂੰ ਸਪੈਸੀਫਿਕਲੀ ਐਡਰੈਸ ਕਰਨਾ ਪਏਗਾ ਉਹਨਾਂ ਨੂੰ। ਔਰ ਦੂਸਰਾ ਇੱਕ ਮਾਡਲ ਜਿਹੜਾ ਹੋਲਸਮ ਮਾਡਲ ਜਿਹੜਾ ਕਿ ਇਕਨੋਮਿਕ ਮਾਡਲ ਤੇ ਐਜੂਕੇਸ਼ਨ ਮਾਡਲ ਸਾਰਾ ਔਰ ਗੁਰਦੁਆਰੇ ਉਹਦੇ ਨਾਲ ਲਿੰਕਡ ਹੋਣ, ਉਹ ਅਗਰ ਬਣੇਗਾ ਤੇ ਬਹੁਤ ਆਸਾਨ ਹੈ ਜਿਹੜਾ ਸਾਡੇ ਵਾਸਤੇ ਕਿਉਂਕਿ ਸਾਡੇ ਕੋਲ ਵਿਚਾਰਧਾਰਾ ਜਿਹੜੀ ਹੈ ਬਹੁਤ ਹੀ ਸੁਪਰੀਮ ਵਿਚਾਰਧਾਰਾ। ਤੇ ਅਗਲੇ ਹੁਣ ਸਾਡੇ ਜਿਹੜੇ ਲਾਸਟ ਸਪੀਕਰ ਨੇ ਸਰਦਾਰ ਰਸ਼ਪਾਲ ਸਿੰਘ ਢੀਂਡਸਾ ਜੀ ਕੈਲੀਫੋਰਨੀਆ ਤੋਂ। ਇਹ ਯੂਨਾਈਟਿਡ ਸਿੱਖ ਮਿਸ਼ਨ ਦੇ ਹੈਗੇ ਨੇ ਤੇ ਇਹ ਪਿੱਛੇ ਕਰੋਨਾ ਦੇ ਟਾਈਮ ਦੇ ਵਿੱਚ ਅਸੀਂ ਸਾਰਿਆਂ ਨੇ ਸੁਣਿਆ ਸੀ ਯੂਐਸ ਦੇ ਵਿੱਚ ਲੰਗਰ ਸੇਵਾ ਬੜੀਆਂ ਨਿਊਜ਼ ਬਣੀਆਂ। ਸੋ ਹੀ ਵਾਸ ਆਲਸੋ ਪਾਰਟ ਆਫ ਦੈਟ ਐਫਰਟ। ਔਰ ਪੰਜਾਬ ਦੇ ਵਿੱਚ ਮੈਡੀਕਲ ਕੈਂਪਸ ਜਿਵੇਂ ਅਸੀਂ ਪਿੱਛੇ ਗੱਲ ਕੀਤੀ ਆਲਰੇਡੀ ਲੱਗ ਰਹੇ ਨੇ, ਇਹਨਾਂ ਵੱਲੋਂ ਲਗਾਏ ਜਾ ਰਹੇ ਨੇ ਔਰ ਹਜ਼ਾਰਾਂ ਲੋਕੀ ਉਹਨਾਂ ਤੋਂ ਹੁਣ ਤੱਕ ਬੈਨੀਫਿਟ ਲੈ ਚੁੱਕੇ ਨੇ। ਫ੍ਰੀ ਆਈ ਕੈਂਪ ਸਪੈਸ਼ਲੀ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ। ਤੇ ਮੈਂ ਹੁਣ ਬੇਨਤੀ ਕਰਦਾ ਸਰਦਾਰ ਰਸ਼ਪਾਲ ਸਿੰਘ ਜੀ ਨੂੰ ਕਿ 10 ਮਿੰਟ ਦੇ ਵਿੱਚ ਤੁਸੀਂ ਆਪਣੀ ਗੱਲ ਜਿਹੜੀ ਹੈ ਉਹ ਪੂਰੀ ਕਰੋ ਜੀ।
ਸਮੂਹ ਸਾਰੇ ਇਕੱਠੇ ਹੋਏ ਬੁਲਾਰਿਆਂ ਨੂੰ, ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਰਛਪਾਲ ਸਿੰਘ ਜਨਰਲ ਕਮਿਸ਼ਨ ਦੇ ਸਾਰੇ ਬੁਲਾਰਿਆਂ ਨੇ ਬਹੁਤ ਵਧੀਆ ਆਪਣੇ ਆਪਣੇ ਵਿਚਾਰ ਦਿੱਤੇ ਆ। ਮਾਫ ਕਰਨਾ ਮੈਂ ਥੋੜਾ ਲੇਟ ਹੋ ਗਿਆ ਕਿ ਮੈਂ ਕਿਤੇ ਸਰਾਊਂਡਿੰਗ ਏਰੀਆ ਸੀ ਜਿੱਥੇ ਇੰਟਰਨੈਟ ਨਹੀਂ ਚੱਲਿਆ। ਸਾਨੂੰ ਸਾਰਿਆਂ ਨੂੰ ਆਪਣੇ ਸਿੱਖੀ ਦੇ ਬੂਟੇ ਦੀ ਫਿਕਰ ਆ, ਪਰ ਅਸੀਂ ਐਕਟਿਵ ਬਣਾ ਰਹੇ ਹਾਂ, ਐਕਸ਼ਨ ਨਹੀਂ ਕਰ ਰਹੇ। ਐਕਸ਼ਨ ਸਾਡਾ ਕਿਉਂ, ਸਾਡੀ ਜਿਹੜੀ ਪ੍ਰੋਬਲਮ ਇੱਕ ਆ ਗਈ ਆ ਵੀ ਸਾਨੂੰ ਜਿਹੜੇ ਸਿੱਖੀ ਦੇ ਡੇਰੇ ਆ, ਮੈਂ ਡੇਰਿਆਂ ਦੀ ਗੱਲ ਕਰ ਰਿਹਾ, ਜਿਹੜੇ ਸਿੱਖੀ ਦਾ ਪ੍ਰਚਾਰ ਕਰ ਰਹੇ ਆ, ਉਹਨਾਂ ਨੂੰ ਅਸੀਂ ਇੱਕ ਪਾਸੇ ਤੱਕ ਦਿੱਤਾ ਜਿਨ੍ਹਾਂ ਨੇ ਸਾਡੀ ਕ੍ਰਿਸਚੀਅਨਟੀ, ਸਾਡੀ ਸਿੱਖੀ ਦਾ ਪ੍ਰਚਾਰ ਕਰਕੇ ਕ੍ਰਿਸਚੀਅਨਟੀ ਤੋਂ ਬਚਾਉਣੇ ਸੀ। ਇੱਕ ਸਾਨੂੰ ਉਹਨਾਂ ਨੂੰ ਐਕਟਿਵ ਕਰਨਾ ਪਵੇਗਾ, ਭਾਈ ਉੱਠੋ, ਆਪਣੇ ਆਪਣੇ ਬੱਚਿਆਂ ਨੂੰ ਅਸੀਂ ਸਾਂਭੀਏ। ਜਿੱਥੇ ਤੁਹਾਡੀ ਲੋੜ ਆ ਅਸੀਂ ਤੁਹਾਡੀ ਲੋੜ ਪੂਰੀ ਕਰਾਂਗੇ। ਜਿੱਥੇ ਸਾਡੇ ਬੱਚਿਆਂ ਨੂੰ ਜਿਹੜੇ ਕ੍ਰਿਸਚਨ ਤੇ ਜਾ ਰਹੇ ਉਹਨਾਂ ਨੂੰ ਬਚਾਉਣ ਲਈ ਧਰਮ ਦੇ ਆੜ 'ਚ ਕਿੱਦਾਂ ਲਿਆਉਣਾ, ਉਹ ਤੁਹਾਡੀ ਜ਼ਿੰਮੇਵਾਰੀ ਹੋਵੇਗੀ। ਦੂਸਰਾ, ਸਕੂਲਿੰਗ ਐਜੂਕੇਸ਼ਨ ਜਿਹੜੀ ਆ ਉਹ ਅਸੀਂ ਉਹਨਾਂ ਨੂੰ ਆਪਣੇ ਲੈਵਲ ਤੇ ਜੇ ਵਧੀਆ ਨਹੀਂ ਦੇ ਸਕਦੇ ਤੇ ਮੇਰਾ ਖਿਆਲ ਆ ਵੀ ਹਰ ਮਾਂ ਵੀ ਇਹ ਚਾਹੁੰਦਾ ਵੀ ਮੇਰਾ ਬੱਚਾ ਚੰਗਾ ਪੜ੍ਹ ਜਾਵੇ, ਪਰ ਮਜਬੂਰੀ ਸਾਡੀ ਇਹ ਹੁੰਦੀ ਆ ਪ੍ਰਾਇਮਰੀ ਸਕੂਲਾਂ 'ਚ ਅਸੀਂ ਜਾਣਾ ਨਹੀਂ ਚਾਹੁੰਦੇ, ਇੰਗਲਿਸ਼ ਸਕੂਲਾਂ ਦੀ ਅਸੀਂ ਜਿਹੜੀ ਫੀਸ ਪੇ ਨਹੀਂ ਕਰ ਸਕਦੇ, ਤੇ ਸਾਨੂੰ ਕ੍ਰਿਸਚੀਅਨਟੀ ਜਿਹੜੀ ਆ ਉਹ ਥੋੜ੍ਹੀ ਜਿਹੀ ਫੀਸ ਦੇ ਕੇ ਸਾਨੂੰ ਆਪਣੇ ਵੱਲ ਤੋਂ ਰਹੀ ਆ। ਇਹਦੇ ਤੋਂ ਸਾਨੂੰ ਸਾਵਧਾਨ ਹੋਣਾ ਪਊਗਾ। ਤੁਹਾਨੂੰ ਮੈਂ ਅੱਜ ਦੀ ਮਿਸਾਲ ਦਿੰਦਾ। ਮੈਂ ਆਪਣੇ ਪ੍ਰਾਇਮਰੀ ਸਕੂਲ ਵਿੱਚ ਗਿਆ ਸੀ ਸਾਡੇ ਪਿੰਡ ਵਿੱਚ, ਉਹਨਾਂ ਦੀ ਇਹੋ ਸਮੱਸਿਆ ਸੀ ਵੀ ਸਾਡੇ ਕੋਲ ਟੀਚਰ ਹੈ ਨਹੀਂ, ਅਸੀਂ ਵਧੀਆ ਤੁਹਾਨੂੰ ਰਿਜ਼ਲਟ ਦੇ ਸਕਦੇ ਹਾਂ। ਮੈਂ ਉਹਨਾਂ ਨੂੰ ਕਿਹਾ ਵੀ ਜਿੰਨੇ ਟੀਚਰ ਚਾਹੀਦੇ ਅਸੀਂ ਉਹਨਾਂ ਨੂੰ ਪੇ ਕਰਾਂਗੇ, ਤੁਸੀਂ ਸਾਨੂੰ 5 ਸਾਲਾਂ ਦੇ ਵਿੱਚ ਉਹ ਰਿਜ਼ਲਟ ਦਿਓ ਵੀ ਆਲੇ ਦੁਆਲੇ ਦੇ ਜਿਹੜੇ ਕ੍ਰਿਸਚਨ ਸਕੂਲਾਂ 'ਚ ਲੋਕ ਜਾਂਦੇ ਜਾਂ ਇੰਗਲਿਸ਼ ਸਕੂਲਾਂ 'ਚ ਜਾਂਦੇ ਆ, ਉਹ ਸਾਡੇ ਆ ਕੇ ਐਡਮਿਸ਼ਨ ਲੈਣ ਦੀ ਕੋਸ਼ਿਸ਼ ਕਰਨ ਤਾਂ ਜੋ ਸਾਡਾ ਇੱਕ ਲੈਵਲ ਉੱਚਾ ਚੱਕ ਜਾ ਸਕੇ। ਇਹ ਬੱਚਿਆਂ ਦੀ ਗੱਲ ਆ, ਬੱਚਿਆਂ ਨੂੰ ਅਸੀਂ ਇੱਕ ਲਾਈਨ ਤੇ ਲਿਆਉਣਾ। ਦੂਸਰੀ ਲਾਈਨ ਜਿਹੜੀ ਸਾਡੀ ਆ, ਸਾਡੀ ਸਿਵਲ ਸਰਵਿਸ ਜਿਹੜੀ ਆ ਉਹ ਖਤਮ ਹੋ ਚੁੱਕੀ ਹੈ ਪੰਜਾਬ ਦੇ ਵਿੱਚ। ਖਾਸ ਕਰਕੇ ਕਦੀ ਸਮਾਂ ਹੁੰਦਾ ਸੀ ਕਿਸੇ ਵੀ ਡਿਸਟ੍ਰਿਕਟ ਦਾ, ਕਿਸੇ ਵੀ ਸਟੇਟ ਦਾ ਕਮਿਸ਼ਨਰ, DC, SDM ਜਾਂ DIG ਵਗੈਰਾ ਸਰਦਾਰ ਹੁੰਦੇ ਸੀ, ਅੱਜ ਉਹ ਖਤਮ ਹੋ ਚੁੱਕੇਗਾ ਕਿਉਂਕਿ ਇਹ ਮਸਲਾ ਸਾਰਾ ਬਿਹਾਰ ਨੇ ਲੈ ਲਿਆ ਤੇ ਸਾਨੂੰ ਇੱਧਰ ਵੀ ਬਹੁਤ ਜ਼ਿਆਦਾ ਧਿਆਨ ਦੇਣਾ ਪਵੇਗਾ। ਤੇ ਤੀਸਰਾ, ਉਹ ਜਿਹੜੇ ਮੇਰਾ ਖਿਆਲ ਹੈ ਦੀ ਲੋੜ ਨਹੀਂ ਪਵੇ, ਨਾ ਪੈਣਗੀਆਂ, ਨਾ ਕੋਈ ਊਚ ਨੀਚ ਫੈਲਾ ਸਕੇਗਾ, ਕਿਉਂ ਜਦੋਂ ਆਪਣੇ ਘਰ ਦੇ ਵਿੱਚ ਉਹਨਾਂ ਨੂੰ ਲੱਭੇਗਾ ਉਹਨਾਂ ਨੂੰ ਖੁਸ਼ੀ ਜਿਹੜੀ ਦੁੱਗਣੀ ਮਿਲੇਗੀ। ਪਰ ਇੱਕ ਤੇ ਕਿਉਂਕਿ ਇਹ ਸਾਡੇ 'ਚ ਜਿਹੜੀ ਹਉਮੈਵਾਦ ਆ ਗਈ ਵੀ ਸਿੱਖੀ ਦੀ ਮੋਹਰ ਸਿਰਫ ਸਾਡੇ ਕੋਲ ਆ, ਅਸੀਂ ਜਿਹਨੂੰ ਚਾਹਾਂਗੇ ਉਹਨੂੰ ਦਿਆਂਗੇ, ਜਿਹਨੂੰ ਨਹੀਂ ਚਾਹਾਂਗੇ ਉਹਨੂੰ ਨਹੀਂ ਦਿਆਂਗੇ। ਆਵਾਜ਼ ਇਹਨਾਂ ਦਾ ਮੈਨੂੰ ਲੱਗਦਾ ਡਿਸਕਨੈਕਟ ਹੋ ਗਿਆ ਜੀ। ਇੰਟਰਨੈਟ ਇਸ਼ੂ। ਹਾਂ, ਇੰਟਰਨੈਟ ਤੇ ਚਲੋ ਇਨ ਕੇਸ ਹੀ ਜੁਆਇਨਸ ਦੈਨ ਵਿਲ ਯਾ ਹੀ ਇਜ਼ ਬੈਕ। ਰਛਪਾਲ ਸਿੰਘ ਜੀ ਤੁਹਾਡਾ ਮਿਊਟ ਹੈਗਾ, ਤੁਸੀਂ ਡਿਸਕਨੈਕਟ ਹੋ ਗਏ ਸੀ। ਤੁਹਾਡਾ ਇੰਟਰਨੈਟ ਉਧਰ ਦੀ ਸਾਈਡ ਤੋਂ ਠੀਕ ਨਹੀਂ ਲੱਗ ਰਿਹਾ। ਓਕੇ, ਸੋ ਉਹਨਾਂ ਦੀ ਆਵਾਜ਼ ਪਹਿਲਾਂ ਵੀ ਕਲੀਅਰ ਨਹੀਂ ਸੀ। ਅਨਮਿਊਟ ਕਰ ਲਓ, ਬੇਨਤੀ ਕਰੋ ਅਨਮਿਊਟ ਕਰ ਲਓ। ਨਹੀਂ, ਫਿਰ ਵੀ ਵੀਡੀਓ ਵੀ ਬਿਲਕੁਲ ਸਟਿਲ ਹੈ, ਦੈਟ ਮੀਨਸ ਨੈਟ ਹਜੇ ਵੀ ਉਹਨਾਂ ਦਾ ਠੀਕ ਨਹੀਂ ਹੈ। ਤੇ ਓਕੇ, ਸੋ ਮੈਂ ਅੱਜ ਗੁਜ਼ਾਰਿਸ਼ ਕਰਾਂਗਾ ਹੁਣ ਬਾਕੀਆਂ ਨੂੰ, ਅਗਰ ਤੁਹਾਡੇ ਕੋਲ ਆਪਣੇ ਬਾਕੀਆਂ ਦੇ ਕੋਈ ਵਿਚਾਰ ਨੇ, ਕੋਈ ਸਵਾਲ ਨੇ, ਤੇ ਉਹ ਆਪਣਾ ਹੈਂਡ ਰੇਜ਼ ਕਰਨ ਤੇ ਅਸੀਂ ਹੋਰ 15 to 20 ਮਿੰਟਸ ਹੋਰ ਲਗਾਵਾਂਗੇ ਤੇ ਫਿਰ ਅਸੀਂ ਉਹ ਆਪਣੀ ਗੱਲ ਤੇ ਆਵਾਂਗੇ। ਅਗਰ ਤੁਹਾਡੇ ਕੋਲ ਕਿਸੇ ਕੋਲ ਕੋਈ ਸਵਾਲ, ਕੁਝ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਨੇ, ਤੁਹਾਡੇ ਕੋਲ ਕੋਈ ਸਵਾਲ ਹੈ ਅੱਜ ਦੇ ਸਪੀਕਰਸ ਦੇ ਪ੍ਰਤੀ, ਕਿਸੇ ਪ੍ਰਤੀ, ਤੇ ਜ਼ਰੂਰ ਤੁਸੀਂ। ਹਾਂਜੀ, ਗੁਲਵਰ ਸਿੰਘ ਜੀ। ਵੀਰ ਜੀ, ਪਹਿਲਾਂ ਤੇ ਸਾਰੇ ਸਪੀਕਰਾਂ ਦਾ ਬਹੁਤ ਬਹੁਤ ਧੰਨਵਾਦ। ਦੇ ਹੈਵ ਗਿਵਨ ਅਸ ਐਕਸਲੈਂਟ ਆਈਡੀਆਜ਼। ਹਾਲਾਂਕਿ ਕਈ ਸਪੀਕਰਾਂ ਨੇ ਹਿਸਟਰੀ ਰਿਪੀਟ ਕੀਤੀ ਹੈ, ਜਿਹੜੀ ਆਪਾਂ ਸਾਰਿਆਂ ਨੂੰ ਪਤਾ। what we were looking for is what is the solution, and ਉਸ ਪਾਸੇ ਥੋੜੇ ਸੇ ਜਿਹੜਾ ਹੈ ਦਾਸ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ
ਕਿ ਅੱਜ ਤੱਕ ਅਸੀਂ ਕਈ ਵਾਰ ਬਲੇਮ ਕਰਨ ਲੱਗਦੇ ਨੇ ਦੂਜਿਆਂ ਨੂੰ। ਜੋ ਕੁਛ ਮੇਰੇ ਵੀਰ ਰਿਸ਼ਪਾਲ ਸਿੰਘ ਜੀ ਕਹਿ ਗਏ ਆ ਨਾ, ਉਹ ਬੜੀ ਤਕੜੀ ਚੀਜ਼ ਆ ਕਿ ਅਸੀਂ ਆਪ ਅਸੀਂ ਕੀ ਕਰ ਰਹੇ ਹਾਂ। ਤੇ ਉਹਦੇ ਵਿੱਚ ਮੈਂ ਸਮਝਦਾ ਕਿ ਸਾਡੀ ਆਪਣੀ ਐਕਸ਼ਨ ਬੜੀ ਸੋਹਣੀ ਉਹਨਾਂ ਨੇ ਸੁਜੈਸ਼ਨ ਦਿੱਤੀ ਹੈ। ਪਰ ਇੱਕ ਹੋਰ ਚੀਜ਼ ਮੈਂ ਜ਼ਰੂਰ ਕਹਿਣਾ ਵੀ ਮੈਂ ਭੈਣ ਜੀ ਕੋਲੋਂ ਸੁਣਿਆ ਤੇ ਮੇਰੀ ਆਪਣੀ ਫੀਲਿੰਗ ਹੈ, ਮੈਂ ਦੱਸ ਦਿੰਦਾ ਕਿ SGPC ਜੇ ਕੁਛ ਵੀ ਕਰ ਸਕਦੀ ਹੁੰਦੀ ਤਾਂ ਅੱਜ ਨੂੰ ਕੀਤਾ ਹੁੰਦਾ। ਸਾਨੂੰ ਆਹ ਪ੍ਰੋਬਲਮ ਅੱਜ ਆਉਣੀ ਨਹੀਂ ਸੀ ਜੇ SGPC ਦੇ ਪ੍ਰਬੰਧਕਾਂ ਦੀਆਂ ਨਾਮੀਨੇਸ਼ਨਸ ਸੁਖਬੀਰ ਬਾਦਲ ਦੇ ਲਿਫਾਫੇ ਚੋਂ ਨਾ ਨਿਕਲਦੀਆਂ। ਜੇ ਸੱਚੀਓ ਹੀ ਸਿੱਖਾਂ ਦੇ ਹੱਥ 'ਚ ਹੁੰਦੀ, ਸੁਖਬੀਰ ਬਾਦਲ ਦੇ ਨਾਂ ਹੁੰਦੀ, ਤਾਂ ਅੱਜ SGPC ਬਹੁਤ ਕੁਝ ਕਰ ਸਕਦੀ ਸੀ। ਕਰੰਟ ਸਿਚੁਏਸ਼ਨ ਦੇ ਵਿੱਚ ਸਾਨੂੰ ਸਾਰਿਆਂ ਨੂੰ ਆਪ ਰਲ ਕੇ, ਆਪ ਇਕੱਠੇ ਹੋ ਕੇ ਕੁਝ ਆਪ ਕਰਨਾ ਪੈਣਾ। ਨਾ SGPC ਨੇ ਕਰਨਾ, ਨਾ TSGPCMC ਜੋ ਵੀ ਹੈ ਉਹਨਾਂ ਨੇ ਕੁਝ ਕਰਨਾ। ਸੋ ਪਹਿਲਾਂ ਇੱਕ ਸੁਜੈਸ਼ਨ ਬੜੀ ਤਕੜੀ ਆਈ ਸੀ ਵੀ ਆਪਾਂ ਸਾਰੇ ਜਣੇ ਰਲ ਕੇ ਆਪਾਂ ਕੀ ਕਰ ਸਕਦੇ ਹਾਂ। ਐਂਡ ਆਈ ਥਿੰਕ ਦੈਟ ਇਜ਼ ਦ comment that I'd like to make. Thank you. ਹਾਂਜੀ, ਰਾਜ ਜੀ ਤੁਹਾਡਾ ਹੱਥ ਖੜਾ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ ਜੀ ਕੀ ਫਤਿਹ ਜੀ। ਮੈਂ ਸਾਰਾ ਡਿਸਕਸ਼ਨ ਮੈਂ ਸੁਣ ਰਿਹਾ ਸੀਗਾ। ਮੈਨੂੰ ਮਾਫ ਕਰਿਓ। ਦੇਖੋ ਮੈਂ ਜੋ ਸੋਚ ਰਿਹਾ ਹੈਗਾ ਨਾ, ਵੀ ਆਰ ਸਟਿਲ ਨਾਟ ਐਨਾਲਾਈਜ਼ਿੰਗ ਦੀ ਟੈਕਟਿਕਸ ਆਫ ਦੀ ਅਪੋਨੈਂਟਸ। ਜੋ ਮੈਂ ਕਹਿਣਾ ਚਾਹ ਰਿਹਾ ਹੈਗਾ ਉਹ ਇਹ ਹੈਗਾ ਕਿ ਅਸੀਂ ਜਿਹੜੇ ਹੈਗੇ ਆ, ਵੀ ਆਰ ਨਾਟ ਰਨਿੰਗ ਕਾਊਂਟਰ ਪ੍ਰੋਗਰਾਮਸ। ਤੁਸੀਂ ਜਿੰਨਾ ਕੁ ਕੋਸ਼ਿਸ਼ ਕਰ ਲਓ, ਜਿੰਨੀ ਮਦਦ ਕਰ ਲਓ, ਤੁਸੀਂ ਸਭ ਕਰ ਲਓ, ਪਰ ਉਹਨਾਂ ਕੋਲ ਜੋ ਹੈਗਾ ਨਾ ਫਿਲੈਂਥਰੋਪੀ ਜਿਹੜੀ ਹੈਗੀ ਆ, ਉਹ ਫਿਲੈਂਥਰੋਪੀ 100-200 ਸਾਲ ਦੀ ਗੱਲ ਆ ਪਿੱਛੇ, ਉਹਦੇ ਪਿੱਛੇ ਦੀ ਵੀ ਗੱਲ ਹੋ ਸਕਦੀ। ਮਤਲਬ ਤੁਸੀਂ ਮਦਰ ਟੈਰੇਸਾ ਦਾ ਤੁਸੀਂ ਦੇਖ ਲਵੋ ਤੇ ਉਹਦੇ ਬਰਾਬਰੀ ਦਾ ਮਤਲਬ ਕ੍ਰੀਏਟ ਕਰਨਾ, ਇਟ ਇਜ਼ ਲਾਈਕ ਕ੍ਰੀਏਟਿੰਗ ਅ ਨਿਊ ਸਿਸਟਮ ਆਲ ਟੂਗੇਦਰ। ਤਾਂ ਉਹਦੇ ਵਿੱਚ ਵਕਤ ਬਹੁਤ ਲੱਗ ਜਾਣਾ ਹੈਗਾ। ਤੇ ਮੇਰਾ ਇੱਕ ਛੋਟਾ ਜਿਹਾ ਜੋ ਮੇਰੇ ਦਿਮਾਗ ਵਿੱਚ ਇੱਕ ਪਲਾਨ ਸੀ, ਉਹ ਇਹ ਸੀਗਾ ਕਿ ਅਸੀਂ ਜਿੱਦਾਂ ਉਹ ਚੰਗਾਈ ਸਭਾ ਕਰਦੇ ਆ ਤੇ ਅਸੀਂ ਅਰਦਾਸ ਸਭਾ ਕਰੀਏ, ਜਿੱਥੇ ਮੂਲ ਮੰਤਰ ਦੇ ਪਾਠ ਹੋਣ, ਚੌਪਾਈ ਸਾਹਿਬ ਦੇ ਪਾਠ ਹੋਣ। ਇਹ ਬਹੁਤ ਬੇਸਿਕ ਲੈਵਲ ਦੀ ਆਪਾਂ ਸ਼ੁਰੂਆਤ ਕਰੀਏ। ਉਹਦੇ ਬਾਅਦ ਜਿਹੜਾ ਹੈਗਾ ਨਾ ਐਨਾਲਿਸਿਸ ਕਰਨੀ ਪੈਣੀ ਆ ਪਿੰਡਾਂ ਦੇ ਪੋਪੂਲੇਸ਼ਨਸ ਦੀ। ਉਹਦੇ ਵਿੱਚ ਕਿੰਨੇ ਕੁ ਜਿਹੜੇ ਹੈਗੇ ਆ, ਜਿਹੜੇ ਇਹ ਸੋ ਕਾਲਡ ਬੈਕਵਰਡ ਟ੍ਰਾਈਬਸ ਜਾਂ ਬੈਕਵਰਡ ਕਲਾਸਿਸ ਤੋਂ ਹੈਗੇ ਆ, ਉਹਨਾਂ ਦੇ ਕੋਈ ਲੀਡਰ ਹੈਗੇ ਆ, ਉਹ ਲੀਡਰ ਰਿਪਰੈਜ਼ੈਂਟ ਕਿੰਨਾ ਕੁ ਕਰਦੇ ਹੈਗੇ। ਇਹ ਮਾੜਾ ਜਿਹਾ ਆਪਾਂ ਐਨਾਲਾਈਸਿਸ ਕਰ ਲਈਏ, ਫਿਰ ਉਹਨਾਂ ਨੂੰ ਆਪਾਂ ਬੁਲਾ ਕੇ ਇਨ ਵੈਰੀ ਆਰਗੇਨਾਈਜ਼ਡ ਵੇ ਉਹਨਾਂ ਨੂੰ ਆਪਾਂ ਐਡੂਕੇਟ ਕਰ ਲਈਏ। We understand the problems and then we start coming to actual action. ਇਹ ਵੈਸੇ ਛੋਟਾ ਜਿਹਾ ਮੈਂ ਸ਼ੁਰੂਆਤ ਕਰਕੇ ਮੈਂ ਸੁਜੈਸਟ ਕਰਨਾ ਚਾਹੁੰਦਾ ਹੈਗਾ। ਇਹਦੇ ਵਿੱਚ ਇਹਦੇ ਬਾਰੇ ਨਾ ਹੋਰ ਵੀ ਗੱਲ ਕਰ ਸਕਦੇ। I have faced it because ਮੈਂ ਮੁੰਬਈ 'ਚ ਮੈਂ ਵੱਡਾ ਹੋਇਆ ਹੈਗਾ, ਪੈਦਾਇਸ਼ ਮੇਰੀ ਮੁੰਬਈ ਦੀ ਹੈਗੀ ਹੈ। I have seen Christianity very closely. ਔਰ ਮੇਰੇ ਤੇ ਵੀ ਮਤਲਬ ਜੇ ਕੋਸ਼ਿਸ਼ਾਂ ਹੋਈਆਂ, ਮੈਂ ਕ੍ਰਿਸਚਨ ਸਕੂਲ ਵਿੱਚ ਪੜ੍ਹਿਆ ਹੈਗਾ, ਮੇਰੇ ਤੇ ਹੀ ਕੋਸ਼ਿਸ਼ ਹੋਈਆਂ ਹੈਗੀਆਂ। ਤਾਂ we can discuss it, we can take it off call, ਕਿਉਂਕਿ ਇਹ ਗੱਲਾਂ ਮੈਂ ਬੋਲਦੇ ਜਾਂਦਾ ਬੜਾ ਸਮਾਂ ਲੱਗ ਜਾਣਾ, ਹੋਰ ਵੀ ਬੰਦੇ ਹੋਣਗੇ। ਠੀਕ ਹੈ ਜੀ। ਤੇ ਰਿਸ਼ਪਾਲ ਸਿੰਘ ਜੀ, ਤੁਹਾਨੂੰ ਪਿੱਛੇ ਟਾਈਮ ਨਹੀਂ ਮਿਲਿਆ, ਮੈਂ ਇਸੇ ਨੂੰ ਜੋੜਦੇ ਹੋਇਆ ਤੁਹਾਡੇ ਕੋਲ ਆਉਣਾ ਵਾ ਤਾਂ ਕਿ ਤੁਸੀਂ ਕਿ ਉਹ ਜਿਵੇਂ ਦੱਸ ਰਹੇ ਨੇ ਕਿ ਵੀ ਉਹਨਾਂ ਨੂੰ ਸਕੂਲ ਦੇ ਵਿੱਚ ਵੀ ਅਪਰੋਚ ਕੀਤਾ ਜਾਂਦਾ ਹੈ। ਹੁਣ ਇੱਕ ਆਮ ਤੌਰ ਤੇ ਅਸੀਂ ਕਹਿੰਦੇ ਕਿ ਸਾਡੇ ਵੱਲੋਂ ਕੋਈ ਕੰਮ ਹੋ ਨਹੀਂ ਰਹੇ, ਪਰ ਜਿਸ ਤਰ੍ਹਾਂ ਤੁਹਾਡੇ ਵਰਗੀਆਂ ਆਰਗੇਨਾਈਜੇਸ਼ਨਸ ਨੇ ਕਾਫੀ ਕੰਮ ਕਰ ਰਹੀਆਂ ਨੇ, ਕਿ ਤੁਸੀਂ ਜਦੋਂ ਕੰਮ ਕਰਦੇ ਹੋ, ਤੁਸੀਂ ਜ਼ਮੀਨ ਦੇ ਉੱਤੇ ਆਈ ਕੈਂਪ ਲਗਾ ਰਹੇ ਹੋ, ਕਿਤੇ ਕੁਝ ਕੰਮ ਹੋ ਰਹੇ ਨੇ, ਤੇ ਕ੍ਰਿਸਚੀਅਨਸ ਅਗਰ ਉਹਦੇ ਚ ਉਹ ਹੈਗੇ ਨੇ ਉਹਲੇ, ਤੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਤੁਸੀਂ ਸਿੱਖ ਬਣੋ ਤਾਂ ਅਸੀਂ ਤੁਹਾਡਾ ਅੱਖਾਂ ਦਾ ਕਰਾਂਗੇ। ਕਿ ਸਾਡਾ ਜਿਹੜਾ ਹੈਗੀ ਇਸ ਤਰ੍ਹਾਂ ਦੀ ਸੇਵਾ ਭਾਵਨਾ, ਇਹ ਸਾਡੇ ਵਾਸਤੇ ਕਿ ਅੱਜ ਦੀ ਤਰੀਕ ਵਿੱਚ ਨੈਗੇਟਿਵ ਪੁਆਇੰਟ ਬਣ ਚੁੱਕਾ ਹੈ ਕਿ ਸਾਡੇ ਵਾਸਤੇ ਅਸੀਂ ਸੇਵਾ ਤਾਂ ਕਰੀ ਜਾ ਰਹੇ ਹਾਂ, ਪਰ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੇ ਨਾਲ ਜੁੜੋ। ਰਿਸ਼ਪਾਲ ਸਿੰਘ ਜੀ। ਤੁਸੀਂ ਅਨਮਿਊਟ ਕਰ ਲਓ ਜੀ, ਅਨਮਿਊਟ ਕਰੋ।
ਮੈਂ ਕਿਹਾ ਜੀ ਤੁਹਾਡਾ ਮਾਲਕ ਜਿਹੜਾ ਆ, ਤੁਹਾਡਾ ਬਾਪ ਸਾਰੀ ਦੁਨੀਆ ਦਾ ਬਾਦਸ਼ਾਹ ਆ, ਉਹਦੇ ਘਰ ਚ ਲਾਲਚ ਦੇ ਕੇ ਦੁਨੀਆ ਨਹੀਂ ਲਿਆਂਦੀ ਜਾਂਦੀ, ਸਿਰ ਦੇ ਕੇ ਆਉਂਦੀ ਹੈ। ਬਹੁਤ ਸੋਹਣਾ। ਸਾਡੀਆਂ ਜਿਹੜੀਆਂ ਗਰੀਬੀ ਦਾ ਕੋਈ ਧਰਮ ਨਹੀਂ ਹੁੰਦਾ, ਗਰੀਬੀ ਦੀ ਲੋੜ ਉਹਦਾ ਧਰਮ ਹੈ, ਉਹਨੂੰ ਜਿਹੜਾ ਮਰਜ਼ੀ ਕਨਵਰਟ ਕਰ ਲੈ। ਇਹ ਤਾਂ ਬਹੁਤ ਦੂਰ ਦੀ ਗੱਲ ਹੈ ਵੀ ਉਹ ਗਰੀਬਾਂ ਨੂੰ ਕਨਵਰਟ ਕਰ ਰਿਹਾ, ਪਰ ਜਿਹੜੇ ਸਾਡੇ ਘਰਾਂ 'ਚ ਜੰਮੇ ਸਾਡੇ ਬੱਚੇ ਆ, ਕੀ ਉਹ ਸਿੱਖ ਹਨ? ਗੁਰੂ ਮਹਾਰਾਜ ਇਹ ਕਹਿ ਬਾਹਮਣ ਪਾੜ ਜਨੇਊ ਗਲ ਪਾ, ਉਹ ਬਾਹਮਣ ਨਹੀਂ ਬਣ ਜਾਂਦਾ ਜਿੰਨਾ ਮਨ ਨਹੀਂ ਕਰਦਾ। ਤੇ ਸਿੱਖਾਂ ਦੇ ਘਰ ਜੰਮ ਕੇ ਅਸੀਂ ਕਹੀਏ ਵੀ ਅਸੀਂ ਸਿੱਖੀ ਵਾਲੇ ਕੰਮ ਨਾ ਕਰੀਏ ਤਾਂ ਅਸੀਂ ਸਿੱਖ ਹਾਂ, ਤੇ ਫਿਰ ਸਾਡੇ ਲਈ ਇਹ ਬਦਕਿਸਮਤੀ ਨਹੀਂ ਤਾਂ ਹੋਰ ਕੀ ਹੈ। ਸ਼੍ਰੋਮਣੀ ਕਮੇਟੀ ਦੀ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਵੀ ਉਹ ਉਹਨਾਂ ਚਿਰ ਹੀ ਕਾਬਜ ਆ ਜਿੰਨਾ ਚਿਰ ਭਲੇ ਲੋਕ ਆਪਣੇ ਘਰਾਂ 'ਚ ਬੈਠੇ ਆ। ਜਦੋਂ ਬੁਰਾਈ ਵੱਧਦੀ ਆ ਤੇ ਭਲਾਈ ਆਪਣੇ ਅੰਦਰਾਂ 'ਚ ਵੜ ਜਾਂਦੀ, ਇਹਦਾ ਮਤਲਬ ਭਲਾਈ ਦਾ ਅੰਤ ਹੋਣ ਵਾਲਾ ਆ। ਅਸੀਂ ਕਦੋਂ ਦੇਖੋ 117 ਮੈਂਬਰ ਸ਼੍ਰੋਮਣੀ ਕਮੇਟੀ ਦੇ ਆ, ਕਿ ਬਾਕੀ ਸਾਰੇ ਸਿੱਖ ਵੀ ਨਹੀਂ ਸ਼੍ਰੋਮਣੀ ਕਮੇਟੀ 'ਚ ਆਪਣੀਆਂ ਭੇਜ ਸਕਦੇ, ਜਿਹੜੇ ਟੇਬਲ ਤੇ ਬਹਿ ਕੇ ਗੱਲ ਕਰ ਸਕਣ, ਜਿਹੜੇ ਟੂ-ਥਰਡ ਨਾ ਹੋਵੇ। ਅਸੀਂ ਜਦੋਂ ਅੱਖਾਂ ਮੀਟ ਕੇ ਦੂਸਰੇ ਨੂੰ ਬਲੇਮਿੰਗ ਕਰਦੇ ਆ, ਇਹਦੇ ਵਿੱਚ ਸਾਡਾ ਕਿਤੇ ਨਾ ਕਿਤੇ ਲੁਕੋ ਹੋਇਆ ਹੁੰਦਾ। ਸਾਨੂੰ ਜੰਮ ਕੇ ਤਕੜੇ ਹੋ ਕੇ ਐਕਸ਼ਨ ਲੈਣ ਦੀ ਲੋੜ ਆ। ਦੁਨੀਆ ਦੀ ਕੋਈ ਪਾਵਰ ਨਹੀਂ ਜਿਹੜੀ ਤੁਹਾਡੇ ਬੂਟੇ ਨੂੰ ਲਾ ਸਕੇ। ਕੰਮ ਕਰਨਾ ਸਾਡਾ ਕਰਮ ਆ, ਪਰ ਜੇ ਆਪ ਅਸੀਂ ਵਧੀਆ ਰਹੀਏ ਤੇ ਲੋਕ ਕੰਮ ਕਿਸੇ ਨਹੀਂ ਕਰ ਸਕਦੇ। ਸਮਾਂ ਜਿਹੜੀਆਂ ਵੀ ਹੈਗੀਆਂ ਉਹ ਆ ਕੇ ਗਰਾਊਂਡ ਤੇ ਕੰਮ ਨਹੀਂ ਕਰ ਸਕਦੀਆਂ, ਉਹਨਾਂ ਦੀ ਆਪਣੀਆਂ ਮਜਬੂਰੀਆਂ ਹੁੰਦੀਆਂ। ਉਹ ਇੱਥੋਂ ਦੀਆਂ ਜਿਹੜੀਆਂ ਸੰਸਥਾਵਾਂ ਵਧੀਆ ਕੰਮ ਕਰਦੀਆਂ ਉਹਨਾਂ ਨੂੰ ਸਹਾਇਤਾ ਕਰਨ, ਉਹਨਾਂ ਕੋਲ ਰਿਜ਼ਲਟ ਮੰਗਣ। ਜੇ ਉਹ ਚੰਗੇ ਆਪਸ ਨਾਲ ਮਿਲ, ਸਾਨੂੰ ਛੋਟੇ ਲੈਵਲ ਤੇ ਮਿਡਲ ਕਲਾਸ ਲਈ ਤੇ ਜਿਹੜੀਆਂ ਸਾਡੀਆਂ ਜੌਬਾਂ ਖੋ ਕੇ ਬਿਹਾਰੀ ਸਾਰੇ ਲੈ ਗਏ ਆ ਬਾਪ ਗਏ, ਅਸੀਂ ਸਾਲੀਏ, ਪਰ ਜੇ ਇੱਕ ਡੀਸੀ ਪੈਦਾ ਨਹੀਂ ਕੀਤਾ ਤੇ ਸਾਡੇ ਕਾਨੂੰਨਾਂ ਦਾ ਰਾਖਾ ਕੋਈ ਨਹੀਂ ਹੋਏਗਾ। ਠੀਕ ਹੈ ਜੀ। ਤੁਸੀਂ ਜੋ ਕਿਹਾ ਮੈਂ ਵੀ ਸੁਣਨਾ ਚਾਹੁੰਦਾ ਸੀ ਕਿ ਦੇਖੋ ਅਸੀਂ ਜੋ ਮਰਜ਼ੀ ਕਰ ਲਈਏ ਪਰ ਆਪਣੇ ਸਿਧਾਂਤਾਂ ਤੋਂ ਅਸੀਂ ਸਮਝੌਤਾ ਨਹੀਂ ਕਰ ਸਕਦੇ। ਜੇ ਸਿੱਖੀ ਕਹਿੰਦੀ ਹੈ ਕਿ ਸਿਰ ਧਰ ਤਲੀ ਗਲੀ ਮੇਰੀ ਆਓ, ਤੇ ਅਸੀਂ ਇਹ ਨਹੀਂ ਕਹਿ ਸਕਦੇ ਦੂਜੇ ਨੂੰ ਕਿ ਆਪਾਂ ਤੇਰੇ ਕੰਮ ਤਾਂ ਕਰਾਂਗੇ ਜੇ ਤੂੰ ਸਿੱਖ ਬਣੇਗਾ। ਉਹ ਇਸ ਸਿਧਾਂਤ ਤੋਂ ਅਸੀਂ ਸਮਝੌਤਾ ਨਹੀਂ ਕਰ ਸਕਦੇ। ਆਪਣੇ ਸਿਧਾਂਤਾਂ ਦੇ ਵਿੱਚ ਰਹਿ ਕੇ ਅਸੀਂ ਐਕਸ਼ਨ ਕਰਨਾ, ਜ਼ਮੀਨ ਦੇ ਉੱਤੇ ਉਤਰਨਾ। ਤੁਹਾਡਾ ਬਹੁਤ ਬਹੁਤ ਧੰਨਵਾਦ। JPS ਚੰਡੀਗੜ੍ਹ ਆਪਣਾ 1 ਮਿੰਟ ਵਿੱਚ ਜੀ ਤੁਸੀਂ ਜ਼ਰੂਰ ਆਪਣਾ ਵਿਚਾਰ ਰੱਖੋ, ਤੁਹਾਡਾ ਹੱਥ ਖੜਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਮੇਰੀ ਆਵਾਜ਼ ਠੀਕ ਆ ਰਹੀ ਹੈ ਜੀ? ਆ ਰਹੀ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਓਕੇ ਜੀ, ਓਕੇ ਵੀਰ ਜੀ, ਮੈਂ ਬਹੁਤ ਬਹੁਤ ਧੰਨਵਾਦ ਸਾਰੇ ਬੁਲਾਰਿਆਂ ਦਾ। ਬਹੁਤ ਵਧੀਆ ਭੈਣ ਜੀ ਹਰਸ਼ਿੰਦਰ ਕੌਰ ਜੀ, ਮਨਜੀਤ ਕੌਰ ਜੀ ਔਰ ਬਲਵਿੰਦਰ ਸਿੰਘ ਸਾਗਰ ਜੀ ਦੇ ਬਹੁਤ ਵਿਚਾਰ ਆਲਾ ਕਮਾਨ ਦੇ ਆਲਾ ਦਰਜੇ ਦੇ ਸੀਗੇ ਸਾਰਿਆਂ ਦੇ। ਕ੍ਰਿਸਚੀਅਨਿਟੀ ਦੀ ਕਨਵਰਸ਼ਨ ਦੀ ਆਪਾਂ ਗੱਲ ਕਰ ਰਹੇ ਸੀ, ਪਰ ਮੇਰਾ ਖਿਆਲ ਆਪਾਂ ਨਾ ਜੀ ਖਾਲੀ ਇੱਕ ਪੱਖ ਦੇਖਿਆ। ਸਾਡੇ ਕੋਲ ਸਮਕਾਲੀ ਜਥੇਬੰਦੀਆਂ ਬਹੁਤ ਸਾਰੀਆਂ ਵਿੱਚ ਘੁਸ ਕੇ, ਸਾਡੇ ਆਪਣੇ ਸਰੂਪ ਵਿੱਚ ਘੁਸ ਕੇ, ਸਾਨੂੰ ਮਤਲਬ ਸਿਰਫ ਕ੍ਰਿਸਚੀਅਨਿਟੀ ਤੋਂ ਖਤਰਾ ਨਹੀਂ ਹੈ, ਹੋਰ ਵੀ ਧਰਮਾਂ ਦੇ ਲੋਕ ਸਾਡੇ ਵਿੱਚ ਘੁਸ ਕੇ ਸਮਕਾਲੀ ਜਥੇਬੰਦੀਆਂ ਨਾ ਜੀ ਕਨਵਰਸ਼ਨ ਦੀ ਗੱਲ ਕਰੀ ਜਾ ਰਹੀਆਂ। ਹੌਲੀ ਹੌਲੀ ਆਪਾਂ ਉਹਨਾਂ ਵਿੱਚ ਮਿਲਦੇ ਜਾ ਰਹੇ ਹਾਂ। ਮਤਲਬ ਸਾਨੂੰ ਬੇਸਿਕ ਰਿਆਤ ਮਰਿਆਦਾ ਤੋਂ ਦੂਰ ਕਰਨਾ ਨਾ ਜੀ, ਗੁਰਦੁਆਰੇ ਕੀ ਜਾ ਕੇ ਕਰਨਾ ਹੈ, ਕੇਸਾਂ ਦੇ ਪ੍ਰਤੀ ਕੀ ਆਪਾਂ ਸਤਿਕਾਰ ਕਰਦੇ ਹਾਂ, ਇਹਨਾਂ ਨੂੰ ਕਿਹੜੇ ਅੰਬ ਲੱਗਣੇ, ਇਹੋ ਜਿਹੀਆਂ ਗੱਲਾਂ ਕਰ ਕਰਕੇ ਨਾ ਸਾਨੂੰ ਮਤਲਬ ਵਰਗਲਾਇਆ ਜਾ ਰਿਹਾ, ਔਰ ਆਪਾਂ ਉਹਦੇ ਸਾਡੇ ਬੱਚੇ ਉਹਦੇ 'ਚ ਆ ਰਹੇ। ਇੱਕ ਤਾਂ ਇਹ ਹੈ ਮੇਰਾ ਪੱਖ। ਮੈਂ ਕਹਿਣਾ ਚਾਹੁੰਦਾ ਸੀ ਵੀ ਆਪਾਂ ਖਾਲੀ ਕ੍ਰਿਸਚੈਨਿਟੀ ਤੇ ਨਾ ਫੋਕਸ ਕਰੀਏ, ਆਪਾਂ ਨੂੰ ਸਾਰੇ ਪੱਖਾਂ ਨੂੰ ਦੇਖਣਾ ਪੈਣਾ। ਦੂਸਰੀ ਮੇਰੀ ਗੱਲ ਸੀ ਜਿਹੜੀ ਸਿੱਖਲੀ ਕਰਮ ਨੂੰ ਆਪਾਂ ਜੇਕਰ ਅੱਜ ਕੱਲ੍ਹ ਅੱਖੋਂ ਪਰੋਖੇ ਕਰ ਰਹੇ ਹਾਂ ਨਾ, ਜਿਹੜੀ ਕੌਮ ਹੈ ਸਾਡੀ, ਸਾਡਾ ਅੰਸ਼ ਹੋਇਆ ਪੱਖ, ਉਹਨੂੰ ਆਪਾਂ ਜ਼ਰੂਰ ਨਾਲ ਲੈ ਕੇ ਚੱਲੀਏ, ਕਿਉਂਕਿ ਉਹ ਸਾਡੇ ਵਿੱਚੋਂ ਹੀ ਨੇ। ਪਰ ਹੁਣ ਸਾਡੇ ਹੋਰ ਜਿਵੇਂ ਪਹਿਲਾਂ ਸਮਕਾਲੀ ਜਥੇਬੰਦੀਆਂ ਦੀ ਗੱਲ ਕਰ ਰਹੇ ਹਾਂ, ਤਾਂ ਉਹਨਾਂ ਦੀ ਇੱਛਾ ਹੈਗੀ ਕਿ ਇਹਨਾਂ ਆਪਾਂ ਨੂੰ ਕਨਵਰਟ ਕਰ ਦਈਏ, ਇਹਨਾਂ ਨੂੰ ਛੇਤੀ ਕਨਵਰਟ ਹੋ ਰਹੇ ਨੇ। ਕਿਉਂ ਵੀ ਉਹਨਾਂ ਕੋਲ, ਜਿਵੇਂ ਸਾਗਰ ਸਾਹਿਬ ਨੇ ਗੱਲ ਕੀਤੀ ਸੀ ਵੀ ਸਾਧਨ ਨਹੀਂ ਰਹਿ ਗਏ ਉਹਨਾਂ ਕੋਲ ਕਮਾਉਣ ਦੇ, ਜਿਵੇਂ ਆਪਣੀ ਜੀਵਿਕਾ ਦੇ। ਉਹ ਆਪਾਂ ਗੱਲਾਂ ਜ਼ਰੂਰ 2-3 ਐਸਪੈਕਟ ਨਾਲ ਲੈ ਕੇ ਚੱਲੀਏ। ਬਾਕੀ ਉਪਰਾਲਾ ਬਹੁਤ ਵਧੀਆ ਜੀ, ਮਹਾਰਾਜ ਆਪ ਕਿਰਪਾ ਕਰਨਗੇ। ਬਟ ਖਾਲੀ ਕ੍ਰਿਸਚੈਨਿਟੀ ਤੇ ਨਾ ਫੋਕਸ ਕਰੀਏ। ਸਾਡੇ ਵਿੱਚ ਜਿਹੜੇ ਆਪ ਸਾਡੇ ਵਿੱਚ ਸਾਡੇ ਸਰੂਪ ਵਿੱਚ ਜਿਹੜੇ ਸਾਡੇ ਸਰੂਪ ਵਾਲੇ ਬਣਾ ਕੇ ਸਾਡੇ ਵਿੱਚ ਵਾੜੇ ਜਾ ਰਹੇ ਆ, ਉਹਨਾਂ ਤੋਂ ਖਾਸ ਕਰਕੇ ਸਾਨੂੰ ਸਾਵਧਾਨ ਹੋਣ ਦੀ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ, ਧੰਨਵਾਦ ਤੁਹਾਡਾ ਬਹੁਤ ਬਹੁਤ ਜੀ। ਬਿਲਕੁਲ ਗੁਰਮਤ ਦਾ ਪ੍ਰਚਾਰ ਅਗਰ ਅਸੀਂ ਕਰ ਰਹੇ ਤਾਂ ਉਹਦੇ ਸਾਰੇ ਐਸਪੈਕਟ ਜਿਹੜੇ ਉਹਦੇ ਚ ਆਉਂਦੇ ਨੇ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਗੁਰਪ੍ਰੀਤ ਸਿੰਘ ਤੁਹਾਡੇ ਹੱਥ ਖੜੇ ਜੀ, ਤੁਸੀਂ 1 ਮਿੰਟ ਵਿੱਚ ਆਪਣਾ ਗੱਲ ਰੱਖੋ। ਹਾਂਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਖਾਲਸਾ ਵੀਰ ਜੀ। ਗੱਲ ਏਦਾਂ ਹੈ ਕਿ ਸਾਰਿਆਂ ਬੰਦਿਆਂ ਦੇ ਵਿਚਾਰ, ਮੇਰਾ ਖਿਆਲ ਹੈ ਇਹਦੇ ਵਿੱਚ ਕੋਈ ਰਾਕਟ ਸਾਇੰਸ ਨਹੀਂ ਹੈ ਕਿ ਵੀ ਅਸੀਂ ਸਾਡੀ ਕੌਮ ਜਿਹੜੀ ਹੈਗੀ ਉਹ ਇਸ ਮੁਕਾਮ ਤੱਕ ਕਿਉਂ ਪਹੁੰਚੀ ਹੈ ਤੇ ਕਿੱਦਾਂ ਪਹੁੰਚੀ ਹੈ।
ਮੁੱਕਦੀ ਗੱਲ ਹੈਗੀ ਕਿ ਸਾਡੀ ਕਥਨੀ ਕਰਨੀ 'ਚ ਬਹੁਤ ਅੰਤਰ ਹੈਗਾ। ਅਸੀਂ ਸਗੋਂ ਜਿਹੜੇ ਇੱਕ ਮੇਰੇ ਵੀਰ ਨੇ ਕਿਹਾ ਸੀਗਾ ਕਿ ਉਹਨਾਂ ਨੇ 2 ਬੱਚੇ ਜਿਹੜੇ ਵਾਪਸ ਵੀ ਲਿਆਂਦੇ ਨੇ, ਜਿਹੜੇ ਕਿ ਹੁਣ ਗੁਰਦੁਆਰੇ ਜਾ ਕੇ ਜਿਹੜੇ ਕਿ ਗ੍ਰੰਥੀਆਂ ਪਾਠੀਆਂ ਦੇ ਬੱਚੇ ਸੀਗੇ ਜਿਹੜੇ ਕਿ ਇਸ ਪਾਸੇ ਤੁਰ ਪਏ ਸੀਗੇ ਤੇ ਉਹਨਾਂ ਨੂੰ ਵਾਪਸ ਲਿਆਂਦਾ ਹੈ। ਪਹਿਲੀ ਗੱਲ ਐਜ਼ ਐਨ ਐਗਜ਼ਾਮਪਲ ਜਾਂ ਤੇ ਫਿਰ ਉਹਨਾਂ ਨੂੰ ਸਨਮਾਨਿਤ ਵੀ ਕਰਨਾ ਚਾਹੀਦਾ ਹੈ, ਕੋਈ ਸਮਾਗਮ ਰੱਖ ਕੇ ਤੇ ਇਹੋ ਜਿਹੇ ਬੰਦਿਆਂ ਨੂੰ ਸ਼ੋਕੇਸ ਕਰਨਾ ਚਾਹੀਦਾ ਹੈ ਕਿ ਭਈ ਦੇਖੋ ਇਹਦੇ ਵਿੱਚ ਕੁਝ ਨਹੀਂ ਹੈ, ਸਾਰਾ ਕੁਝ ਜਿਹੜਾ ਹੈਗਾ ਜਿਹੜੀ ਗੁਰੂ ਨਾਨਕ ਸਾਹਿਬ ਦੀ ਸਿੱਖ ਦੇ ਵਿੱਚ ਹੀ ਹੈ, ਫਲਸਫਾ 'ਚ ਹੀ ਹੈ। ਇੱਕ ਤਾਂ ਇਹ ਪਹਿਲੀ ਗੱਲ ਹੋ ਗਈ। ਦੂਜੀ ਗੱਲ ਹੈਗੀ ਕਿ ਵੀ ਇਹ ਕਹਿ ਜਾਣਾ ਕਿ ਜੀ ਅਸੀਂ ਵੀ ਸ਼ੁੱਡ ਰੈਕਗਨਾਈਜ਼ ਆਵਰ ਐਨਮੀ ਉਹ ਕੀ ਕਰਦਾ, ਉਹ ਡਾਂਗ ਮਾਰ ਕੇ ਥੋੜਾ ਨਾ ਤੁਹਾਨੂੰ ਬਣਾਉਂਦਾ, ਉਹ ਨਾ ਤੁਹਾਨੂੰ ਡਾਂਗ ਮਾਰ ਕੇ ਬਣਾਉਂਦਾ, ਨਾ ਤੁਹਾਨੂੰ ਗੋਲੀ ਦੇ ਸਿਰ ਤੇ ਉਹ ਤੁਹਾਨੂੰ ਕਹਿੰਦਾ ਕਿ ਵੀ ਤੁਸੀਂ ਕ੍ਰਿਸਚੀਅਨਿਟੀ ਧਾਰਨ ਕਰੋ। ਉਹ ਤੇ ਆਪਣੇ ਕਿਰਦਾਰ ਦੇ ਉੱਤੇ ਜੋ ਵੀ ਉਹਦਾ ਕਿਰਦਾਰ ਹੋਵੇ, ਭਾਵੇਂ ਉਹ ਲਾਲਚ ਹੋ, ਭਾਵੇਂ ਲਾਲਚੀ ਤੁਸੀਂ ਕਹਿ ਲਓ, ਤੇ ਲਾਲਚੀ ਅਗਰ ਉਹ ਤੁਹਾਨੂੰ ਕੁਝ ਸੁੱਟੇ ਤੇ ਤੁਸੀਂ ਉਹਨੂੰ ਫੜ ਲਓ ਤੇ ਲਾਲਚੀ ਕੌਣ ਹੋਇਆ? ਉਹ ਥੋੜੀ ਨਾ ਹੋਇਆ, ਲਾਲਚੀ ਤਾਂ ਤੁਸੀਂ ਹੋਏ ਜਾਂ ਤੁਹਾਡੇ ਬੰਦੇ ਹੋਏ। ਸੋ ਅਗਰ ਉਹ ਕੰਮ ਕਰਦੇ ਨੇ, ਬਾਕੀ ਗੱਲ ਰਹੀ ਕਿ ਵੀ ਗੁਰਦੁਆਰਿਆਂ ਦੀ ਕੀ ਪਰਿਭਾਸ਼ਾ ਹੈਗੀ, ਇਹ ਤੇ ਅਸੀਂ ਭਲੀ ਭਾਂਤ ਜਾਣਦੇ ਹਾਂ ਕਿ ਵੀ ਗੁਰਦੁਆਰਾ, ਜਿੱਦਾਂ ਇੱਕ ਮੇਰੇ ਵੀਰ ਨੇ ਵੀ ਗੱਲ ਕੀਤੀ ਸੀਗੀ ਜਾਂ ਭੈਣ ਨੇ ਗੱਲ ਕੀਤੀ ਸੀਗੀ ਕਿ ਵੀ ਗੁਰਦੁਆਰੇ ਦੀ ਤੁਸੀਂ ਅੱਜ ਵੀ ਤੁਸੀਂ ਮਹਾਕੋਸ਼ ਦੇ ਵਿੱਚ ਗੁਰਦੁਆਰੇ ਦੀ ਤੁਸੀਂ ਉਹਦਾ ਮਹਿਣਾ ਤੁਸੀਂ ਦੇਖ ਲਓ ਤੇ ਗੁਰਦੁਆਰਾ ਇਜ਼ ਅ ਪਲੇਸ ਜਿੱਥੇ ਐਜੂਕੇਸ਼ਨ ਵੀ ਹੋਣੀ ਚਾਹੀਦੀ ਹੈ, ਹੈਲਥ ਵੀ ਹੋਣਾ ਚਾਹੀਦਾ ਹੈ। ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਤਾਂ ਅਸੀਂ ਗੁਰਦੁਆਰੇ ਤੋਂ ਬਿਲਕੁਲ ਹੀ ਵਾਂਝੇ ਹੋ ਗਏ। ਅਸੀਂ ਤਾਂ ਗੁਰਦੁਆਰੇ ਨੂੰ ਨਿਰਾ ਕਿ ਪੂਜਾ ਦੀ ਸਥਾਨ ਹੀ ਬਣਾਤਾ ਹੈ, ਪੂਜਾ ਦੀ ਥਾਂ ਹੀ ਬਣਾਤਾ ਹੈ। ਸੋ ਦਿਸ ਇਜ਼ ਨਾਟ, ਅਸੀਂ ਸਾਨੂੰ ਗੁਰਦੁਆਰੇ ਨੂੰ ਫਿਰ ਗੁਰਦੁਆਰਾ ਜਿਹੜਾ ਹੋਣਾ ਚਾਹੀਦਾ ਸੀਗਾ, ਇੱਕ ਮੇਰੇ ਭੈਣ ਨੇ ਕਿਹਾ ਸੀਗਾ ਘਰ ਘਰ ਧਰਮਸਾਲ। ਘਰ ਘਰ ਦਾ ਮਤਲਬ ਭੈਣ ਜੀ ਮੇਰੇ ਜੋ ਮੈਨੂੰ ਤੁੱਛ ਬੁੱਝੀ, ਮੈਂ ਸ਼ਾਇਦ ਗਲਤ ਵੀ ਹੋਵਾਂ, ਮੇਰੇ ਹਿਸਾਬ ਨਾਲ ਹਰ ਦਿਲ ਦੇ ਵਿੱਚ, ਨਾ ਕਿ ਹਰ ਮੁਹੱਲੇ ਦੇ ਵਿੱਚ ਜਾਂ ਤੁਸੀਂ ਕਹਿੰਦੇ ਹੋ ਆਪਣੇ ਹਰ ਮੁਹੱਲੇ ਦੇ ਵਿੱਚ, ਮੈਂ ਕਹਿ ਰਿਹਾ ਘਰ ਘਰ ਅੰਦਰ ਧਰਮਸਾਲ ਵਾਲੀ ਗੱਲ ਹੈਗੀ ਕਿ ਹਰ ਇੱਕ ਦੇ ਦਿਲ ਦੇ ਵਿੱਚ ਧਰਮਸਾਲ ਹੋਣੀ ਚਾਹੀਦੀ ਹੈ, ਜਿਹਦੇ ਵਿੱਚ ਉਹ ਅਸੀਂ ਕਹਿੰਦੇ ਹਾਂ ਕਿ ਵੀ ਅ ਸਿੱਖ ਸ਼ੁੱਡ ਬੀ ਅ ਲਿਵਿੰਗ ਟਾਕਿੰਗ ਐਂਡ ਪ੍ਰੋਪਰਗੇਟਿੰਗ ਗੁਰਦੁਆਰਾ ਇਨ ਹਿਮਸੈਲਫ ਔਰ ਹਰਸੈਲਫ, ਇਹ ਹੋਣਾ ਚਾਹੀਦਾ। ਸੋ ਅਗਰ ਅਸੀਂ ਏਦਾਂ ਕਰਾਂਗੇ ਤੇ ਕੋਈ ਵਜ੍ਹਾ ਨਹੀਂ ਹੈਗੀ। ਅਗਰ ਅਸੀਂ ਜਿਹੜਾ ਫਲਸਫਾ ਸਾਨੂੰ ਦਿੱਤਾ ਗੁਰੂ ਸਾਹਿਬ ਨੇ ਉਹਦੇ ਤੇ ਅਸੀਂ ਅਮਲ ਕਰਾਂਗੇ ਤੇ ਮੇਰੇ ਹਿਸਾਬ ਨਾਲ ਸਹੀ ਤਰੀਕੇ ਨਾਲ, ਹੁਣ ਇਹ ਨਹੀਂ ਕਿ ਵੀ ਸਿਰਫ ਗੱਲਾਂ 'ਚ ਹੀ, ਗੱਲਾਂ ਤੇ ਅਸੀਂ ਬੜੀ ਸੋਹਣੀਆਂ ਕਰਦੇ ਹਾਂ ਕਿ ਜੀ ਨਹੀਂ ਸਾਡੇ ਵਿੱਚ ਕੋਈ ਜਾਤ ਪਾਤ ਨਹੀਂ ਹੈ ਜੀ, ਆਹ ਨਹੀਂ ਹੈ ਉਹ। ਭਾਜੀ ਬਲਵਿੰਦਰ ਨੇ ਬੜੀ ਤਗੜੀ ਗੱਲ ਕੀਤੀ ਤੇ ਮੈਂ ਉਹਨਾਂ ਨੂੰ ਵਧਾਈ ਵੀ ਦਿੰਦਾ ਕਿ ਇਹ ਸਿਰਫ ਇਹ ਹੋਇਆ ਕਿਉਂਕਿ ਅਨਫੋਰਚੂਨੇਟਲੀ ਇੱਕ ਜਾਤ ਨੇ ਆ ਕੇ ਤੇ ਇੱਥੇ ਆਪਣਾ ਠੋਸ ਜਮਾ ਲਿਆ ਤੇ ਉਹ ਸਮਝਦੇ ਨੇ ਕਿ ਵੀ ਦੂਜੇ ਜਿਹੜੇ ਬੰਦੇ ਨੇ ਉਹ ਉਹਨਾਂ ਦੇ ਬਰਾਬਰ ਹੋ ਹੀ ਨਹੀਂ ਸਕਦੇ। ਇਹ ਬਹੁਤ ਗਲਤ ਗੱਲ ਹੈਗਾ ਜਿਹੜੀ ਪੰਜਾਬ 'ਚ ਹੋ ਰਹੀ ਹੈ, ਇਹਨੂੰ ਆਪਾਂ ਨੂੰ ਢਲ ਪਾਉਣਾ ਚਾਹੀਦਾ ਤੇ ਅਗਰ ਅਸੀਂ ਇਹ ਨਹੀਂ ਕਰਾਂਗੇ, ਉਹਨਾਂ ਨੂੰ ਵੀ ਸਮਝਾਉਣਾ ਚਾਹੀਦਾ, ਸਾਰਿਆਂ ਨੂੰ ਸਮਝਾਉਣਾ ਚਾਹੀਦਾ ਕਿ ਵੀ ਜਿਹੜੀ ਗੱਲ ਤੁਸੀਂ ਕਰਦੇ ਹੋ ਤੇ ਉਹਦੇ ਤੇ ਪੂਰਾ ਅਮਲ ਕਰੋ। ਸਾਰਿਆਂ ਨੂੰ ਗਲਵਕੜੀ ਜਾਓ ਤੇ ਉਹਨਾਂ ਨੂੰ ਆਪਣੇ ਨਾਲ ਭਾਈਵਾਲੀ ਬਣਨਾ ਤੁਸੀਂ ਕੰਮ ਉਦੋਂ ਅੱਗੇ ਤੋਰੋ। ਸੋ ਅਗਰ ਜਦ ਤੱਕ ਅਸੀਂ ਇਹ ਨਹੀਂ ਗੱਲ ਕਰਾਂਗੇ, ਅਸੀਂ ਜਿੰਨਾ ਮਰਜ਼ੀ ਅਸੀਂ ਗੱਲਾਂ ਬਾਤਾਂ ਕਰੀ ਜਾਈਏ, ਇਹਦਾ ਜਿਹੜਾ ਮੁੱਖ ਜਿਹੜਾ ਸਾਰ ਤੱਤ ਹੈ ਇਹ ਸਿਰਫ ਇਹੀ ਹੈ ਕਿ ਅਸੀਂ ਆਪਣਿਆਂ ਨੂੰ ਨਹੀਂ ਸੰਭਾਲਿਆ, ਕਿਉਂਕਿ ਅਸੀਂ ਆਪਸ ਦੇ ਵਿੱਚ ਹੀ ਅਸੀਂ ਲੜ ਕੇ ਗੁਰਦੁਆਰੇ, ਇੱਕ ਵੀਰ ਕਹਿੰਦਾ ਸੀਗਾ ਜੀ 2 ਇਹਨਾਂ ਦੇ ਪਿੰਡ 'ਚ ਹੈਗੇ, ਮੈਂ ਕਿਹਾ 2 ਅਗਰ ਇਹਨਾਂ ਦੇ ਪਿੰਡ 'ਚ ਤੇ ਖੁਸ਼ਕਿਸਮਤ ਨੇ। ਪੰਜਾਬ ਦੇ ਪਿੰਡਾਂ 'ਚ ਤੇ ਮੇਰੇ ਖਿਆਲ 5 ਤੇ 6 ਤੇ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਵੰਡੀਆਂ ਕਰਕੇ, ਮੜੀਆਂ ਬਣੀਆਂ ਹੋਈਆਂ ਨੇ, 2 3 ਮੜੀਆਂ ਵੀ ਬਣੀਆਂ ਹੋਈਆਂ ਨੇ। ਸੋ ਇਹੋ ਜਿਹਾ ਕੰਮ ਅਗਰ ਹੋਏਗਾ ਤੇ ਫਿਰ ਸਿੱਖੀ ਕਿੱਥੇ ਗਈ? ਤੇ ਫਿਰ ਅਗਰ ਇਹ ਬੰਦੇ ਜਾਣਗੇ ਡੇਰੇ ਵੱਲ ਜਾਣਗੇ ਜਾਂ ਕ੍ਰਿਸਚੀਅਨਿਟੀ ਵੱਲ ਜਾਣਗੇ ਤੇ ਇਹਨਾਂ ਨੂੰ ਵਾਈ ਸ਼ੁੱਡ ਬੀ ਬਲੇਮ ਦੈਮ? ਸੋ ਸਾਨੂੰ ਤੇ ਇਹ ਹੋਣਾ ਚਾਹੀਦਾ ਕਿ ਵੀ ਸਾਨੂੰ ਜਿੱਥੇ ਤੱਕ ਕੰਮ ਕਰਨਾ ਚਾਹੀਦਾ, ਅਸੀਂ ਆਪ ਹੀ ਜਿੰਨਾ ਕੁ ਅਸੀਂ ਉਪਰਾਲਾ ਕਰ ਸਕਦੇ ਹਾਂ, ਭਾਵੇਂ ਥੋੜਾ ਕਰੀਏ। ਇੱਕ ਮੇਰੇ ਵੀਰ ਨੇ ਜਿਨ੍ਹਾਂ ਨੇ 2 ਬੰਦਿਆਂ ਨੂੰ ਵਾਪਸ ਲਿਆਂਦਾ, ਉਹ ਇਟਸ ਅ ਬਿਗਨਿੰਗ। ਅਗਰ ਇਹਦਾ ਕਰਦੇ ਹੋਰ ਵੀ ਬੰਦੇ ਇਸ ਵੱਲ ਲੱਗ ਜਾਣ ਤੇ ਆਈ ਥਿੰਕ ਇਹਨੂੰ ਢਾਹ ਲੱਗ ਸਕਦਾ। ਨਹੀਂ ਤਾਂ ਐਵੇਂ ਕਹੀ ਜਾਣਾ ਕਿ ਜੀ ਉਹ ਦੇਖੋ ਜੀ ਬੜੀ ਮਾੜੀ ਹਾਲ ਹੈ ਜੀ, ਇਸ ਤੇ ਬੜਾ ਗਰੀਡ ਦੇ ਕੇ ਜੀ ਇਹਨਾਂ ਨੂੰ ਲੈ ਕੇ ਜਾਂਦੇ ਨੇ। ਤੁਹਾਡੇ ਕੋਲ ਇੰਨਾ ਸਾਰਾ ਸਰਮਾਇਆ ਪਿਆ, 1200 ਕਰੋੜ ਰੁਪਏ SGPC ਦਾ ਸਾਲਾਨਾ ਬਜਟ ਹੈ। SGPC ਨੂੰ ਤੁਸੀਂ ਛੱਡੋ, ਬਾਕੀ ਗੁਰਦੁਆਰਿਆਂ ਦਾ ਵੀ ਬੇਅੰਤ ਮਤਲਬ ਜਿਹਨੂੰ ਮਾਇਆ ਇਹਨਾਂ ਕੋਲ ਹੁੰਦੀ ਹੈ। ਮੇਰੇ ਵੀਰ ਨੇ ਕਿਹਾ ਜੀ 5-5 ਲੱਖ ਰੁਪਏ ਇੱਕ ਸਾਲਾਨਾ ਇੱਕ ਗੁਰਦੁਆਰੇ ਕੋਲ ਆਮਦਨ ਵੀ ਹੋ ਸਕਦੀ ਹੈ, ਉਸ ਤੋਂ ਵੱਧ ਵੀ ਹੋ ਸਕਦੀ ਹੈ। ਤੁਸੀਂ ਉਦੋਂ ਖਰਚਦੇ ਕਿੱਥੇ ਹੋ? ਸੋ ਇਹਨੂੰ ਸੋਚਣ ਦੀ ਗੱਲ ਹੈਗੀ। ਇੱਕ ਬਲੂ ਪ੍ਰਿੰਟ ਤਿਆਰ ਕਰਨ ਦੀ ਲੋੜ ਹੈ। ਜੇ GST ਇੱਥੇ ਬੈਠ ਕੇ ਤੇ ਕਰ ਲਵੇ ਤੇ ਆਪਾਂ ਅੰਡਰ GST ਹੈਡ ਇਹਨੂੰ ਵੰਡੀਏ ਤਾਂ ਕਿ GST ਦਾ ਵੀ ਮਤਲਬ ਜੋ ਅਸੀਂ ਸੋਚਦੇ ਹਾਂ ਤੇ ਅਸੀਂ ਉਹ ਕੌਮ ਨੂੰ ਵੀ ਪਹੁੰਚੇ ਤਾਂ ਕਿ ਅਸੀਂ ਇਹਨੂੰ ਗਾਂ ਲੈ ਕੇ ਤੁਰੀਏ। ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ। ਧੰਨਵਾਦ ਗੁਰਪ੍ਰੀਤ ਜੀ ਤੁਹਾਡਾ ਬਹੁਤ ਤੁਸੀਂ
ਜੋ ਸੁਝਾਅ ਦਿੱਤੇ ਤੁਹਾਡੇ ਬਿਲਕੁਲ ਜੈਨੂਅਨ, ਜੋ ਜ਼ਮੀਨ ਦੇ ਉੱਤੇ ਉਤਾਰਨ ਵਾਲੀ ਗੱਲ ਹੈਗੀ ਹੈ। ਔਰ ਤੁਸੀਂ ਇੱਕ ਜਿਹੜੀ ਗੱਲ ਕਹੀ ਕਿ ਜਦੋਂ ਇਹੋ ਜਿਹੇ ਅੱਛੇ ਐਗਜ਼ਾਮਪਲਸ ਆਉਂਦੇ ਨੇ ਉਹਨਾਂ ਨੂੰ ਅਸੀਂ ਸ਼ੋਕਸ ਕਰੀਏ, ਅਗਰ ਇਹੋ ਜਿਹੇ ਆਏ ਨੇ ਤੇ ਉਹਨਾਂ ਨੂੰ ਕਰੀਏ, ਇਹਦੇ ਵਿੱਚ ਕੋਈ ਗਲਤ ਗੱਲ ਨਹੀਂ, ਇਹ ਪ੍ਰਚਾਰ ਦਾ ਹਿੱਸਾ, ਇਹਨੂੰ ਪ੍ਰਚਾਰ ਦਾ ਹਿੱਸਾ ਸਮਝ ਕੇ ਅਸੀਂ ਸ਼ੋਕੇਸ ਜ਼ਰੂਰ ਕਰੀਏ ਇਹੋ ਜਿਹੇ ਗੁੱਡ ਐਗਜ਼ਾਮਪਲਸ ਨੂੰ। ਤੇ ਜਗਦੀਪ ਸਿੰਘ ਜੀ, ਤੁਹਾਡਾ ਹੱਥ ਖੜਾ ਜੀ, ਤੁਸੀਂ 1 ਮਿੰਟ ਵਿੱਚ ਗੱਲ ਰੱਖੋ ਆਪਣੀ। ਸ਼ੁਕਰੀਆ ਵੀਰ ਜੀ। ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਸਿੱਖ ਜਾਂ ਪੰਜਾਬ ਦਾ ਤੁਸੀਂ ਦਰਦ, ਉਹ ਚੀਜ਼ ਨੂੰ ਉੱਪਰ ਇੱਕ ਵੈਬੀਨਾਰ ਆਯੋਜਿਤ ਕਰਿਆ। ਇੱਕ ਕਰੰਟ ਬਹੁਤ ਭਿਆਨਕ ਇੱਕ ਸਿਚੁਏਸ਼ਨ ਬਣ ਚੁੱਕੀ ਹੈ ਪੰਜਾਬ ਦੀ, ਪਰ ਇਹਦਾ ਐਕਚੁਅਲ ਦੇ ਵਿੱਚ ਤੁਹਾਡੇ ਅੰਦਰ ਦਰਦ ਆ, ਤੁਸੀਂ ਤਾਂ ਹੀ ਆਰਗੇਨਾਈਜ਼ ਕਰਿਆ ਇਹਦਾ। ਇੱਕ ਐਕਚੁਅਲ 'ਚ ਮੈਂ ਇੱਕ ਗਰਾਊਂਡ ਦੇ ਉੱਪਰ ਇੱਕ ਪਿੰਡ ਦੇ ਵਿੱਚ ਵਰਕ ਕਰ ਰਿਹਾ। ਐਜ ਏ ਸਿੱਖ ਸਕਾਲਰ ਮੈਂ ਇਹ ਕਹਿ ਸਕਦਾ ਕਿ ਪੰਜਾਬ ਦੇ ਵਿੱਚ ਜੋ SGPC ਨੇ ਸੱਤਿਆਨਾਸ਼ ਕਰਿਆ, ਉਹ ਤਾਂ ਉਹਨਾਂ ਨੇ ਕਰਨਾ ਹੀ ਸੀ, ਕਿਉਂਕਿ ਉਹ ਬਾਦਲ ਲਿਮਟਿਡ ਪਾਰਟੀ ਆ। ਮੈਂ ਕਿਸੇ ਪਾਰਟੀ ਨੂੰ ਬਿਲੋਂਗ ਨਹੀਂ ਕਰਦਾ, ਪਰ ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਕਿ ਇਹ ਕ੍ਰਿਸਚੈਨਿਟੀ ਦੇ ਵਿੱਚ ਜੋ ਜਾ ਰਹੇ ਨੇ, ਉਹ ਜਾ ਨਹੀਂ ਰਹੇ, ਉਹ ਸਿਰਫ ਆਪਣੀ ਜ਼ਰੂਰਤ ਪੂਰੀ ਕਰ ਰਹੇ ਨੇ। ਅਸੀਂ ਕੋਈ ਐਸਾ ਫ੍ਰੀ ਐਜੂਕੇਸ਼ਨਲ ਇੰਸਟੀਚਿਊਟ ਖੜਾ ਹੀ ਨਹੀਂ ਕਰ ਪਾਏ ਕੁਆਲਿਟੀ ਐਜੂਕੇਸ਼ਨ ਦਾ। ਅਸੀਂ ਕੀ ਕਰਦੇ ਹਾਂ, ਸਿਰਫ ਜੀ ਊੜਾ ਆੜਾ ਆ ਗਿਆ। ਅਸੀਂ ਕੋਈ ਉਸ ਨੂੰ ਅੱਗੇ, ਜਿਸ ਤਰ੍ਹਾਂ ਪਹਿਲਾਂ ਗੱਲ ਹੋਈ ਕਿ ਉੱਥੇ ਡਾਕਟਰੀ ਦੀ ਪੜ੍ਹਾਈ ਫ੍ਰੀ ਹੁੰਦੀ ਆ, ਇੰਜੀਨੀਅਰਿੰਗ ਦੀ ਫ੍ਰੀ ਹੁੰਦੀ ਆ, ਅਸੀਂ ਇਹ ਚੀਜ਼ਾਂ ਦੇ ਹੀ ਨਹੀਂ ਪਾ ਰਹੇ। ਜੇ ਕਿਸੇ ਨੂੰ ਕੈਂਸਰ ਹੋ ਗਿਆ, ਕੋਈ ਜਾਤ ਜਾਂ ਉਹਦੇ ਕੋਲ ਨਹੀਂ ਖਰਚਾ ਹੈ, ਉਹਦਾ ਇਲਾਜ ਵੀ ਫ੍ਰੀ ਕਰ ਰਹੇ ਨੇ। ਉਹ ਸਿਰਫ ਆਪਣੀ ਮਜਬੂਰੀ ਲਈ ਉਧਰ ਕਨਵਰਜਨ ਹੋ ਰਿਹਾ, ਹੋਰ ਇਹਦਾ ਕੋਈ ਨਹੀਂ। ਅਸੀਂ ਇਸ ਤਰ੍ਹਾਂ ਦਾ ਕੋਈ ਰਿਪਿਊਟਡ ਇੰਸਟੀਚਿਊਟ ਜਿੱਥੇ ਕੁਆਲਿਟੀ ਐਜੂਕੇਸ਼ਨ ਹੋਵੇ, ਉੱਥੇ ਕੋਈ ਕਨਵਰਜਨ ਦੀ ਗੱਲ ਨਾ ਹੋਵੇ, ਇਹਨਾਂ ਦੀ ਬਾਂਹ ਉੱਥੇ ਫੜੀ ਜਾਵੇ, ਇੱਕ ਵੀ ਬੰਦਾ ਉਧਰ ਨਹੀਂ ਜਾਏਗਾ। ਬਿਲਕੁਲ ਠੀਕ ਹੈ ਜੀ, ਥੈਂਕ ਯੂ ਜੀ। ਥੈਂਕ ਯੂ। ਵਿਵੇਕ ਸਿੰਘ ਜੀ, 1 ਮਿੰਟ 'ਚ ਆਪਣੀ ਗੱਲ ਰੱਖੋ ਜੀ। जी, वाहिगुरु जी का खालसा, वाहिगुरु जी की फतेह। ਵਾਹਿਗੁਰੂ ਖਾਲਸਾ ਜੀ ਕੀ ਫਤਿਹ ਜੀ। सॉरी, आई एम ऑन ट्रैवल, सो मैं शुरू तो नहीं अटेंड कर पाया, माय अपॉलॉजीज। ਤੇ ਬੜਾ ਹੀ ਚੰਗਾ ਟੌਪਿਕ ਅਸੀਂ ਡਿਸਕਸ ਕਰ ਰਹੇ ਹਾਂ, ਤੇ ਮੈਂ ਬਸ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਸੋਲੂਸ਼ਨ ਵਾਈਜ਼ ਇਫ ਵੀ ਜਸਟ ਫੋਕਸ ਔਨ ਦੀ ਸੋਲੂਸ਼ਨ, ਮੈਂ ਇਹਨੂੰ ਇਸ ਤਰ੍ਹਾਂ ਦੇਖਦਾ ਕਿ ਜਿੰਨੇ ਵੀ ਬੰਦੇ ਇਸ ਮੀਟਿੰਗ ਵਿੱਚ ਨੇ, ਸਾਨੂੰ ਆਪੇ ਸੋਚਣਾ ਹੈ ਕਿ ਜੇ ਸਾਨੂੰ ਕੋਈ ਅਪਰੋਚ ਕਰਦਾ ਹੈ ਤੇ ਅਸੀਂ ਕਿਉਂ ਨਹੀਂ ਕਨਵਰਟ ਹੋ ਰਹੇ। What are the reasons which do not persuade us to become Christians in particular and non-Sikhs in general, right? Why are we not leaving Sikhi? Why are we not ready to leave Sikhi? बस वही है the solution। जिस तरह एक ਵੀਰ ਜੀ ਨੇ, ਮੇਰੇ ਖਿਆਲ ਬੰਬੇ ਦੇ ਨੇ ਸ਼ਾਇਦ, ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸਕੂਲ ਟਾਈਮ ਤੇ ਜਾਂ during his earlier part of the life, he was approached, but he was firm on his belief, right? Which means that something must have attracted him. Something is very core to his belief system. He feels that no, Sikhi is the best way of life for me, for my family, for everyone in this group. ਉਹਨੂੰ ਕੋਈ ਚੀਜ਼ ਹੈ ਜਿਹੜੀ ਕਿ ਸਾਨੂੰ ਬਾਕੀਆਂ ਨੂੰ ਪ੍ਰੋਪੋਗੇਟ ਕਰਨੀ। ਫॉर एग्जांपल, ਇੱਕ ਛੋਟਾ ਜਿਹਾ ਐਗਜ਼ਾਮਪਲ ਦੇ ਕੇ ਮੈਂ ਸਮਾਪਤੀ ਕਰਾਂ। ਅਸੀਂ ਸਾਰੇ ਥੋੜਾ ਜਿਹਾ ਗੁਰਬਾਣੀ, ਥੋੜਾ ਜਿਹਾ ਹਿਸਟਰੀ, ਥੋੜਾ ਜਿਹਾ ਸਿੱਖ ਹਿਸਟਰੀ, ਥੋੜੇ ਜਿਹੇ ਜਿਹੜੇ ਪ੍ਰਿੰਸੀਪਲਸ ਨੇ ਉਹਨਾਂ ਬਾਰੇ ਜਾਗਰੂਕ ਆ। ਸਾਨੂੰ ਪਤਾ ਹੈ ਕਿ ਭਾਈ ਤਾਰੂ ਸਿੰਘ ਜੀ, ਉਹਨਾਂ ਨੂੰ ਕਿੰਨੇ ਤਸੀਹੇ ਦਿੱਤੇ ਗਏ, ਫਿਰ ਵੀ ਉਹਨਾਂ ਨੇ ਸਿੱਖੀ ਨਹੀਂ ਛੱਡੀ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਵਾਈਫ ਬੀਬੀ ਸੁਸ਼ੀਲ ਕੌਰ, ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਹਸਬੈਂਡ ਨਾਲ, ਉਹਨਾਂ ਦੇ ਬੱਚੇ ਨਾਲ, ਉਹਨਾਂ ਦੇ ਜ਼ਮਾਨੇ ਜਿਹੜੇ ਸਿੱਖ ਸਨ 700+ ਸਿੱਖਸ, ਉਹਨਾਂ ਨਾਲ ਕੀ ਹੋਇਆ। All she could have said is, yes, I agree to become a Muslim, but no, she said no। ਤੇ ਉਹ ਕਿਹੜੀ ਗੱਲ ਸੀ ਕਿ ਜਿਨ੍ਹਾਂ ਨੇ ਉਹ ਜਿਹੜੇ ਪ੍ਰਿੰਸੀਪਲਸ ਨੇ ਉਹਨਾਂ ਤੇ ਸਿੱਖੀ ਸਵਾਸਾਂ ਨਾਲ, ਸਿੱਖਾਂ ਨਾਲ ਨਿਭਾਈ। So in this group, probably one of the things, practical things we can do is give such examples, publicize
either in form of books, movies, comics for the children, TV shows. ਉਹ ਐਜੂਕੇਸ਼ਨ ਅਗਰ ਉਸ ਲੈਵਲ ਤੇ ਜਾਏਗੀ ਤੇ ਭਾਵੇਂ ਉਹ ਇੱਕ ਛੋਟਾ ਗਰੀਬ ਕਿਸਾਨ ਹੈ, ਭਾਵੇਂ ਉਹ ਮਜ਼ਦੂਰ ਹੈ, ਜਦ ਉਹ ਫਰਮ ਬਿਲੀਫ ਅੰਦਰ ਆ ਗਈ, ਦੁਨੀਆ ਦੀ ਕੋਈ ਤਾਕਤ ਉਹਨੂੰ ਹਿਲਾ ਨਹੀਂ ਸਕਦੀ, ਕੋਈ ਲਾਲਚ ਨਹੀਂ ਦੇ ਸਕਦੀ, ਕੋਈ ਪਰਸੂਏਸ਼ਨ ਨਹੀਂ ਦੇ ਸਕਦੀ। ਇੰਨੀ ਛੋਟੀ ਜਿਹੀ ਗੱਲ ਕਹਿ ਕੇ ਮੈਂ ਸ਼ਮਾ ਦਾ ਯਾਦ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਇੱਕੋ ਕਿਹਾ ਕਿ ਉਹ ਕਿਹੜੀ ਚਿੰਗਾਰੀ ਹੈ ਜਿਹੜੀ ਜਦੋਂ ਕਿਸੇ ਨੂੰ ਲੱਗਦੀ ਹੈ ਤੇ ਫਿਰ ਉਹਨੂੰ ਸਮਝ ਲੱਗ ਜਾਂਦੀ ਹੈ ਕਿ ਯਾਰ ਮੇਰਾ ਤੇ ਇਸ ਤੋਂ ਅੱਗੇ ਤੇ ਕੋਈ ਵਿਚਾਰਧਾਰਾ ਕੋਈ ਹੋਰ ਹੈ ਹੀ ਨਹੀਂ ਹੈ ਤੇ ਮੈਂ ਫਿਰ ਸ਼ਿਫਟ ਕਿਉਂ ਕਰਨਾ। ਉਹਨੂੰ ਅਸੀਂ ਬਾਰ-ਬਾਰ ਜਾਗਰਤ ਕਰਨਾ। ਤੇ ਇਹ ਕਿਉਂ ਕਿਹਾ ਗੁਰੂ ਸਾਹਿਬ ਨੇ ਜਦੋਂ ਸ਼ਰਤ ਰੱਖੀ ਕਿ ਜੋ ਤੂੰ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ, ਉੱਥੇ ਲਾਲਚ ਨਹੀਂ, ਉੱਥੇ ਤੇ ਜੋ ਇਹਦਾ ਮਤਲਬ ਗੁਰੂ ਸਾਹਿਬ ਨੇ ਸਾਡੇ ਅੰਦਰ ਇੱਕ ਆਜ਼ਾਦੀ ਦੀ ਜਿਹੜੀ ਚਿੰਗਾਰੀ ਬਣਾਈ ਸੀ ਨਾ, ਕਿ ਸਭ ਤੋਂ ਵੱਡਾ ਜਿਹੜਾ ਤੁਹਾਡੀ ਜਿਹੜੀ ਸੋਵਰੈਨਿਟੀ ਹੈ ਉਹ ਬੜੀ ਸੁਪਰੀਮ ਹੈ। ਜਿਸ ਨੂੰ ਉਹ ਅਹਿਸਾਸ ਹੋ ਜਾਂਦਾ ਫਿਰ ਉਹਦੇ ਵਾਸਤੇ ਜਿਹੜੀਆਂ ਦੂਸਰੀਆਂ ਚੀਜ਼ਾਂ ਨੇ ਉਹ ਬੜੀ ਪਿੱਛੇ ਰਹਿ ਜਾਂਦੀਆਂ ਨੇ। ਖੈਰ, ਪਰ ਜੋ ਅੱਜ ਦੀ ਚੀਜ਼ ਆ ਉਹ ਤੇ ਰੋਟੀ ਕੱਪੜਾ ਮਕਾਨ ਦੇ ਉੱਤੇ ਇਕਨੋਮਿਕ ਮਾਡਲ ਨੂੰ ਐਕਸਪਲੋਇਟ ਕੀਤਾ ਜਾ ਰਿਹਾ ਹੈ, ਜੋ ਬਹੁਤ ਹੀ ਬੁਰੇ ਹਾਲਾਤ ਨੇ ਉਹਨੂੰ ਐਕਸਪਲੋਇਟ ਕਰਕੇ ਲੋਕਾਂ ਨੂੰ ਉਸ ਲੈਵਲ ਤੇ ਲੈ ਕੇ ਨਹੀਂ ਆਇਆ ਜਾ ਰਿਹਾ ਉਹਨਾਂ ਦੀ ਆਤਮਿਕ ਸਥਿਤੀ ਨੂੰ। ਤੇ ਮੈਂ ਆਖਰ ਵਿੱਚ ਇੱਕ ਵਾਰੀ ਪ੍ਰੋਫੈਸਰ ਮਨਜੀਤ ਕੌਰ ਨੂੰ ਮੈਂ ਕਹੂੰਗਾ, ਕਿਉਂਕਿ ਬਹੁਤ ਜ਼ਿਆਦਾ ਸਵਾਲ ਨੇ SGPC ਨੂੰ ਲੈ ਕੇ, ਕਿ ਅਗਰ SGPC ਨੇ ਕੰਮ ਕੀਤਾ ਹੁੰਦਾ ਤੇ ਅੱਜ ਅਸੀਂ ਇਹ ਕਿਉਂ ਕਰ ਰਹੇ ਹੁੰਦੇ। ਪ੍ਰੋਫੈਸਰ ਮਨਜੀਤ ਕੌਰ ਜੀ, ਕੀ ਤੁਸੀਂ ਇਹਦੇ ਉੱਤੇ ਬਸ 2 ਮਿੰਟ ਲਗਾਓ ਤੇ ਇਹ ਦੱਸੋ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ। ਹਾਂਜੀ ਵੀਰ ਜੀ, ਮੈਂ ਵੇਖੋ ਪਹਿਲੀ ਤੇ ਗੱਲ ਇਹ ਕਿ ਮੈਂ SGPC ਦੀ ਕੋਈ ਅਹੁਦੇਦਾਰ ਨਹੀਂ, ਮੈਂ ਕਿਸੇ ਵੱਡੇ ਅਹੁਦੇ ਤੇ ਨਹੀਂ, ਮੈਂ ਕੇਵਲ ਇੰਪਲਾਈ ਹਾਂ। ਜਿਹੜੀ ਮੇਰੀ ਡਿਊਟੀ ਹੈ ਉਹ ਟੀਚਿੰਗ ਹੈ। ਮੈਂ ਸਿਰਫ ਆਪਣੇ ਬਾਰੇ ਗੱਲ ਕਰਾਂਗੀ ਕਿ ਮੇਰਾ ਜਿਹੜਾ ਕੰਮ ਹੈ ਉਹ ਬੱਚਿਆਂ ਨੂੰ ਟੀਚ ਕਰਨਾ ਹੈ। ਪਰੰਤੂ ਇੱਕ ਲੇਡੀ ਹੋਣ ਦੇ ਕਰਕੇ ਉਸ ਤੋਂ ਉੱਪਰ ਉੱਠ ਕੇ ਮੈਂ 200 ਪਿੰਡ ਨੇ ਜਿੱਥੇ ਆਪਣੇ ਜਿਹੜਾ ਸਾਡਾ ਡਿਊਟੀ ਟਾਈਮ ਤੋਂ ਬਾਹਰ ਹੀ ਜਾ ਕੇ ਬੱਚਿਆਂ ਦੇ ਕੈਂਪ ਲਾਏ ਨੇ। ਦੂਜੀ ਗੱਲ ਹੈ ਕਿ ਜਿਹੜਾ SGPC ਦਾ, ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਕਿ SGPC ਜੋ ਕੰਮ ਕਰ ਰਹੀ ਹੈ ਉਹਨੂੰ SGPC ਵੱਲੋਂ ਖੁਦ ਹੀ ਉਹ ਮੈਨੂੰ ਲੱਗਦਾ ਹੈ ਕਿ ਹਾਈਲਾਈਟ ਨਹੀਂ ਕੀਤਾ ਜਾਂਦਾ। ਮੈਂ ਤੁਹਾਨੂੰ ਇਹ ਗੱਲ ਫਿਰ ਬਾਰ-ਬਾਰ ਅੱਗੇ ਵੀ ਇਹ ਗੱਲ ਦੁਹਰਾਈ ਸੀ ਕਿ ਤੁਸੀਂ ਕਦੀ ਮੇਰੇ ਨਾਲ ਇਸ ਮੁੱਦੇ ਤੇ ਗੱਲ ਕਰ ਲਿਓ। ਇੱਕ ਮੈਂ ਸਾਡੇ 200 ਪਿੰਡਾਂ ਦੀ ਲਿਸਟ ਹੈ ਮੇਰੇ ਕੋਲ ਜਿਹੜੇ ਈਸਾਈਅਤ ਦੇ ਵਿੱਚ ਬਹੁਤ ਅੱਗੇ ਲੰਘ ਚੁੱਕੇ ਨੇ, ਉਹਨਾਂ ਦੀ ਪੂਰੀ ਰਿਪੋਰਟ ਲਿਖਤੀ ਮੈਂ SGPC ਨੂੰ ਦਿੱਤੀ ਹੈ। ਦੂਜੇ ਨੰਬਰ ਦੇ ਉੱਤੇ ਕੱਲੀ ਈਸਾਈਅਤ ਨਹੀਂ ਹੈ, ਹੋਰ ਵੀ ਬਹੁਤ ਸਾਰੇ ਜਿਹੜਾ ਹੁੰਦਾ ਪਿਆ ਹੈ। ਅੰਮ੍ਰਿਤਸਰ ਦੇ ਆਸੇ-ਪਾਸੇ 8 ਸਕੂਲ ਬਣ ਚੁੱਕੇ ਨੇ ਜਿੱਥੇ ਫ੍ਰੀ ਐਜੂਕੇਸ਼ਨ ਦੇ ਕੇ ਉਹਨਾਂ ਨੂੰ ਹੋਰ ਪਾਸੇ ਵੱਲ ਲੈ ਕੇ ਜਾ ਰਹੇ ਹਾਂ। ਤੇ ਮੈਂ ਸਿਰਫ ਆਪਣਾ ਜਵਾਬ ਦੇ ਸਕਦੀ ਹਾਂ ਕਿ ਜੋ ਮੇਰੀ ਯੋਗਤਾ ਹੈ ਜਾਂ ਜੋ ਮੇਰੇ ਅੰਡਰ ਆਉਂਦਾ ਹੈ, ਮੈਂ ਉਸ ਤੋਂ ਬਾਹਰ ਜਾ ਕੇ ਆਪਣੇ ਕੌਮੀ ਫਰਜ਼ ਸਮਝ ਕੇ ਮੇਰਾ ਜਿਹੜੇ ਕੈਂਪ ਲਗਾ ਰਹੇ ਹਾਂ ਅਸੀਂ ਉੱਥੇ ਦਿਨ ਰਾਤ ਅਸੀਂ ਮਿਹਨਤ ਕਰਦੇ ਹਾਂ ਤੇ ਉਹਨਾਂ ਪਿੰਡਾਂ ਚੋਂ ਸਾਨੂੰ ਆਊਟਪੁੱਟ ਵੀ ਮਿਲਦੀ ਹੈ। ਅਸੀਂ ਫਿਰ ਉਹਨਾਂ ਨੂੰ ਸਨਮਾਨਿਤ ਕਰਦੇ ਹਾਂ। ਉਹਨਾਂ ਦੀ ਜਿਹੜੀ ਲੋੜ ਹੁੰਦੀ ਹੈ ਬੱਚਿਆਂ ਦੀ, ਉਹਨਾਂ ਦੀਆਂ ਕਾਪੀਆਂ ਕਿਤਾਬਾਂ ਤੱਕ ਉਹਨਾਂ ਨੂੰ ਲੈ ਕੇ ਦਿੰਦੇ ਆ। ਜੇ ਕਿਸੇ ਦੇ ਕੋਲ ਕੋਈ ਅਨਾਜ ਦੀ ਜਾਂ ਕਿਸੇ ਦੇ ਕੋਈ ਉਹਨਾਂ ਨੂੰ ਲੋੜ ਹੈ ਕਿ ਉਹਨਾਂ ਦੇ ਘਰ ਰੋਟੀ ਨਹੀਂ ਪੱਕਦੀ ਤੇ ਅਸੀਂ ਆਪਣੇ ਵੱਲੋਂ ਉਹਨਾਂ ਨੂੰ ਕੁਝ ਨਾ ਕੁਝ ਜਿਹੜੀ ਉਹ ਸਹਾਇਤਾ ਕਰਦੇ ਆ, ਮੈਡੀਸਨ ਦੀ ਵੀ ਕਰਦੇ ਆ। ਵੀ ਜੀ ਮੈਂ ਜੇ ਕਿਸੇ ਅਹੁਦੇ ਤੇ ਹੋਵਾਂ ਨਾ ਫਿਰ ਮੈਂ ਉਹਦਾ ਜਵਾਬ ਦੇਵਾਂ, ਕਿਉਂਕਿ ਮੈਂ ਖੁਦ ਇੱਕ ਇੰਪਲਾਈ ਹਾਂ। ਮੈਂ ਤੁਹਾਨੂੰ ਆਪਣਾ ਜਵਾਬ ਦੇ ਸਕਦੀ ਹਾਂ ਕਿ ਮੈਂ ਇਸ ਮੁਕਾਮ ਤੇ ਕੰਮ ਕਰਦਿਆਂ ਕੀ ਕੁਝ ਕੀਤਾ ਹੈ ਤੇ ਜੋ ਮੇਰਾ ਫਰਜ਼ ਸੀ। ਠੀਕ ਹੈ ਜੀ, ਜਿਹੜਾ ਉਹ ਤੁਸੀਂ ਚਾਹੁੰਦੇ ਹੋ ਮੈਂ ਉਸ ਕਿਸੇ ਵੱਡੇ ਅਹੁਦੇਦਾਰ ਨਹੀਂ ਕਿ ਮੈਂ ਤੁਹਾਨੂੰ ਉਸ ਚੀਜ਼ ਦਾ ਜਵਾਬ ਦੇ ਸਕਾਂ। ਪਰੰਤੂ ਜੋ ਕਰ ਰਹੀ ਹੈ ਜਾਂ ਮੇਰੇ ਸਟੂਡੈਂਟਸ ਜੋ ਕਰ ਰਹੇ ਨੇ, ਜੋ ਪੜ੍ਹ ਕੇ ਗਏ ਨੇ ਸਾਡੇ ਕੋਲੋਂ, ਜੋ ਪੜ੍ਹ ਕੇ ਹੁਣ ਕਰ ਰਹੇ ਨੇ, ਜੋ ਅਸੀਂ ਕਰ ਰਹੇ ਹਾਂ, ਮੈਂ ਕਰ ਰਹੀ ਹਾਂ, ਮੈਂ ਤੁਹਾਨੂੰ ਆਪਣਾ ਜਵਾਬ ਦੇ ਸਕਦੀ ਹਾਂ ਜੀ। ਉਹਦਾ ਜਵਾਬ ਤੁਸੀਂ ਜਿੰਨਾ ਕੋ ਜਵਾਬ ਤੁਸੀਂ ਲੈਣਾ ਹੈ। ਪਰ ਇੱਕ ਗੱਲ ਹੈਗੀ ਕਿ SGPC ਦੇ ਪ੍ਰਚਾਰਕ ਜਿਹੜੇ ਨੇ ਉਹ ਪੂਰੇ ਇੰਡੀਆ ਦੇ ਵਿੱਚ ਨੇ, ਜਿੱਥੇ ਕੋਈ ਨਹੀਂ, ਅਸਾਮ ਦੇ ਵਿੱਚ ਨੇ, ਗੁਹਾਟੀ ਵਾਲੇ ਪਾਸੇ ਨੇ, ਬਿਹਾਰ ਵਿੱਚ ਨੇ, ਰਾਏਪੁਰ ਵਿੱਚ ਨੇ, ਉੱਥੇ ਉਹ ਪ੍ਰਚਾਰ ਕਰ ਰਹੇ ਨੇ। ਕੀ ਕਰ ਰਹੇ ਨੇ ਮੈਂ ਤੁਹਾਨੂੰ ਦੱਸ ਸਕਦੀ ਹਾਂ, ਪਰੰਤੂ ਕੁਝ ਗਿਣਤੀ ਹੈ ਇਹਨਾਂ ਦੇ ਪ੍ਰਚਾਰਕਾਂ ਦੀ 200-300 ਗਿਣਤੀ ਹੈ। ਹੁਣ ਉਹ ਬੰਦਾ ਜਿਹੜਾ 200-300 ਗਿਣਤੀ ਵਿੱਚ ਹੈ ਉਹ ਘੱਟੋ ਘੱਟ 10 ਪਿੰਡ ਜਾਂ 20 ਪਿੰਡ ਨੂੰ ਉੱਥੇ ਉਹਨਾਂ ਦਾ ਸਰਕਲ ਇੱਕ ਬਣ ਜਾਂਦਾ ਜਿੱਥੇ ਉਹਨਾਂ ਨੇ ਜਾਣਾ ਹੁੰਦਾ। ਪਰੰਤੂ ਇਹਦੇ ਵਿੱਚ ਮੈਂ ਕਹਾਂਗੀ ਕਿ ਜੇ ਅਸੀਂ ਲੱਗਦਾ ਹੈ
ਕਿ ਅਸੀਂ ਆਪ ਆ ਕੇ ਇਹਨਾਂ ਨੂੰ ਮਿਲੀਏ ਕਿ ਅਸੀਂ ਚਾਹੁੰਦੇ ਹਾਂ ਕਿ ਸ਼੍ਰੋਮਣੀ ਕਮੇਟੀ ਆਹ ਕੰਮ ਕਰੇ। ਅਸੀਂ ਇੱਕ ਪ੍ਰੋਗਰਾਮ ਕਿ ਅਸੀਂ ਚਾਹੁੰਦੇ ਹਾਂ ਕਿ ਆਹ ਪ੍ਰੋਗਰਾਮ ਜਿਹੜਾ ਹੈ ਉਹ ਕੀਤਾ ਜਾਵੇ ਤੇ ਇਸ ਨੂੰ ਲਾਗੂ ਕੀਤਾ ਜਾਵੇ ਤੇ ਉਹ ਜਿਹੜਾ ਹੈਗਾ ਕਿ ਉਹਨੂੰ ਉਹ ਅਪਲਾਈ ਕੀਤਾ ਜਾਵੇ। ਜਿੱਥੋਂ ਤੱਕ ਜੇ ਮੈਂ ਕੁਝ ਲਿਖਤੀ ਦਿੰਦੀ ਹਾਂ ਸ਼੍ਰੋਮਣੀ ਕਮੇਟੀ ਨੂੰ ਤੇ ਕਦੀ ਏਦਾਂ ਨਹੀਂ ਹੋਇਆ ਕਿ ਉਸ ਨੂੰ ਮੰਨਿਆ ਨਾ ਜਾਵੇ। ਜਿਹੜੇ ਅਸੀਂ ਪਿੰਡਾਂ 'ਚ ਕੈਂਪ ਲਗਾ ਰਹੇ ਹਾਂ, ਪਹਿਲੋਂ ਅਸੀਂ ਲਿਖਤੀ ਪ੍ਰਵਾਨਗੀ ਲੈਂਦੇ ਹਾਂ ਤੇ ਉਹਦੀ ਆਊਟਪੁੱਟ ਏਦਾਂ ਹੈ ਕਿ ਅਸੀਂ ਇੱਕ ਪਿੰਡ ਹੈ ਬਟਾਲੇ ਦੇ ਕੋਲ, ਦਿਆਲਗੜ੍ਹ ਉਹਦਾ ਨਾਮ ਹੈ, ਉੱਥੇ ਅਸੀਂ ਬੱਚਿਆਂ ਦਾ ਲਾਇਆ ਕੈਂਪ। ਸਾਡੇ ਕੈਂਪ ਦੇ ਵਿੱਚ ਕਿਹੜੇ ਬੱਚੇ ਆਉਂਦੇ ਨੇ ਉਹਨਾਂ ਨੂੰ ਪੁੱਛਿਆ ਨਹੀਂ ਜਾਂਦਾ ਵੀ ਕੌਣ ਨੇ। ਉਹਨਾਂ ਦੇ ਵਿੱਚੋਂ ਕੁਝ ਬੱਚੇ ਸੀ ਜਿਹੜੇ ਈਸਾਈਅਤ ਦੇ ਨਾਲ ਸੰਬੰਧਿਤ ਸਨ। ਗੁਰਦੁਆਰੇ ਦੇ ਸਾਹਮਣੇ ਹੀ ਜਿਹੜਾ ਚਰਚ ਹੈ ਉਹ ਬਣਿਆ ਹੋਇਆ। ਉਹ ਬੱਚਿਆਂ ਦੇ ਪੇਰੈਂਟਸ ਸਾਡੇ ਜਿਹੜੇ ਵਿਦਿਆਰਥੀ ਸਾਡੇ ਸਿੰਘ ਕੈਂਪ ਲਗਾ ਰਹੇ ਸੀ ਉਹਨਾਂ ਦੇ ਕੋਲ ਆ ਕੇ ਕਹਿੰਦੇ ਤੁਸੀਂ ਬੱਚਿਆਂ ਨੂੰ ਕੀ ਕਹਿ ਰਹੇ ਹੋ, ਤੁਸੀਂ ਸਾਡੇ ਬੱਚਿਆਂ ਨੂੰ ਭੜਕਾ ਰਹੇ ਹੋ। ਉਹ ਬੱਚਿਆਂ ਨੇ ਮੈਨੂੰ ਕਿਹਾ ਵੀ ਏਦਾਂ ਸਾਨੂੰ ਆ ਕੇ ਪਿੰਡ ਦੇ ਲੋਕ ਬੋਲ ਕੇ ਗਏ ਨੇ, ਮੈਡਮ ਤੁਸੀਂ ਆ ਕੇ ਉਹਨਾਂ ਨਾਲ ਗੱਲ ਕਰੋ। ਮੈਂ ਉਹਨਾਂ ਦੇ ਅਗਲੇ ਦਿਨ ਉਹਨਾਂ ਦੇ ਕੋਲ ਗਈ, ਮੈਂ ਕਿਹਾ ਵੀ ਹਾਂਜੀ ਦੱਸੋ। ਕਹਿੰਦੇ ਤੁਸੀਂ ਇਹਨਾਂ ਨੂੰ ਕਿਹੋ ਜਿਹੀ ਸਿੱਖਿਆ ਦੇ ਰਹੇ ਹੋ ਕਿ ਸਾਡੇ ਬੱਚੇ ਜਿਹੜੇ ਈਸਾਈ ਨੇ ਉਹ ਸਾਡੇ ਦੁਆਲੇ ਹੋਏ ਨੇ ਕਿ ਸਾਨੂੰ ਪੱਗਾਂ ਲੈ ਕੇ ਦਿਓ, ਦਸਤਾਰਾਂ ਦੇ ਕੇ ਲੈ ਕੇ ਦਿਓ, ਕੜੇ ਲੈ ਕੇ ਦਿਓ, ਅਸੀਂ ਅੰਮ੍ਰਿਤ ਛਕ ਕੇ ਸਿੰਘ ਬਣਨਾ ਹੈ, ਅਸੀਂ ਅੰਮ੍ਰਿਤ ਛਕ ਕੇ ਸਿੱਖ ਬਣਨਾ ਹੈ। ਅਸੀਂ ਉਹਨਾਂ ਨੂੰ ਨਹੀਂ ਕਿਹਾ ਤੁਸੀਂ ਸਿੱਖ ਬਣੋ। ਜੋ ਤੁਸੀਂ ਵੀਰ ਜੀ ਗੱਲ ਕਰ ਰਹੇ ਹੋ ਗੁਰਪ੍ਰੀਤ ਸਿੰਘ ਜੀ ਕਿ ਜੋ ਤੋ ਪ੍ਰੇਮ ਖਿਲਣ ਕਾ ਚਾਓ, ਕੋਈ ਸਿੱਖ ਨਹੀਂ ਕਹਿੰਦਾ ਕਿ ਆਪਣਾ ਧਰਮ ਛੱਡੋ। ਅਸੀਂ ਪ੍ਰੈਕਟੀਕਲੀ ਜੋ ਕਰਦੇ ਹਾਂ ਉਹ ਤੋਂ ਇੰਪ੍ਰੈਸ ਹੋ ਕੇ ਲੋਕ ਕਹਿੰਦੇ ਨੇ ਕਿ ਅਸੀਂ ਸਿੱਖ ਬਣਨਾ ਹੈ। ਤੇ ਇਸ ਕਰਕੇ ਵੀਰ ਜੀ ਇਹ ਜਿਹੜਾ ਕਾਰਜ ਹੈ ਅਸੀਂ ਜਿਹੜਾ ਆਪਣੇ ਵੱਲੋਂ ਮੈਂ ਕਰ ਰਹੀ ਹਾਂ, ਮੈਂ ਤੁਹਾਨੂੰ ਉਸ ਚੀਜ਼ ਦਾ ਜਿਹੜਾ ਜਵਾਬ ਦੇ ਰਹੀ ਹਾਂ ਕਿ ਜੋ ਸਾਡੇ ਕੋਲ ਹੈ ਅਸੀਂ ਉਸ ਤੋਂ ਵੱਧ ਕੋਸ਼ਿਸ਼ ਕਰ ਰਹੇ ਹਾਂ। ਤੇ ਮਹਾਰਾਜ ਦੇ ਅੱਗੇ ਅਰਦਾਸ ਵੀ ਸਤਿਗੁਰੂ ਸਾਹਿਬ ਦੇ ਅੱਗੇ ਹੈ ਕਿ ਉਹ ਸਾਡੇ ਕੋਲ ਜਿਹੜੀਆਂ ਸੇਵਾਵਾਂ ਨੇ ਉਹ ਲੈਂਦੇ ਰਹਿਣ। ਤੇ ਬਾਕੀ ਅਸੀਂ ਮੈਂ ਤੁਹਾਨੂੰ ਇਹ ਬੇਨਤੀ ਕਰਾਂਗੀ ਇਸ ਤੋਂ ਅੱਗੇ ਉੱਠ ਕੇ ਨਾ ਇੱਕ ਪ੍ਰੋਗਰਾਮ ਮਿੱਥਿਆ ਜਾਵੇ। ਇੱਕ ਜਿੰਨੇ ਵੀ ਅਸੀਂ ਇੱਥੇ ਇਸ ਗਰੁੱਪ ਦੇ ਵਿੱਚ ਇਹ ਜਿਹੜਾ ਅੱਜ ਦਾ ਵੈਬੀਨਾਰ ਦੇ ਵਿੱਚ ਆ ਕਿ ਇਹਦੇ ਵਿੱਚੋਂ ਇੱਕ ਜਿਹੜਾ ਰਿਜ਼ਲਟ ਕੱਢਿਆ ਜਾਵੇ, ਇੱਕ ਪ੍ਰੋਗਰਾਮ ਉਹ ਲਿਖਿਆ ਜਾਵੇ ਕਿ ਇਸ ਨੂੰ ਹੱਲ ਕਿਵੇਂ ਕਰਨਾ ਹੈ, ਉਹਦੇ ਲਈ ਸਮਾਧਾਨ ਕੀ ਨੇ, ਪ੍ਰੋਗਰਾਮ ਕੀ ਉਹ ਲਿਖੇ ਜਾਣ ਤੇ ਉਹ ਜਿਹੜਾ ਹੈਗਾ ਉਸ ਪ੍ਰੋਗਰਾਮ ਨੂੰ ਉਲੀਕ ਕੇ ਉਹਦਾ ਸਟੈਪ ਜਿਹੜਾ ਸਟੈਪ ਬਾਏ ਸਟੈਪ ਉਹਨੂੰ ਅੱਗੇ ਵਧਾਇਆ ਜਾਵੇ ਤਾਂ ਕਿ ਜਿਸ ਪੰਥਕ ਦਰਦ ਨੂੰ ਅਸੀਂ ਇਸੇ ਲੈ ਕੇ ਬੈਠੇ ਆ, ਸਿੱਖੀ ਦੇ ਪ੍ਰੇਮ ਵਿੱਚ ਜੋੜ ਕੇ ਬੈਠੇ ਆ, ਉਸ ਪ੍ਰੇਮ ਨੂੰ ਇੱਕ ਬੰਧਨ ਦੇ ਵਿੱਚ ਬੰਨ ਕੇ ਅਸੀਂ ਜੋ ਰਿਜ਼ਲਟ ਚਾਹੁੰਦੇ ਆ ਪੰਜਾਬ ਤੋਂ ਅਸੀਂ ਉਹਦੇ ਵੱਲ ਜਿਹੜਾ ਆਪਣਾ ਸਟੈਪ ਵਧਾਈਏ। ਤੇ ਮੈਂ ਕਹਿੰਦੀ ਕਿੰਨੇ ਕੀ ਕੀਤਾ ਹੈ ਜਾਂ ਕੀ ਕੋ ਕਰਨਾ ਚਾਹੀਦਾ ਹੈ, ਇਸ ਚੀਜ਼ ਤੋਂ ਪਾਸੇ ਹਟ ਕੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ, ਕਿਉਂਕਿ ਅਸੀਂ ਸਾਰੇ ਗੁਰੂ ਦੇ ਸਿੱਖ ਹਾਂ ਤੇ ਸਿੱਖ ਹੋਣ ਦੇ ਨਾਤੇ ਸਾਡੇ ਜਿਹੜੇ ਕੌਮੀ ਫਰਜ਼ ਨੇ ਉਹਨਾਂ ਫਰਜ਼ਾਂ ਵੱਲ ਅੱਗੇ ਵੱਧਦਿਆਂ ਸਾਨੂੰ ਇਹ ਕੁਝ ਨਾ ਕੁਝ ਜਿਹੜਾ ਪ੍ਰੋਗਰਾਮ ਉਲੀਕ ਕੇ ਸਾਨੂੰ ਉਸ ਪਾਸੇ ਜਿਹੜਾ ਉਹਦੇ ਵਿੱਚ ਸਾਰਿਆਂ ਦਾ ਸਹਿਯੋਗ ਜਿਹੜਾ ਉਹ ਲਿਆ ਜਾਵੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਮੈਂ ਮਾਫੀ ਮੰਗਦੀ ਹਾਂ ਜੀ। ਤੁਸੀਂ ਠੀਕ ਕਹਿ ਰਹੇ ਹੋ। ਅਸੀਂ ਬਸ ਉਹੀ ਕਿ ਵੀ ਜਿਹੜੇ ਵੀ ਕੰਮ ਹੋ ਰਹੇ ਨੇ ਅਸੀਂ ਉਹ ਸਾਰੇ ਰਲ ਕੇ ਆਪਣਾ ਸਮਝ ਕੇ ਕਰੀਏ। ਜੋ ਗਲਤੀਆਂ ਖਾਮੀਆਂ ਨੇ ਉਹ ਵੀ ਸਾਡੀਆਂ ਸਾਂਝੀਆਂ ਨੇ, ਜੋ ਚੰਗਿਆਈਆਂ ਨੇ ਉਹ ਵੀ ਸਾਡੀਆਂ ਸਾਂਝੀਆਂ ਨੇ। ਤੇ ਗੁਲਬਰਗ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਬਸ ਸਭ ਤੋਂ ਪਹਿਲਾਂ ਤਾਂ ਇਹ ਕਹਿਣਾ ਵੀ ਸਾਰੇ ਮੇਰੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਸ਼ੇਅਰ ਕੀਤਾ। ਤੇ ਮੈਂ ਗਲੋਬਲ ਸਿੱਖ ਕੌਂਸਲ ਵੱਲੋਂ ਇੱਕ ਮਾੜੀ ਜਿਹੀ ਇਨਫੋਰਮੇਸ਼ਨ ਸਾਰਿਆਂ ਨਾਲ ਸ਼ੇਅਰ ਕਰਨੀ ਚਾਹੁੰਦਾ। ਜੋ ਕੁਛ ਹੁਣੇ ਹੀ ਭੈਣ ਜੀ ਡਾਕਟਰ ਮਨਜੀਤ ਕੌਰ ਜੀ ਕਹਿ ਗਏ ਨਾ ਕਿ ਸਾਨੂੰ ਸਾਰਿਆਂ ਨੂੰ ਆਪ ਐਕਟਿਵ ਹੋ ਕੇ ਸਾਨੂੰ ਕੋਈ ਆਪਣਾ ਪ੍ਰੋਗਰਾਮ ਅਪਰੋਚ ਡਿਵੈਲਪ ਕਰਨੀ ਚਾਹੀਦੀ ਹੈ ਔਰ ਉਹ ਫਿਰ ਅਸੀਂ SGPC ਨਾਲ ਵੀ ਡਿਸਕਸ ਕਰ ਸਕਦੇ ਹਾਂ ਤੇ ਬਾਕੀ ਸਾਰੇ ਵੀ ਮੇਰੇ ਵੀਰ ਭੈਣਾਂ ਜੋ ਵੀ ਕੋਈ ਇਸ ਪਾਸੇ ਹਿੰਮਤ ਕਰ ਰਹੇ ਉਹਨਾਂ ਨਾਲ ਵੀ ਡਿਸਕਸ ਕਰ ਸਕਦੇ ਹਾਂ। ਉਹ ਪ੍ਰੋਗਰਾਮ ਸਾਡੇ ਕੋਲ ਭੈਣ ਜੀ ਐਂਡ ਬਾਕੀ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਜ਼ਰੂਰ ਤੇ ਜ਼ਰੂਰ ਤੁਸੀਂ ਆਪਣਾ WhatsApp ਨੰਬਰ GSC ਦੇ ਨਾਲ ਸ਼ੇਅਰ ਕਰਿਓ ਤੇ ਉਹ ਪ੍ਰੋਗਰਾਮ ਲਈ ਆਲਰੇਡੀ ਗਲੋਬਲ ਸਿੱਖ ਕੌਂਸਲ ਵੀਕਲੀ ਮੀਟਿੰਗਸ ਕਰ ਰਹੀਆਂ ਐਂਡ ਆ ਜਿਹੜਾ ਅੱਜ ਦਾ ਸੈਮੀਨਾਰ ਹੈ ਗਲੋਬਲ ਸਿੱਖ ਕੌਂਸਲ ਨੇ ਉਸ ਪ੍ਰੋਗਰਾਮ ਦੇ ਅਧੀਨ ਹੀ ਕੀਤਾ ਹੈ ਕਿ ਅਸੀਂ ਗਲੋਬਲ ਸਿੱਖ ਕੌਂਸਲ ਵੱਲੋਂ ਕੋਈ ਚੰਗੀ ਅਪਰੋਚ ਡਿਵੈਲਪ ਪ੍ਰੋਗਰਾਮ ਐਂਡ ਸਟੈਪ ਬਾਈ ਸਟੈਪ ਉਹ ਕਰੀਏ। ਤੇ ਮੈਂ ਆਪ ਜੀ ਅੱਗੇ ਸਾਰਿਆਂ ਅੱਗੇ ਬੇਨਤੀ ਕਰਦਾ ਕਿ ਤੁਸੀਂ ਆਪਣਾ WhatsApp ਨੰਬਰ ਸ਼ੇਅਰ ਕਰਿਓ। ਅਗਲੇ ਥਰਸਡੇ ਨੂੰ ਉਹ ਮੀਟਿੰਗ ਹੋਏਗੀ। ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਇੰਡੀਆ ਦਾ ਟਾਈਮ ਥਰਸਡੇ 6 ਵਜੇ ਹੁੰਦਾ 6 ਕੇ 6:30 ਤੇ ਆਪਾਂ ਉਸ ਵੇਲੇ ਮਿਲੀਏ। ਤੇ ਦੂਜੀ ਚੀਜ਼ ਜਿਹੜੀ ਗਲੋਬਲ ਸਿੱਖ ਕੌਂਸਲ ਨੇ ਸ਼ੁਰੂ ਕੀਤੀ ਹੈ ਐਂਡ ਆਈ ਐਮ ਸੋ ਗਲੈਡ ਕਿ ਸਾਡੇ ਨਾਲ
ਉਹ ਬੀਬੀਆਂ ਭੈਣਾਂ ਨਾਲ ਰਲੀਆਂ ਜਿਨ੍ਹਾਂ ਨੇ ਇਹ ਪ੍ਰੋਗਰਾਮ ਵੀਰ ਜਿਨ੍ਹਾਂ ਨੇ ਪ੍ਰੋਗਰਾਮ ਸ਼ੁਰੂ ਕੀਤਾ। ਉਹਦਾ ਨਾਮ ਹੈ ਕੁਛ ਸੁਣੀਏ ਕੁਛ ਕਹੀਏ। ਹਰ ਹਫਤੇ 1 ਘੰਟੇ ਲਈ ਵੱਖਰੇ ਵੱਖਰੇ ਥਾਵਾਂ ਤੋਂ ਸਾਰੇ ਸੰਸਾਰ ਵਿੱਚ ਇਹ ਪ੍ਰੋਗਰਾਮ ਕੀਤਾ ਜਾਂਦਾ ਟੂ ਹੈਲਪ ਆਵਰ ਸਿੱਖ ਕਮਿਊਨਿਟੀ ਕਲੈਰੀਫਾਈ देयर अंडरस्टैंडिंग ऑफ गुरबाणी मैसेज। ਬਹੁਤੀ ਗੱਲ ਇਸ਼ੂ ਇਹ ਆ, ਹੁਣੇ ਆਇਆ ਸੀ ਕਿ ਜੇ ਸਾਨੂੰ ਆਪ ਪਤਾ ਹੋਵੇ ਨਾ ਅਸੀਂ ਕਿਉਂ ਸਿੱਖਾਂ ਤੇ ਅਸੀਂ ਸਾਨੂੰ ਨਹੀਂ ਕਿਉਂ ਨਹੀਂ ਬਦਲ ਸਕਦਾ। ਉਹੋ ਹੀ ਮੈਸੇਜ ਆਪਾਂ ਸਾਰੀ ਸੱਜਣਾ ਨੂੰ ਸਾਰੀ ਕਮਿਊਨਿਟੀ ਨੂੰ ਦੇਣਾ ਚਾਹੁੰਦੇ ਆ ਕਿ ਪਲੀਜ਼ ਲੈਟਸ ਜੁਆਇਨ ਹੈਂਡਸ ਐਂਡ ਸ਼ੇਅਰ ਦੈਟ ਮੈਸੇਜ। ਐਂਡ ਇਸ ਵੇਲੇ ਸਾਡੇ ਨਾਲ ਭੈਣ ਜੀ ਮਨਿੰਦਰ ਕੌਰ ਜੀ औरंगाबाद तो फिर प्रोग्राम करते हैं, भैन जी मनदीप कौर जी दुबई तो करते हैं, सरदार विवेक सिंह जी हुण शुरू कर लगे दिल्ली तो, सरदार हरचरण सिंह जी मलेशिया तो शुरू कर रहे हैं। एंड साडे कोल मेरे वीर नहीं आ सके लेकिन एक सेंट्रल अमेरिका दे विच, एक वैसटर्न अमेरिका दे विच प्रोग्राम शुरू हो रहा, एक आस्ट्रेलिया शुरू हो रहा, एक यूके दे विच प्रीतदीप सिंह जी कर रहे हैं। सो बड़े ही मुल्कां विच 1-1 घंटे का ऐसा कुछ सुनिए कुछ कहिए प्रोग्राम किया जिहड़ा घर घर अंदर धर्मसाल वाले पासे नूं तुरे कि सारे सिखां नूं गुरबाणी की समझ होवे ते ओह गुरबाणी बेस ते अपना जीवन करन। सो आप जी अगे बेनती है कि उन्हां प्रोग्राम दे नाल जरूर जुड़ो। आपां सारिआं ने रल के प्रोग्राम करने हैं तां ही असीं सिੱਖੀ ਦਾ कुछ कर सकांगे। आप जी दा बहुत धन्नवाद। ਧੰਨਵਾਦ ਜੀ। ਸਾਰੇ ਸਪੀਕਰਸ ਦਾ ਜਿਹੜੇ ਅੱਜ ਬੁਲਾ ਰਹੇ ਸੀਗੇ, ਤੁਹਾਡਾ ਤਹਿ ਦਿਲੋਂ ਧੰਨਵਾਦ। ਸਾਰੇ ਲਿਸਨਰਸ ਦਾ, ਸਵਾਲ ਪੁੱਛਣ ਵਾਲੇ ਦਾ, ਸਭ ਦਾ ਬਹੁਤ ਬਹੁਤ ਧੰਨਵਾਦ। ਅਸੀਂ ਗਲੋਬਲ ਸਿੱਖ ਕੌਂਸਲ ਦੀ ਪੂਰੀ ਟੀਮ ਔਰ ਸਾਰੇ ਦਿਨ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਦੇ ਵਿੱਚੋਂ ਕੁਝ ਹੱਲ ਕੱਢ ਸਕੀਏ ਤੇ ਕੋਈ ਪ੍ਰੋਗਰਾਮ ਜਿਹੜਾ ਹੈ, ਬਲੂਪ੍ਰਿੰਟ ਜਿਹੜਾ ਬਾਰ-ਬਾਰ ਕਿਹਾ ਜਾ ਰਿਹਾ ਉਹ ਕੁਝ ਸਾਹਮਣੇ ਲਿਆ ਸਕੀਏ। ਤੇ ਸਾਰੇ ਜਿਹੜੇ ਨੇ globalsikhcouncil.org ਇੱਥੇ ਦੇਖ ਸਕਦੇ ਨੇ, ਇੱਥੋਂ ਸਾਨੂੰ ਈਮੇਲ ਕਰ ਸਕਦੇ ਨੇ ਤੇ ਉਸ ਤੋਂ ਬਾਅਦ ਫਿਰ ਜੁੜ ਸਕਦੇ ਨੇ ਵੇਰੀਅਸ ਪ੍ਰੋਗਰਾਮਸ ਦੇ ਨਾਲ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਸਮਾਪਤੀ ਕਰਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।